लॉ एंड ऑर्डर की सिचुएशन हो सकती है, गोलीबारी भी हो सकती है, आर्मी लगाती, BSF लगाती, कुटमार हो सकती है, लाठियां चल सकती ने। अब बीते दिन ही सिरसा का बड़ा बयान आया सीगा कि जी इन्नियां 600 ट्रालियां रोकतियां, मैं छुड़वाइयां, लाठी चार्ज हो सकता सी, कुटिया गया। ये चीज़ां सानूं समझणियां पैणियां ने। ਇਹ ਜਿੱਦਾਂ ਕਹਿ ਸਕਦੇ ਆ ਇੰਨਾ ਜ਼ਿਆਦਾ ਇਹ ਸੈੱਲ ਮਜ਼ਬੂਤ ਹੋ ਚੁੱਕਿਆ। ਇੱਕ ਅਸੀਂ ਨਾਮ ਤਾਂ ਨਹੀਂ ਲਵਾਂਗੇ, ਇੱਕ ਵੀਰ ਨਾ ਜੀ ਹੋਰ ਕਿਤੇ ਬਾਰਡਰ ਤੇ ਦਿੱਲੀ ਵਾਲੇ ਵੀਰ ਮਿਲਣ ਗਏ ਇੱਦਾਂ ਸਿੰਘਾਂ ਨੂੰ ਜਿੱਦਾਂ ਆਪਾਂ ਬੈਠੇ ਆ ਜੀ, ਤੇ ਉਹਨਾਂ ਦੀ ਗੱਡੀ ਦਾ ਨੰਬਰ ਨੋਟ ਕੀਤਾ ਗਿਆ ਜੀ, ਤੇ ਉਹਨਾਂ ਦੇ ਘਰੇ ਇਨਕਮ ਟੈਕਸ ਦੀ ਰੇਡ ਮਰਵਾਈ ਜਾਂਦੀ ਹੈ ਵੀ ਤੁਸੀਂ ਉਹ ਮੋਰਚੇ 'ਚ ਗਏ ਕਿਉਂ। ਸਾਡੇ ਕੋਲੇ ਦਿੱਲੀ ਤੋਂ ਇੱਕ ਵੀਰ ਆਏ ਸੀ, ਸੇਵਾ ਕਰਕੇ ਗਏ ਨੇ ਜੀ, ਉਰੇ ਸਾਨੂੰ ਰਸਦ ਦਬਾ ਕੇ ਗਏ ਨੇ। ਉਹ ਟ੍ਰੇਨ ਦੇ ਵਿੱਚ ਆਏ ਸੀ ਜੀ ਵੀ ਸਾਨੂੰ ਕਿਤੇ ਪ੍ਰੋਬਲਮ ਨਾ ਆ ਜੇ। ਉਹ ਕਹਿੰਦੇ ਸਾਡੇ ਬੱਚੇ ਵੀ ਡਿਊਟੀਆਂ ਕਰਦੇ ਨੇ ਵੀ ਸਾਨੂੰ ਪ੍ਰੋਬਲਮ ਨਾ ਆਵੇ। ਜਾਣੀ ਕਿ ਦਿੱਲੀ ਵਾਲੇ ਵੀਰਾਂ ਦੇ ਵਿੱਚ ਇਹ ਅਫਵਾਹ ਵੀਰ ਜੀ ਵੀ ਆਪਾਂ ਇੱਥੇ ਪੇਡ ਬੈਠੇ ਆ, ਵੀ ਆਪਾਂ ਦਿਹਾੜੀ ਤੇ ਆਏ ਆ ਜੀ। ਵੀ ਇੱਕ ਕਿਸਾਨਾਂ ਕੋਲ ਐਡੇ ਐਡੇ ਮੋਬਾਈਲ ਜਾਂ ਵੀ ਇਹ ਕਿਸਾਨ ਨਹੀਂ ਹੋ ਸਕਦੇ, ਵੀ ਇਹ ਖਾਲਿਸਤਾਨੀ ਜਾਂ ਕੁਛ ਇੱਦਾਂ ਦੀਆਂ ਗੱਲਾਂ ਹੈ ਨਾ ਜੀ। ਪਰ ਨੇੜੇ ਦੇ ਵੀਰਾਂ ਤੋਂ ਸਾਨੂੰ ਕੋਈ ਸਹਿਯੋਗ ਨਹੀਂ। ਇਹਨਾਂ ਨੇ ਉਹੀ ਸੋਚਿਆ ਸੀ ਨਾ ਕਿ ਹਜੇ ਤੱਕ ਇਹਨਾਂ ਨੇ ਕਿਸਾਨਾਂ ਨੂੰ ਅਨਪੜ੍ਹਤਾ ਦੇ ਨਾਲ ਜੋੜ ਕੇ ਦੇਖਿਆ ਸੀ, ਕਿ ਅਨਐਜੂਕੇਸ਼ਨ ਦੇ ਨਾਲ ਜੋੜ ਕੇ ਦੇਖਿਆ ਸੀ, ਪਰ ਇਹ ਭੁੱਲ ਗਏ ਸੀ ਕਿ ਇਹਨਾਂ 73 ਸਾਲਾਂ ਦੇ ਵਿੱਚ ਬੇਸ਼ੱਕ ਇਹਨਾਂ ਨੇ ਜਿੰਨਾ ਮਰਜ਼ੀ ਪੰਜਾਬ ਦੀਆਂ ਬੇੜੀਆਂ 'ਚ ਬੱਟੇ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਅੱਜ ਦਾ ਕਿਸਾਨ ਤੇ ਉਹਦਾ ਪੁੱਤ ਪੜ੍ਹਿਆ ਲਿਖਿਆ ਹੋ ਗਿਆ ਹੈ, ਡਿਜੀਟਲ ਹੋ ਗਿਆ। ਬਿਲਕੁਲ ਬਿਲਕੁਲ ਵੀਰ ਜੀ, ਇਹ ਬਹੁਤ ਇੱਥੇ ਆ ਕੇ ਨਾ ਮਾਣ ਵਾਲੀ ਗੱਲ ਆ ਵੀਰ ਜੀ। ਬੜੀ ਚੜ੍ਹਦੀ ਕਲਾ ਹੋਈ ਪਈ ਆ ਜੀ। ਪਹਿਲਾਂ ਆਪਾਂ ਨੂੰ ਸਰਕਾਰਾਂ ਹੀ ਲੜਾਉਂਦੀਆਂ ਨੇ, ਸਾਰੀ ਸੰਗਤ ਵੀ ਦੇਖ ਰਹੀ ਆ। ਹੁਣ ਤੁਸੀਂ ਇਹ ਦੇਖ ਲਓ ਹਰਿਆਣੇ ਤੇ ਪੰਜਾਬ ਦਾ ਵੀਰ ਜੀ ਕਿੰਨਾ ਪਿਆਰ ਆ ਜੀ। ਇੱਥੇ ਇੱਕ ਪੰਜਾਬੀ ਨੇ ਗੱਲ ਸੁਣਾਈ, ਕਹਿੰਦਾ ਅਸੀਂ ਪੰਜਾਬ ਦੇ ਵਿੱਚ ਪਾਣੀ ਨਾਲ ਮੂੰਹ ਧੋਂਦੇ ਤੇ ਸਾਨੂੰ ਹਰਿਆਣੇ ਵਾਲਿਆਂ ਨੇ ਦੁੱਧ ਨਾਲ ਧੋਣ ਲਾਤਾ। ਸਾਡੇ ਕੋਲੇ ਦੁੱਧ ਦੀ ਸੇਵਾ ਹਰਿਆਣਾ ਕਰਦਾ ਜੀ, ਸਾਨੂੰ ਸਰਕਾਰਾਂ ਲੜਾਉਂਦੀਆਂ ਨੇ। ਜਿਹੜੇ ਰਾਤਾਂ ਨੂੰ ਨੌਜਵਾਨ ਨੇ ਉਹ ਰਾਤਾਂ ਨੂੰ ਥੋੜ੍ਹਾ ਜਿਹਾ ਪਰਹੇਜ਼ ਕਰੀਏ। ਆਪਾਂ ਟਿੱਕਰੀ ਬਾਰਡਰ ਤੇ ਪਹਿਰੇ ਵੀ ਲਾਈਏ, ਜਿਵੇਂ ਸਿੰਘੂ ਬਾਰਡਰ ਤੇ ਪਹਿਰਾ ਲੱਗਦਾ। ਇੱਥੇ ਰਾਤ ਨੂੰ ਤੁਸੀਂ ਯਕੀਨ ਮੰਨਿਓ, ਰਾਤ ਨੂੰ 12 ਵਜੇ ਸਾਰੇ ਸੰਗਤ ਪਈ ਹੁੰਦੀ ਹੈ, ਕੋਈ ਮਿਊਜ਼ਿਕ ਲਾ ਕੇ ਲੰਘ ਜਾਂਦਾ। ਸਾਨੂੰ ਨਹੀਂ ਪਤਾ ਕਿਉਂ ਕੌਣ ਲੰਘਦਾ, ਸਾਰੇ ਲੋਕ ਉੱਠ ਖੜ੍ਹਦੇ ਨੇ। ਵੀ ਰਾਤਾਂ ਨੂੰ ਆਪਾਂ ਟਿੱਕਰੀ ਬਾਰਡਰ ਤੇ ਵੀ ਪਹਿਰਾ ਲਾਉਣ ਦੀ ਕੋਸ਼ਿਸ਼ ਕਰੀਏ, ਵੀ ਜਿਹੜੀ ਕੋਈ ਸ਼ਰਾਰਤੀ ਅੰਸ਼ਰ ਕੋਈ ਗਲਤੀ ਨਾ ਕਰ ਪਾਏ। ਜੇ ਕੱਲ੍ਹ ਨੂੰ ਕਿਸੇ ਨੇ ਮਾੜੀ ਜੀ ਅੱਗੇ ਲਾਤੀ ਕੀ ਕਰਾਂਗੇ, ਸਾਰੇ ਹੀ ਜਾਵਾਂਗੇ ਆਪਾਂ ਤਾਂ। ਵੀ ਜਾਣੀ ਕਿ ਟਿੱਕਰੀ ਬਾਰਡਰ ਤੇ ਸੰਗਤ ਜ਼ਰੂਰ ਸਲਾਹ ਮਸ਼ਵਰਾ ਕਰੇ, ਇੱਥੇ ਪਹਿਰੇ ਲਾ ਕੇ ਇਹ ਰੋਡ ਰਾਤ ਨੂੰ ਜ਼ਰੂਰ ਬਲੌਕ ਰਹੇ। ਟਿੱਕਰੀ ਬਾਰਡਰ ਤੇ ਲੰਗਰਾਂ ਦੀ ਵੀ ਘਾਟ ਆ ਜੀ, ਪਾਣੀਆਂ ਦੀ ਵੀ, ਪੀਣ ਵਾਲੇ ਪਾਣੀ ਦੀ ਘਾਟ ਕਦੇ ਆ ਜਾਂਦੀ ਆ। ਕੋਈ ਵੀਰ ਇੱਦਾਂ ਨਾ ਸੋਚਣ ਵੀ ਜਿਵੇਂ ਸੋਕਾ ਹੀ ਪੈ ਗਿਆ, ਸੋਕਾ ਕੋਈ ਨਹੀਂ ਪਿਆ, ਪਰ ਪਾਣੀ ਦੀ ਪੀਣ ਵਾਲੀ ਮੁੱਢਲੀ ਲੋੜ ਆ ਇਨਸਾਨ ਦੀ। ਪਾਣੀ ਦੀ ਕਦੇ ਕਦੇ ਲੋੜ ਪੈ ਜਾਂਦੀ, ਕਿਉਂਕਿ ਸਾਡੇ ਕੋਲ ਲੰਗਰ 'ਚ ਨੌਜਵਾਨ ਆਉਂਦੇ ਨੇ ਵੀ ਸਾਡੇ ਕੋਲ ਪਾਣੀ ਨਹੀਂ ਹੈਗਾ। ਇੱਧਰ ਹਰ ਇੱਕ ਪ੍ਰਕਾਰ ਦੀ ਲੋੜ ਆ। ਵਾਸ਼ਿੰਗ ਮਸ਼ੀਨਾਂ ਲਾਈਆਂ ਜਾ ਸਕਦੀਆਂ ਨੇ ਕੱਪੜੇ ਧੋਣ ਵਾਲੀਆਂ। ਸਾਡੀ ਬੇਨਤੀ ਹੈ ਸੰਗਤ ਟਿੱਕਰੀ ਬਾਰਡਰ ਤੇ ਜ਼ਰੂਰ ਆਪਣੇ ਆਪਣੇ ਜੱਥੇ ਦੇ ਨਾਲ ਕਾਰਜ ਕਰਨ ਦੀ ਕੋਸ਼ਿਸ਼ ਕਰੇ ਜੀ। ਜਿੱਤ ਯਕੀਨੀ ਆ ਜੀ। ਸਿਰਫ ਇੱਕ ਉਹਨਾਂ ਦੀ ਜਿਹੜੀ ਧੌਣ 'ਚੋਂ ਕਿੱਲਾ ਨਾ ਜੀ, ਉਹ ਕਿੱਲਾ ਕੱਢਣਾ ਬਾਕੀ ਆ। ਹੁਣ ਜਥੇਬੰਦੀਆਂ ਤਾਂ ਆਪਣੇ ਕੋਲ ਹੈਗੀਆਂ ਜਿਹੜੇ ਸਾਰੇ ਚੰਗੇ ਕੰਮ ਕਰਦੇ ਨੇ, ਪਰ ਇੱਕ ਆਗੂ ਦੀ ਲੋੜ ਆ ਜੀ, ਜਿਹੜਾ ਇੱਕ ਆਗੂ ਸਾਰਿਆਂ ਨੂੰ ਜਿਹੜਾ ਇਹ ਕਹਿ ਸਕਦੇ ਨਾਲ ਤੋਰ ਸਕੇ ਜੀ। ਪਰ ਜੋ ਅੱਜ ਇਹ ਸਟੇਜ ਬਣਿਆ, ਇੱਕ ਮੌਕਾ ਬਣਿਆ, ਅਸੀਂ ਠੀਕ ਹੈ ਨਾ, ਆਪਾਂ ਕਹਿੰਦੇ ਵੀ ਧੌਣ ਤੇ ਗੋਡਾ ਰੱਖੀਏ। ਮੈਂ ਕਹਿੰਦਾ ਵੀ ਆਪਾਂ ਅੱਧਾ ਗੋਡਾ ਤਾਂ ਕੱਢਤਾ ਬਾਹਰ, ਠੀਕ ਹੈ ਜੀ, ਆਪਣਾ ਮੋਦੀ ਉਹਨਾਂ ਦੇ ਗਲ 'ਚੋਂ। ਪਰ ਆਪਾਂ ਨੂੰ ਦੀਪ ਸਿੱਧੂ ਤੇ ਲੱਖੇ ਸਿਧਾਣੇ ਵਰਗਿਆਂ ਦੇ ਨਾਲ ਹਮੇਸ਼ਾ ਰਹਿਣਾ ਚਾਹੀਦਾ। ਇਹ ਸੰਘਰਸ਼ ਕਿਤੇ ਉਹ ਦੋ ਬੰਦੇ ਬੇਗੌਰੇ ਹੋ ਗਏ, ਕਿਉਂਕਿ ਚਾਹੁੰਦੇ ਵੀ ਨੇ, ਸਾਡੇ ਹੀ ਬੰਦੇ ਚਾਹੁੰਦੇ ਨੇ ਵੀ ਉਹ ਨੇੜੇ ਨਾ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਹਾਂ। ਤੁਸੀਂ ਜਾਣਦੇ ਹੋ ਕਿ ਅਸੀਂ ਦਿੱਲੀ ਦੀ ਹਿੱਕ ਉੱਤੇ ਬੈਠੇ ਹਾਂ ਮੋਰਚੇ ਲਾ ਕੇ, ਪਰ ਕੇਂਦਰ ਸਰਕਾਰ ਹੈ, ਮੋਦੀ ਸਰਕਾਰ ਹੈ ਜੋ ਮੰਨਣ ਨੂੰ ਤਿਆਰ ਨਹੀਂ। ਅਮੈਂਡਮੈਂਟ ਕਰਨ ਵਾਸਤੇ ਤਿਆਰ ਹੈ, ਪਰ ਬਿੱਲ ਰੱਦ ਕਰਨ ਨੂੰ ਤਿਆਰ ਨਹੀਂ। ਕਿਸਾਨ ਜਥੇਬੰਦੀਆਂ ਆਪਣੀ ਜ਼ਿੱਦ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਅੜੇ ਹੋਏ ਸੀ, ਅੜੇ ਹੋਏ ਹਾਂ ਤੇ ਅੜੇ ਹੋਏ ਰਹਾਂਗੇ ਉਦੋਂ ਤੱਕ ਜਦੋਂ ਤੱਕ ਮੋਦੀ ਸਿਰ ਝੁਕਾ ਕੇ ਕਿਸਾਨ ਜਥੇਬੰਦੀਆਂ ਤੋਂ ਮਾਫੀ ਨਹੀਂ ਮੰਗਦਾ, ਬਿੱਲ ਰੱਦ ਨਹੀਂ ਕਰਵਾਉਂਦਾ। ਕੋਂਡਲੀ ਸਿੰਘੂ ਬਾਰਡਰ ਦਾ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਹਾਲ ਅਸੀਂ ਦਿਖਾਉਂਦੇ ਰਹੇ ਹਾਂ। ਇਸ ਵੇਲੇ ਅਸੀਂ ਖੜ੍ਹੇ ਹਾਂ ਟਿੱਕਰੀ ਬਾਰਡਰ ਦੇ ਉੱਤੇ, ਤੇ ਟਿੱਕਰੀ ਬਾਰਡਰ ਦਾ ਨਜ਼ਾਰਾ ਤੁਹਾਨੂੰ ਦਿਖਾਈਏ ਤੇ ਉਧਰ ਵੀ ਕਈ ਕਿਲੋਮੀਟਰ ਤੱਕ ਦਾ ਜਾਮ ਲੱਗਿਆ ਹੋਇਆ ਹੈ। ਟਰਾਲੀਆਂ ਐਵੇਂ ਹੀ ਆ, ਮਤਲਬ
ਕਹਿ ਸਕਦੇ ਹਾਂ ਸਾਡੇ ਘਰ ਹੁਣ ਸੜਕਾਂ ਉੱਤੇ ਬਣ ਗਏ ਆ ਤੇ ਪੰਜਾਬੀਆਂ ਨੂੰ ਵੈਸੇ ਕੋਈ ਫਰਕ ਨਹੀਂ ਪੈਂਦਾ। ਕੁਝ ਕਹਿਣਾ ਚਾਹੋਗੇ? ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ? ਕਿਹੜੇ ਪਿੰਡ ਤੋਂ ਆਏ ਹੋ? ਸਾਡਾ ਪਿੰਡ ਪੱਕਾ ਕਲਾਂ ਜ਼ਿਲ੍ਹਾ ਬਠਿੰਡਾ ਜੀ। ਜੀ। ਤੇ ਸਾਨੂੰ 5-6 ਦਿਨ ਹੋ ਗਏ, ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਾਂ ਜੀ। ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਅਸੀਂ ਇੱਥੇ ਡਟੇ ਰਹਾਂਗੇ ਜੀ। 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਨੇ ਤੇ ਕਾਲੇ ਕਾਨੂੰਨ ਮਤਲਬ ਹੁਣ ਜਿੱਦਾਂ ਕੇਂਦਰ ਸਰਕਾਰ ਬੜੇ ਤਰੀਕੇ ਦੇ ਨਾਲ ਕੁਝ ਕਹੀ ਜਾ ਰਹੀ ਹੈ, ਅੱਤਵਾਦ ਦੇ ਨਾਲ ਜੋੜਦੀ ਹੈ, ਵੱਖਵਾਦ ਦੇ ਨਾਲ ਜੋੜਦੀ ਹੈ। ਪਰ ਹੁਣ ਜਿੱਦਾਂ ਹਰਿਆਣਾ ਕਹਿ ਰਿਹਾ ਹੈ ਕਿ ਪੰਜਾਬ ਸਾਡਾ ਵੱਡਾ ਭਰਾ ਆ ਤੇ ਅਸੀਂ ਛੋਟੇ ਭਰਾ ਆ ਤੇ ਹੁਣ ਤਾਂ ਅਸੀਂ ਆਪਣੇ ਆਪ ਸਭ ਕੁਝ ਹੱਲ ਕਰ ਲੈਣਾ, ਉਹਦੇ ਬਾਰੇ ਕੀ ਸੋਚਦੇ? ਅਸੀਂ ਰਲ ਮਿਲ ਇੱਕੋ ਹੀ ਭਰਾ ਜੀ, ਰਲ ਮਿਲ ਕੇ ਹੱਲ ਕਰਾਂਗੇ, ਸਾਰੇ ਇਕੱਠੇ ਹੋ ਕੇ ਹੱਲ ਕਰਾਂਗੇ, ਸਾਰੇ ਮਤਲਬ ਸੂਬੇ, ਫੇਰ ਹੀ ਹੱਲ ਨਿਕਲੂਗਾ ਜੀ। ਪਰ ਸਿਆਸਤਦਾਨ ਜਿਹੜੇ ਨੇ ਉਹ ਗੰਦੀਆਂ ਚਾਲਾਂ ਚੱਲ ਰਹੇ ਨੇ, ਉਹਨਾਂ ਦਾ ਕੀ ਯਾਰ? ਉਹਨਾਂ ਨੂੰ ਅਸੀਂ ਬਣਨੇ ਨਹੀਂ ਦਿੰਦੇ ਜੀ। ਇੱਥੇ ਸਟੇਜਾਂ ਉੱਤੇ ਬੇਸ਼ੱਕ ਕਿਸਾਨ ਜਥੇਬੰਦੀਆਂ ਨਹੀਂ ਬਣਨ ਦਿੰਦੀਆਂ ਉਹਨਾਂ ਨੂੰ, ਚਾਹੇ ਅਕਾਲੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਝਾੜੂ ਹੋਵੇ, ਚਾਹੇ ਭਾਜਪਾ ਹੋਵੇ। ਪਰ ਇੱਕ ਚੀਜ਼ ਸੋਚਣ ਵਾਲੀ ਹੈ ਕਿ ਅੱਗੇ 2022 ਦੀਆਂ ਚੋਣਾਂ ਦੇ ਵਿੱਚ ਜੇ ਅਸੀਂ ਆਪਣੀ ਕੋਈ ਖੇਤਰੀ ਪਾਰਟੀ ਨਹੀਂ ਖੜੀ ਕੀਤੀ ਤਾਂ ਇਹਨਾਂ ਦਰਿੰਦਿਆਂ ਦੇ ਹੱਥ ਦੇ ਵਿੱਚ ਫਿਰ ਤੋਂ ਸਾਡੀ ਸਿਆਸਤ ਚੱਲ ਜਾਣੀ ਹੈ। ਇਸ ਦੇ ਉੱਤੇ ਸਾਨੂੰ ਸੋਚਣਾ ਪੈਣਾ। ਇਹ ਕਿਸਾਨ ਜਥੇਬੰਦੀਆਂ ਨੂੰ ਵੀ ਥੋੜ੍ਹਾ ਜਿਹਾ ਸਮਝਾਇਆ ਕਿ ਇਹ ਮੋਰਚਾ ਫਤਿਹ ਕਰਨ ਤੋਂ ਬਾਅਦ ਆਪਣੀ ਖੇਤਰੀ ਪਾਰਟੀ ਬਾਰੇ ਜ਼ਰੂਰ ਸੋਚਣ। ਬਹੁਤ ਬਹੁਤ ਧੰਨਵਾਦ। ਤੇ ਮੈਂ ਉਹੀ ਗੱਲ ਕਹਿ ਰਿਹਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਵੱਲ ਸਾਨੂੰ ਆਪ ਧਿਆਨ ਦੇਣਾ ਬਣਦਾ ਹੈ। ਆਪਣਾ ਫਰਜ਼ ਸੇਵਾ ਸੁਸਾਇਟੀ ਪਟਿਆਲਾ ਪਿੰਡ ਲਚਕਾਣੀ, ਮੈਂ ਇਹ ਪਾਲ ਖਰੋੜ ਵੀਰ ਨੇ ਜਿਨ੍ਹਾਂ ਨੇ ਦਿਲੋਂ ਸੇਵਾ ਕਰਨੀ ਸ਼ੁਰੂ ਕੀਤੀ। ਜਿਹਦਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਗੁਰਪ੍ਰੀਤ ਸਿੰਘ ਮਿੰਟੂ ਵੀਰ ਜਿੱਦਾਂ ਲੁਧਿਆਣਾ ਦੇ ਵਿੱਚ ਕਰਦੇ ਨੇ, ਉੱਦਾਂ ਹੀ ਪਾਲ ਵੀਰ ਹੈ ਜਿਨ੍ਹਾਂ ਦੇ ਕੋਲ ਮੈਂ ਪਰਸਨਲੀ ਲਚਕਾਣੀ ਵੀ ਜਾ ਕੇ ਆਇਆ, ਵਿਜ਼ਿਟ ਕਰਕੇ ਆਇਆ। ਲਚਕਾਣੀ ਵੀ ਗੱਲ ਕਰਕੇ ਤੁਹਾਨੂੰ ਉਹ ਵੀ ਸ਼ੋਅ ਦਿਖਾਇਆ ਆ ਕਿ ਕਿੱਦਾਂ ਜਿਹੜੇ ਲੋਕਾਂ ਨੂੰ ਕੋਈ ਨਹੀਂ ਜਾਣਦਾ, ਕੋਈ ਨਹੀਂ ਪਛਾਣਦਾ, ਜੋ ਵੱਧ ਤੋਂ ਬੱਤਰ ਹਾਲਾਤਾਂ ਦੇ ਵਿੱਚ ਰਹਿ ਰਹੇ ਹੁੰਦੇ ਨੇ, ਜ਼ਿੰਦਗੀ ਮਰ ਕੇ ਜੀਣ ਦੇ ਉੱਤੇ ਮਜਬੂਰ ਹੋਏ ਹੁੰਦੇ ਨੇ, ਉਹਨਾਂ ਨੂੰ ਅਜਿਹੇ ਵੀਰ ਸਾਂਭਦੇ ਨੇ। ਬੇਸ਼ੱਕ ਗੱਲ ਭਾਈ ਗੁਰਪ੍ਰੀਤ ਸਿੰਘ ਮਿੰਟੂ ਦੀ ਹੋਵੇ, ਵੀਰ ਪਾਲ ਖਰੋੜ ਦੀ ਹੋਵੇ, ਇਹ ਉਹ ਭਰਾ ਨੇ ਬਾਬੇ ਨਾਨਕ ਦੇ, ਉਹ ਦੂਤ ਨੇ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਇਹ ਕਹਿ ਸਕਦੇ ਹਾਂ ਕਿ ਬੀੜਾ ਚੁਕਵਾਇਆ ਆ, ਇਹ ਡਿਊਟੀ ਦਿੱਤੀ ਹੈ, ਇਹ ਸੇਵਾ ਦਿੱਤੀ ਹੈ ਵੀ ਜਿਹਨਾਂ ਦਾ ਕੋਈ ਨਹੀਂ ਨਾ, ਜਿਹਨਾਂ ਨੂੰ ਕੋਈ ਨਹੀਂ ਲੱਭਦਾ ਆਪਣਾ, ਉਹਨਾਂ ਦੇ ਤੁਸੀਂ ਆਪਣੇ ਬਣ ਕੇ ਉਹਨਾਂ ਨੂੰ ਛਾਤੀ ਨਾਲ ਲਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਪਾਲਵੀਰ ਕੀ ਹਾਲ ਚਾਲ? ਚੜ੍ਹਦੀ ਕਲਾ ਵੀਰ ਜੀ, ਐਨ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ। ਲਚਕਾਣੀ ਦੇ ਵਿੱਚ ਤਾਂ ਸੇਵਾ ਚੱਲ ਹੀ ਰਹੀ ਹੈ। ਆਈ ਥਿੰਕ 20-25 ਤੁਹਾਡੇ ਕੋਲ ਉੱਥੇ ਹੈਗੇ ਨੇ ਅਜਿਹੇ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਸੀ, ਜਿਨ੍ਹਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਸੀ, ਕੀੜੇ ਪਏ ਹੋਏ ਸੀ ਜਿਨ੍ਹਾਂ ਦੇ, ਤੇ ਬਹੁਤ ਘੱਟ ਲੋਕਾਂ 'ਚ ਅਜਿਹੀ ਹਿੰਮਤ ਹੁੰਦੀ ਆ। ਅਸੀਂ ਅਕਸਰ ਅਗਰ ਕੋਈ ਵੀਡੀਓ ਇੱਦਾਂ ਦੀ ਆ ਵੀ ਜਾਵੇ ਨਾ ਸਾਹਮਣੇ ਜਿੱਥੇ ਕੀੜੇ ਕਿਸੇ ਦੇ ਪਏ ਹੋਣ, ਤਾਂ ਅਸੀਂ ਜਾਂ ਤਾਂ ਉਹ ਵੀਡੀਓ ਇੱਕਦਮ ਅੱਖਾਂ ਤੋਂ ਪਰੇ ਕਰ ਦਿੰਦੇ ਹਾਂ ਤੇ ਜਾਂ ਅਸੀਂ ਐਵੇਂ ਫੀਲ ਕਰਦੇ ਹਾਂ ਕਿ ਜਿੱਦਾਂ ਪਤਾ ਨਹੀਂ ਕੀ ਹੋ ਗਿਆ, ਸਾਡਾ ਤਾਂ ਮਨ ਹੀ ਖਰਾਬ ਹੋ ਗਿਆ। ਪਰ ਪਰਮਾਤਮਾ ਨੇ ਇਸ ਵੀਰ ਦੀ ਅਜਿਹੀ ਡਿਊਟੀ ਲਾਈ ਹੈ। ਇਹ ਵੀਰ ਹੱਥ ਦੇ ਨਾਲ ਕੀੜੇ ਆਪ ਸਾਫ਼ ਕਰਦਾ, ਇਹਦੀ ਪੂਰੀ ਟੀਮ। ਤੇ ਮੈਂ ਜਾ ਕੇ ਲਚਕਾਣੀ ਵੀ ਦੇਖ ਕੇ ਆਇਆ ਸੀ। ਅਸੀਂ ਉੱਥੇ ਵੀ ਇੱਕ ਸੁਪਨਿਆਂ ਦਾ ਮਹਿਲ ਬਣਾ ਰਹੇ ਹਾਂ ਤੇ ਇਹ ਸੰਗਤ ਦੇ ਸਹਿਯੋਗ ਤੋਂ ਬਿਨਾਂ ਬਹੁਤ ਔਖਾ ਹੈ। ਹੌਲੀ ਹੌਲੀ ਕਰਕੇ ਜਿੰਨੇ ਵੀ ਬਾਹਰੋਂ NRI ਵੀਰ ਬੈਠੇ ਹੋਏ ਸਾਨੂੰ ਸਪੋਰਟ ਕਰਦੇ ਆ, ਅਸੀਂ ਵੀ ਅੱਗਿਓਂ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ। ਤੇ ਉਹ ਸੇਵਾ ਜਿੱਦਾਂ ਤੁਸੀਂ ਪਹੁੰਚਾਓਗੇ ਸਿੱਧੇ ਤੌਰ ਤੇ, ਅਸਿੱਧੇ ਤੌਰ ਤੇ, ਜਿੱਦਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਸਾਧ ਸਕਦੇ ਹੋ, ਸਕਰੀਨ ਦੇ ਉੱਤੇ ਨੰਬਰਸ ਫਲੈਸ਼ ਹੋ ਹੀ ਰਹੇ ਨੇ। ਤੇ ਪਾਲ ਵੀਰ ਦਾ ਵੀ ਨੰਬਰ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ ਹੈ, ਤੁਸੀਂ ਉਹਨਾਂ ਨੂੰ ਵੀ ਸੰਪਰਕ ਕਰ ਸਕਦੇ ਹੋ। ਪਰ ਮੈਂ ਫਿਰ ਵੀ ਇਹ ਕਹਾਂਗਾ ਕਿ ਵੀ ਤੁਸੀਂ ਆਪ ਪਹੁੰਚ ਕੇ ਜਿਹੜਾ ਚੀਜ਼ਾਂ ਦੀ ਲੋੜ ਹੈ ਉਹ ਚੀਜ਼ਾਂ ਲੈ ਕੇ ਪਹੁੰਚਾਓ, ਆਪਣੇ ਕਿਸੇ ਰਿਸ਼ਤੇਦਾਰ ਨੂੰ ਭੇਜੋ ਅਗਰ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਹੋ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਅਕਲੀ ਕੀਚੈ ਦਾਨ। ਤੇ ਜਦੋਂ ਤੁਸੀਂ ਕਿਸੇ ਆਪਣੇ ਨੂੰ ਭੇਜਦੇ ਹੋ, ਰਿਸ਼ਤੇਦਾਰ ਨੂੰ ਭੇਜਦੇ ਹੋ, ਆਪ ਉਹ ਚੀਜ਼ ਦੇ ਬਾਰੇ ਪੁੱਛਦੇ ਹੋ ਕਿ ਕਿਸ ਚੀਜ਼ ਦੀ ਸੰਸਥਾ ਨੂੰ ਲੋੜ ਹੈ, ਆਪਣਾ ਫਰਜ਼ ਸੇਵਾ ਸੁਸਾਇਟੀ ਨੂੰ ਕਿਸ ਚੀਜ਼ ਦੀ ਲੋੜ ਹੈ, ਉਹ ਚੀਜ਼ ਉੱਥੇ ਮੁਹੱਈਆ ਹੁੰਦੀ ਹੈ। ਤੇ ਤੁਸੀਂ ਆਪ ਆਪਣੇ ਹੱਥੀਂ ਉਹ ਚੀਜ਼ ਦੇ ਕੇ ਉੱਥੇ ਆਉਂਦੇ ਹੋ ਤੇ ਉਹਨਾਂ ਰੂਹਾਂ ਦੇ ਵੀ ਦਰਸ਼ਨ ਕਰਦੇ ਹੋ ਜਿਹੜੀਆਂ ਕਦੀ ਮਰਨ ਦੀ ਕਗਾਰ ਦੇ ਉੱਤੇ ਸੀਗੀਆਂ ਤੇ ਅੱਜ ਉਹ ਰੂਹਾਂ ਤੰਦਰੁਸਤ ਨੇ, ਉਹਨਾਂ ਦੇ ਘਰ ਲੱਭੇ ਜਾ ਰਹੇ ਨੇ, ਐਡਰੈਸ ਲੱਭੇ ਜਾ ਰਹੇ ਨੇ। ਪਰ ਇਸ ਵੇਲੇ ਅਸੀਂ ਟਿੱਕਰੀ ਬਾਰਡਰ ਦਿੱਲੀ ਦੀ ਹਿੱਕ ਤੇ ਬੈਠੇ ਹਾਂ ਤੇ ਇੱਥੇ ਚਾਹ ਲੰਗਰ ਦੀ ਸੇਵਾ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਹੈ। ਟਿੱਕਰੀ ਬਾਰਡਰ ਉੱਤੇ ਕਦੋਂ ਆਏ ਵੀਰ ਤੁਸੀਂ? ਸਾਨੂੰ ਵੀਰ ਜੀ ਹੋ ਗਏ, ਅਸੀਂ ਪਹਿਲਾਂ ਆਉਂਦੇ ਸੀ ਵੀਰ ਜੀ, ਆ ਕੇ ਹਾਜ਼ਰੀ ਲਵਾ ਕੇ ਚਲੇ ਜਾਂਦੇ ਸੀ
ਤੇ ਜਦੋਂ ਸਾਨੂੰ ਉੱਥੋਂ ਸਿੰਘੂ ਬਾਰਡਰ ਤੋਂ ਪਤਾ ਲੱਗਿਆ ਵੀ ਜਿਹੜਾ ਟਿੱਕਰੀ ਬਾਰਡਰ ਆ ਜੀ ਵੀ ਇੱਥੇ ਲੰਗਰ ਦੀ ਬਹੁਤ ਜ਼ਿਆਦਾ ਘਾਟ ਆ, ਪਾਣੀ ਦੀ ਬਹੁਤ ਜ਼ਿਆਦਾ ਘਾਟ ਆ, ਫਿਰ ਅਸੀਂ 12 ਤਰੀਕ ਨੂੰ ਵੀਰ ਜੀ ਦੁਬਾਰਾ ਇੱਥੇ ਆਏ, ਸਾਰਾ ਟੈਂਟ ਦਾ ਸਮਾਨ ਖਰੀਦ ਕੇ, ਜੋ ਖਾਣ ਦੀਆਂ ਰਸਦਾਂ ਸੀਗੀਆਂ, ਪੱਠੀਆਂ, ਸਾਰਾ ਕੁਝ ਲੈ ਕੇ 12 ਤਰੀਕ ਨੂੰ ਆਏ ਆ। ਹੁਣ ਅੱਗੇ ਉਨਾ ਚਿਰ ਆ ਵੀਰ ਜੀ ਜਿੰਨਾ ਚਿਰ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨਗੇ, ਆਪ ਹੱਥ ਦੇ ਕੇ ਸੇਵਾ ਜਾਰੀ ਰੱਖਣਗੇ ਜੀ। ਜੀ, ਤੇ ਇਸ ਦੇ ਵਿੱਚ ਵੀ ਸਾਨੂੰ ਇੱਕ ਚੀਜ਼ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਇਹ ਜਿਹੜਾ ਮੋਰਚਾ ਲੱਗਿਆ ਆ, ਇਹ ਉਸ ਪਰਮਾਤਮਾ ਦੀ, ਜਿੱਦਾਂ ਮੈਂ ਪਹਿਲਾਂ ਵੀ ਕਹਿਣਾ, ਕਲਾ ਵਰਤੀ ਹੈ। ਇਹ ਉਸ ਪਰਮਾਤਮਾ ਨੇ ਆਪ ਮੁਹਾਰੇ ਲਗਾਇਆ, ਪਰ ਕੁਝ ਵਿਕਾਊ ਮੀਡੀਆ, ਨੈਸ਼ਨਲ ਮੀਡੀਆ ਅਜਿਹਾ ਹੈ ਜੋ ਬੜੇ ਤਰ੍ਹਾਂ ਦੇ ਭਰਮ ਫੈਲਾ ਰਿਹਾ ਹੈ। ਕੁਝ ਸਰਕਾਰ ਦੇ ਹੀ ਦਲਾਲ ਅਜਿਹੇ ਪ੍ਰੋਜੈਕਟ ਕੀਤੇ ਹੋਏ ਨੇ ਜਿਹੜੇ ਨੈਸ਼ਨਲ ਮੀਡੀਆ ਉੱਤੇ ਜਾ ਕੇ ਅਜਿਹੀਆਂ ਅਫਵਾਹਾਂ ਵੀ ਫੈਲਾ ਰਹੇ ਨੇ, ਤੇ ਸਾਡੇ ਵਿੱਚ ਵੀ ਵੜ ਕੇ ਘੁੰਮ ਕੇ ਸਾਡੇ ਕੁਝ ਪੰਥਕ ਅਖਵਾਉਣ ਵਾਲੇ ਚੈਨਲਾਂ ਦੇ ਉੱਤੇ ਵੀ ਇਹ ਗੱਲਾਂ ਕਹਿ ਰਹੇ ਨੇ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋ ਸਕਦੀ ਹੈ, ਗੋਲੀਬਾਰੀ ਵੀ ਹੋ ਸਕਦੀ ਹੈ, ਆਰਮੀ ਲਗਾਤੀ, BSF ਲਗਾਤੀ, ਕੁੱਟਮਾਰ ਹੋ ਸਕਦੀ ਹੈ, ਲਾਠੀਆਂ ਚੱਲ ਸਕਦੀਆਂ ਨੇ। ਬੀਤੇ ਦਿਨੀ ਸਿਰਸਾ ਦਾ ਬੜਾ ਬਿਆਨ ਆਇਆ ਸੀਗਾ ਕਿ ਜੀ ਇੰਨੀਆਂ 600 ਟਰਾਲੀਆਂ ਰੋਕਤੀਆਂ, ਮੈਂ ਛੁਡਵਾਈਆਂ, ਲਾਠੀ ਚਾਰਜ ਹੋ ਸਕਦਾ ਸੀ, ਕੁੱਟਿਆ ਗਿਆ। ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ ਨੇ ਕਿ ਆਖਿਰ ਮਨਜਿੰਦਰ ਸਿੰਘ ਸਿਰਸਾ ਹੈ ਕੌਣ, ਉਸ ਨੂੰ ਕਿਹਨੇ ਪ੍ਰੋਜੈਕਟ ਕਰਵਾਇਆ ਸੀ? BJP ਤੋਂ ਆਇਆ ਸੀ, ਅਕਾਲੀਆਂ ਦੇ ਨਾਲ ਉਹਨੇ ਗੱਠਜੋੜ ਕੀਤਾ, ਉਸ ਤੋਂ ਬਾਅਦ BJP ਦੇ ਨਾਲ ਗੱਠਜੋੜ ਟੁੱਟਿਆ ਤਾਂ ਉਹਨੂੰ ਲੱਗਿਆ DSGMC ਤਾਂ ਮੈਂ ਪ੍ਰਧਾਨ ਆ, ਜੇ ਭਾਜਪਾ ਵੱਲ ਹੋਇਆ ਤਾਂ DSGMC ਮੇਰੇ ਹੱਥੋਂ ਜਾਣੀ ਹੈ ਤਾਂ ਬੈਟਰ ਅਕਾਲੀਆਂ ਵੱਲ ਹੀ ਹੋ ਜਾ। ਤੇ ਉਹ ਬੰਦਾ ਅਗਰ ਪੁੱਠੀਆਂ ਸਿੱਧੀਆਂ ਗੱਲਾਂ ਕਹਿੰਦਾ, ਸਾਨੂੰ ਉਹਦੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਇਸ ਮੋਰਚੇ ਦੇ ਉੱਤੇ ਆਹ ਵੀਰ ਬੈਠੇ ਨੇ, ਅਸੀਂ ਇੰਨੇ ਦਿਨਾਂ ਤੋਂ ਲਗਾਤਾਰ ਕਵਰੇਜ ਕਰ ਰਹੇ ਹਾਂ। ਪੁਲਿਸ ਵਾਲਿਆਂ ਨਾਲ ਅਸੀਂ BSF ਨਾਲ ਸਿੱਧੀ ਗੱਲ ਕੀਤੀ ਹੈ, ਉਹ ਆਪ ਕਹਿੰਦੇ ਨੇ ਵੀ ਭਾਈ ਅਸੀਂ ਤਾਂ ਇਹਨਾਂ ਦੀ ਰਖਵਾਲੀ ਵਾਸਤੇ ਖੜੇ ਹਾਂ। ਤੇ ਉਹ ਵੀ ਤੁਹਾਨੂੰ ਸੀਨ ਦਿਖਾ ਦਿੱਤਾ ਸੀਗਾ ਮੈਂ, ਜਦੋਂ ਹਰਿਆਣੇ ਦੇ ਜਾਟਾਂ ਨੇ ਇਹ ਕਿਹਾ ਸੀ ਵੀ ਸਾਡੇ ਆਪਣੇ ਖੜੇ ਨੇ, ਵੀ ਜੇ ਇਹ ਤੁਰੇ ਦਿੱਲੀ ਵੱਲ ਨੂੰ ਤਾਂ ਬੰਦੂਕਾਂ ਇਹਨਾਂ ਦੀਆਂ ਦਿੱਲੀ ਵੱਲ ਨੂੰ ਹੋਣਗੀਆਂ, ਸਾਡੇ ਵੱਲ ਨੂੰ ਕਿਸ ਦੀ ਬੰਦੂਕ ਨਹੀਂ ਹੋ ਸਕਦੀ। ਇਹਨਾਂ ਮੋਰਚਿਆਂ ਦੇ ਉੱਤੇ ਜਿੱਦਾਂ ਸੰਗਤ ਆ ਰਹੀ ਹੈ, ਤੇ ਹੁਣ ਇੱਕ ਚੀਜ਼ ਹੋਰ ਦੇਖੀ ਜਾ ਰਹੀ ਹੈ, ਕਹਿੰਦੇ ਕਿ ਹਰਿਆਣੇ ਵਾਲਿਆਂ ਨੇ ਤਾਂ ਕਦੀ ਪੰਜਾਬੀ ਅਸਲ ਦੇਖਿਆ ਹੀ ਨਹੀਂ ਸੀ। ਹੁਣ ਤੁਸੀਂ ਸਾਰਾ ਦਿਨ ਸੰਗਤ ਤੁਹਾਡੇ ਕੋਲ ਆਉਂਦੀ ਹੈ ਲੰਗਰ ਵਾਸਤੇ, ਕਿੰਨੇ ਕੀ ਇੱਥੇ ਮਤਲਬ ਆਪਣੇ ਪੰਜਾਬੀ ਲੋਕ ਤੁਹਾਡੇ ਕੋਲ ਆਉਂਦੇ ਨੇ, ਕਿੰਨੇ ਕੀ ਲੋਕਲ ਹਾਈਟਸ ਆਉਂਦੇ ਨੇ? ਵੀਰ ਜੀ ਜਿਹੜੇ ਲੋਕਲ ਤੁਸੀਂ ਦਿੱਲੀ ਦੇ ਦੇਖੋ, ਲੋਕਲ ਤਾਂ ਵੀਰ ਜੀ ਬਹੁਤ ਘੱਟ ਨੇ ਜੀ। ਤੁਹਾਨੂੰ ਇੱਕ ਅਸੀਂ ਗੱਲ ਦੱਸ ਦਿੰਦੇ ਸੰਗਤ ਜੀ, ਇਹ ਜਿੱਦਾਂ ਕਹਿ ਸਕਦੇ ਆ ਇੰਨਾ ਜ਼ਿਆਦਾ ਇਹ ਸੈੱਲ ਮਜ਼ਬੂਤ ਹੋ ਚੁੱਕਿਆ। ਇੱਕ ਅਸੀਂ ਨਾਮ ਤਾਂ ਨਹੀਂ ਲਵਾਂਗੇ, ਇੱਕ ਵੀਰ ਨਾ ਜੀ ਹੋਰ ਕਿਤੇ ਬਾਰਡਰ ਤੇ ਦਿੱਲੀ ਵਾਲੇ ਵੀਰ ਮਿਲਣ ਗਏ ਇੱਦਾਂ ਸਿੰਘਾਂ ਨੂੰ ਜਿੱਦਾਂ ਆਪਾਂ ਬੈਠੇ ਹਾਂ ਜੀ, ਤੇ ਉਹਨਾਂ ਦੀ ਗੱਡੀ ਦਾ ਨੰਬਰ ਨੋਟ ਕੀਤਾ ਗਿਆ ਜੀ, ਤੇ ਉਹਨਾਂ ਦੇ ਘਰੇ ਇਨਕਮ ਟੈਕਸ ਦੀ ਰੇਡ ਮਰਵਾਈ ਜਾਂਦੀ ਹੈ ਵੀ ਤੁਸੀਂ ਉਹ ਮੋਰਚੇ 'ਚ ਗਏ ਕਿਉਂ। ਸਾਡੇ ਕੋਲੇ ਦਿੱਲੀ ਤੋਂ ਇੱਕ ਵੀਰ ਆਏ ਸੀ, ਸੇਵਾ ਕਰਕੇ ਗਏ ਨੇ ਜੀ, ਉਰੇ ਸਾਨੂੰ ਰਸਦ ਦਬਾ ਕੇ ਗਏ ਨੇ। ਉਹ ਟ੍ਰੇਨ ਦੇ ਵਿੱਚ ਆਏ ਸੀ ਜੀ ਵੀ ਸਾਨੂੰ ਕਿਤੇ ਪ੍ਰੋਬਲਮ ਨਾ ਆ ਜੇ। ਉਹ ਕਹਿੰਦੇ ਸਾਡੇ ਬੱਚੇ ਵੀ ਡਿਊਟੀਆਂ ਕਰਦੇ ਨੇ ਵੀ ਸਾਨੂੰ ਪ੍ਰੋਬਲਮ ਨਾ ਆਵੇ। ਜਾਣੀ ਕਿ ਦਿੱਲੀ ਵਾਲੇ ਵੀਰਾਂ ਦੇ ਵਿੱਚ ਇਹ ਅਫਵਾਹ ਵੀਰ ਜੀ ਵੀ ਆਪਾਂ ਇੱਥੇ ਪੇਡ ਬੈਠੇ ਹਾਂ, ਵੀ ਆਪਾਂ ਦਿਹਾੜੀ ਤੇ ਆਏ ਹਾਂ ਜੀ। ਉਹਨਾਂ ਦੇ ਵਿੱਚ ਅਸੀਂ ਗੱਡੀ ਧਵਾਉਣ ਗਏ ਸੀ ਇੱਕ ਦਿਨ ਬਾਜ਼ਾਰ ਦੇ ਵਿੱਚ ਜੀ, ਉਹ ਸਾਨੂੰ ਇੱਦਾਂ ਕਹਿੰਦੇ ਨੇ ਵੀ ਕੀ ਬਣੂਗਾ ਇੱਥੇ। ਤਾਂ ਜਦੋਂ ਸਾਨੂੰ ਉਹਨਾਂ ਨੇ ਕਿਹਾ ਨਾ ਵੀ ਇਹ ਜਿਹੜੇ ਉਰੇ ਨੇ, ਕਹਿੰਦੇ ਤਾਂ 1 ਲੱਖ ਬੰਦਾ ਹੀ ਆ, ਬਾਕੀ ਤਾਂ ਕਿਸਾਨ ਸਾਰੇ ਖੁਸ਼ ਨੇ, ਕਹਿੰਦੇ ਵੀ ਇੱਥੇ ਤਾਂ 1 ਲੱਖ ਬੰਦਾ ਹੀ ਬੈਠਾ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜੀ 96,000 ਤਾਂ ਅੱਜ ਤੋਂ 1 ਹਫ਼ਤਾ ਪਹਿਲਾਂ ਟਰੈਲੀ ਖੜੀ ਸੀ ਟਿੱਕਰੀ ਬਾਰਡਰ ਤੇ, ਤਾਂ ਜੇ ਇੱਕ ਟਰੈਲੀ 'ਚ 15 ਬੰਦੇ ਲਾਈਏ ਕਿੱਥੇ ਕੀ ਗੱਲ, ਹਿਸਾਬ ਲਾ ਲਓ ਜੀ। ਯਾਨੀ ਕਿ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਵੀਰ ਜੀ, ਵੀ ਕਿਸਾਨ ਤਾਂ ਬਹੁਤ ਖੁਸ਼ ਨੇ, ਤੇ ਕਿਸਾਨ ਤਾਂ ਹਨਾ ਇੰਨੇ ਜ਼ਿਆਦਾ ਖੁਸ਼ ਨੇ ਵੀ ਇੱਕ ਕਿਸਾਨਾਂ ਕੋਲ ਐਡੇ ਐਡੇ ਮੋਬਾਈਲ, ਜਾਂ ਵੀ ਇਹ ਕਿਸਾਨ ਨਹੀਂ ਹੋ ਸਕਦੇ, ਵੀ ਇਹ ਖਾਲਿਸਤਾਨੀ ਜਾਂ ਕੁਛ ਇੱਦਾਂ ਦੀਆਂ ਗੱਲਾਂ ਹਨਾ ਜੀ। ਪਰ ਨੇੜੇ ਦੇ ਵੀਰਾਂ ਤੋਂ ਸਾਨੂੰ ਕੋਈ ਸਹਿਯੋਗ ਨਹੀਂ। ਇਹਨਾਂ ਨੇ ਉਹੀ ਸੋਚਿਆ ਸੀ ਨਾ ਕਿ ਹਜੇ ਤੱਕ ਇਹਨਾਂ ਨੇ ਕਿਸਾਨਾਂ ਨੂੰ ਅਨਪੜ੍ਹਤਾ ਦੇ ਨਾਲ ਜੋੜ ਕੇ ਦੇਖਿਆ ਸੀ, ਕਿ ਅਨਐਜੂਕੇਸ਼ਨ ਦੇ ਨਾਲ ਜੋੜ ਕੇ ਦੇਖਿਆ ਸੀ, ਪਰ ਇਹ ਭੁੱਲ ਗਏ ਸੀ ਕਿ ਇਹਨਾਂ 73 ਸਾਲਾਂ ਦੇ ਵਿੱਚ ਬੇਸ਼ੱਕ ਇਹਨਾਂ ਨੇ ਜਿੰਨਾ ਮਰਜ਼ੀ ਪੰਜਾਬ ਦੀਆਂ ਬੇੜੀਆਂ 'ਚ ਬੱਟੇ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਅੱਜ ਦਾ ਕਿਸਾਨ ਤੇ ਉਹਦਾ ਪੁੱਤ ਪੜ੍ਹਿਆ ਲਿਖਿਆ ਹੋ ਗਿਆ ਹੈ, ਡਿਜੀਟਲ ਹੋ ਗਿਆ ਹੈ। ਬਿਲਕੁਲ ਬਿਲਕੁਲ ਵੀਰ ਜੀ, ਇਹ ਬਹੁਤ ਇੱਥੇ ਆ ਕੇ ਨਾ ਮਾਣ ਵਾਲੀ ਗੱਲ ਆ ਵੀਰ ਜੀ, ਬੜੀ ਚੜ੍ਹਦੀ ਕਲਾ ਹੋਈ ਪਈ ਆ ਜੀ। ਪਹਿਲਾਂ ਆਪਾਂ ਨੂੰ ਸਰਕਾਰਾਂ ਹੀ ਲੜਾਉਂਦੀਆਂ ਨੇ, ਸਾਰੀ ਸੰਗਤ ਵੀ ਦੇਖ ਰਹੀ ਆ। ਹੁਣ ਤੁਸੀਂ ਇਹ ਦੇਖ ਲਓ ਹਰਿਆਣੇ ਤੇ ਪੰਜਾਬ ਦਾ ਵੀਰ ਜੀ ਕਿੰਨਾ ਪਿਆਰ ਆ ਜੀ। ਇੱਥੇ ਇੱਕ ਪੰਜਾਬੀ ਨੇ ਗੱਲ ਸੁਣਾਈ, ਕਹਿੰਦਾ ਅਸੀਂ ਪੰਜਾਬ ਦੇ ਵਿੱਚ ਪਾਣੀ ਨਾਲ ਮੂੰਹ ਧੋਂਦੇ ਤੇ ਸਾਨੂੰ ਹਰਿਆਣੇ ਵਾਲਿਆਂ ਨੇ ਦੁੱਧ ਨਾਲ ਧੋਣ ਲਾਤਾ। ਸਾਡੇ ਕੋਲੇ ਦੁੱਧ ਦੀ ਸੇਵਾ ਹਰਿਆਣਾ ਕਰਦਾ ਜੀ, ਸਾਨੂੰ ਸਰਕਾਰਾਂ ਲੜਾਉਂਦੀਆਂ ਨੇ। ਉਸ ਤੋਂ ਪਹਿਲਾਂ ਆਪਾਂ ਨੂੰ ਜ਼ਮੀਨਾਂ ਦੀ ਲੋੜ ਆ, ਪਾਣੀ ਦੇ ਮੁੱਦੇ ਬਾਅਦ ਦੀ ਗੱਲ ਆ। ਇਹ ਸਰਕਾਰਾਂ ਰਾਜਨੀਤੀ ਕਰਨ ਦੀਆਂ ਮਾਰੀਆਂ ਆਪਾਂ ਨੂੰ ਲੜਾਉਂਦੀਆਂ ਨੇ। ਇਹ ਸੰਘਰਸ਼ ਦੇ ਵਿੱਚ ਵੀ ਬਹੁਤ ਰਾਜਨੀਤੀ ਹੋਊਗੀ ਜੀ, ਬੜੇ ਤਰ੍ਹਾਂ ਦੇ ਬਿਆਨ ਆਉਣਗੇ, ਪਰ ਇਸ ਸੰਘਰਸ਼ ਦੇ ਵਿੱਚ ਹਰੇਕ ਨੌਜਵਾਨ ਦਾ ਦੇਖੋ, ਅਸੀਂ ਸੰਸਥਾ ਵੱਲੋਂ ਸਾਡੇ ਕੋਲ ਵੀ ਸਮੇਂ ਦੀ ਘਾਟ ਸੀਗੀ, ਪਰ ਇੱਥੇ ਆਉਣਾ ਫਰਜ਼ ਸੀਗਾ। ਜੇ ਨਾ ਆਉਂਦੇ ਨਾ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਕੀ ਮੂੰਹ ਦਿਖਾਉਂਦੇ ਵੀ ਯਾਰ ਆਪਾਂ ਸੰਘਰਸ਼ 'ਚ ਕਿਉਂ ਨਹੀਂ ਸ਼ਾਮਲ ਹੋਏ। ਸਾਡੀ ਬੇਨਤੀ ਜਿਹੜੇ ਨੌਜਵਾਨ ਹਜੇ ਵੀ ਪਿੰਡਾਂ 'ਚ ਬੈਠੇ ਨੇ, ਉਹ ਸੰਸਥਾਵਾਂ ਨਾਲੋਂ ਜਾਂ ਹੋਰ
ਹੋਰ ਕਿਸੇ ਕੰਮ ਨਾਲੋਂ ਜ਼ਿਆਦਾ ਜ਼ਰੂਰੀ ਇੰਨੇ ਬਿਜ਼ੀ ਨਹੀਂ ਹੈਗੇ। ਇੱਕ ਵਾਰੀ 2 ਦਿਨ 4 ਦਿਨ 5 ਦਿਨ ਸੰਘਰਸ਼ 'ਚ ਜ਼ਰੂਰ ਆਓ ਟਿੱਕਰੀ ਬਾਰਡਰ ਤੇ। ਇੱਕ ਅਸੀਂ ਗੱਲ ਕਹਿਣਾ ਚਾਹੁੰਦੇ ਹਾਂ ਹੋਰ, ਜਿਹੜੇ ਰਾਤਾਂ ਨੂੰ ਨੌਜਵਾਨ ਨੇ ਉਹ ਰਾਤਾਂ ਨੂੰ ਥੋੜ੍ਹਾ ਜਿਹਾ ਪਰਹੇਜ਼ ਕਰੀਏ। ਆਪਾਂ ਟਿੱਕਰੀ ਬਾਰਡਰ ਤੇ ਪਹਿਰੇ ਵੀ ਲਾਈਏ, ਜਿਵੇਂ ਸਿੰਘੂ ਬਾਰਡਰ ਤੇ ਪਹਿਰਾ ਲੱਗਦਾ। ਇੱਥੇ ਰਾਤ ਨੂੰ ਤੁਸੀਂ ਯਕੀਨ ਮੰਨਿਓ, ਰਾਤ ਨੂੰ 12 ਵਜੇ ਸਾਰੇ ਸੰਗਤ ਪਈ ਹੁੰਦੀ ਹੈ, ਕੋਈ ਮਿਊਜ਼ਿਕ ਲਾ ਕੇ ਲੰਘ ਜਾਂਦਾ। ਸਾਨੂੰ ਨਹੀਂ ਪਤਾ ਕੌਣ ਲੰਘਦਾ, ਸਾਰੇ ਲੋਕ ਉੱਠ ਖੜ੍ਹਦੇ ਨੇ। ਵੀ ਰਾਤਾਂ ਨੂੰ ਆਪਾਂ ਟਿੱਕਰੀ ਬਾਰਡਰ ਤੇ ਵੀ ਪਹਿਰਾ ਲਾਉਣ ਦੀ ਕੋਸ਼ਿਸ਼ ਕਰੀਏ, ਵੀ ਜਿਹੜੀ ਕੋਈ ਸ਼ਰਾਰਤੀ ਅੰਸ਼ਰ ਕੋਈ ਗਲਤੀ ਨਾ ਕਰ ਪਾਏ। ਜੇ ਕੱਲ੍ਹ ਨੂੰ ਕਿਸੇ ਨੇ ਮਾੜੀ ਜੀ ਅੱਗੇ ਲਾਤੀ ਕੀ ਕਰਾਂਗੇ? ਸਾਰੇ ਹੀ ਜਾਵਾਂਗੇ ਆਪਾਂ ਤਾਂ। ਵੀ ਜਾਣੀ ਕਿ ਟਿੱਕਰੀ ਬਾਰਡਰ ਤੇ ਸੰਗਤ ਜ਼ਰੂਰ ਸਲਾਹ ਮਸ਼ਵਰਾ ਕਰੇ, ਇੱਥੇ ਪਹਿਰੇ ਲਾ ਕੇ ਇਹ ਰੋਡ ਰਾਤ ਨੂੰ ਜ਼ਰੂਰ ਬਲੌਕ ਰਹੇ, ਕਿਉਂਕਿ ਜੇ ਰਾਤ ਨੂੰ ਬਲੌਕ ਰਹੂਗਾ ਤਾਂ ਨਾ ਤਾਂ ਕਿਸੇ ਦੀ ਚੋਰੀ ਹੋਊਗੀ ਜੀ, ਉਰੇ ਕੋਈ ਵੀ ਕਿਸੇ ਕਿਸਮ ਦੀ ਘਟਨਾ ਨਹੀਂ ਵਾਪਰ ਸਕਦੀ ਜੀ। ਦਿਨ ਨੂੰ ਚਾਹੇ ਰੋਡ ਚੱਲਦਾ ਰਹਿਣ ਤੋਂ, ਰਾਤ ਨੂੰ ਜ਼ਰੂਰ ਸੰਗਤਾਂ ਕਿਰਪਾ ਕਰਨੇ ਪਹਿਰੇ ਵਾਲੀ ਜ਼ਰੂਰ, ਜਿੱਦਾਂ ਸੱਥ ਬੁਲਾ ਕੇ ਇੱਕ ਇਹ ਜ਼ਰੂਰ ਮਤਾ ਪਾ ਕੇ ਪਹਿਰੇ ਵਾਲਾ ਜ਼ਰੂਰ ਸੰਗਤ ਕਰੇ ਜੀ ਟਿੱਕਰੀ ਬਾਰਡਰ ਤੇ। ਖਾਸ ਕਰਕੇ ਇੱਕ ਉਸ ਤੋਂ ਵੱਡੀ ਸਾਡੀ ਬੇਨਤੀ ਆ ਸਾਰੀ ਸੰਗਤ ਅੱਗੇ ਜੀ, ਜਿਹੜੇ ਵੀ ਵੀਰ ਦੁਨੀਆ ਦੇ ਵਿੱਚ ਦਿੱਲੀ ਇਸ ਮੋਰਚੇ ਨੂੰ ਦੇਖ ਰਹੇ ਨੇ, ਸਿੰਘੂ ਬਾਰਡਰ ਤੇ ਵੀ ਬਹੁਤ ਵੱਡੇ ਪੱਧਰ ਤੇ ਲੰਗਰ ਚੱਲ ਰਹੇ ਨੇ। ਟਿੱਕਰੀ ਬਾਰਡਰ ਤੇ ਲੰਗਰਾਂ ਦੀ ਵੀ ਘਾਟ ਆ ਜੀ, ਪਾਣੀਆਂ ਦੀ ਵੀ, ਪੀਣ ਵਾਲੇ ਪਾਣੀ ਦੀ ਘਾਟ ਕਦੇ ਆ ਜਾਂਦੀ ਆ। ਕੋਈ ਵੀਰ ਇੱਦਾਂ ਨਾ ਸੋਚਣ ਵੀ ਜਿਵੇਂ ਸੋਕਾ ਹੀ ਪੈ ਗਿਆ, ਸੋਕਾ ਕੋਈ ਨਹੀਂ ਪਿਆ, ਪਰ ਪਾਣੀ ਦੀ ਪੀਣ ਵਾਲੀ ਮੁੱਢਲੀ ਲੋੜ ਆ ਇਨਸਾਨ ਦੀ, ਪਾਣੀ ਦੀ ਕਦੇ ਕਦੇ ਲੋੜ ਪੈ ਜਾਂਦੀ, ਕਿਉਂਕਿ ਸਾਡੇ ਕੋਲ ਲੰਗਰ 'ਚ ਨੌਜਵਾਨ ਆਉਂਦੇ ਨੇ ਵੀ ਸਾਡੇ ਕੋਲ ਪਾਣੀ ਨਹੀਂ ਹੈਗਾ। ਇੱਧਰ ਹਰ ਇੱਕ ਪ੍ਰਕਾਰ ਦੀ ਲੋੜ ਆ, ਵਾਸ਼ਿੰਗ ਮਸ਼ੀਨਾਂ ਲਾਈਆਂ ਜਾ ਸਕਦੀਆਂ ਨੇ ਕੱਪੜੇ ਧੋਣ ਵਾਲੀਆਂ। ਸਾਡੀ ਬੇਨਤੀ ਹੈ ਸੰਗਤ ਟਿੱਕਰੀ ਬਾਰਡਰ ਤੇ ਜ਼ਰੂਰ ਆਪਣੇ ਜੱਥੇ ਦੇ ਨਾਲ ਕਾਰਜ ਕਰਨ ਦੀ ਕੋਸ਼ਿਸ਼ ਕਰੇ ਜੀ। ਕਿਉਂਕਿ ਅਗਰ ਅਸੀਂ ਸਿੰਘੂ ਬਾਰਡਰ ਦੀ ਗੱਲ ਕਰੀਏ ਜਾਂ ਕੌਂਡਲੀ ਦੀ ਕਰੀਏ ਤਾਂ ਉੱਥੇ ਹਰ ਫੈਸਿਲਿਟੀ ਅਵੇਲੇਬਲ ਹੋ ਗਈ ਹੈ, ਉੱਥੇ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਕਹਿ ਸਕਦੇ ਹਾਂ ਕਿ 56 ਭੋਗ ਤੁਸੀਂ ਸੁਣੇ ਹੋਣਗੇ ਫਿਲਮਾਂ ਦੇ ਵਿੱਚ, ਤੇ ਅਗਰ ਤੁਸੀਂ ਉੱਥੇ ਇੱਕ ਪਾਸੇ ਤੁਰਨਾ ਸ਼ੁਰੂ ਕਰੋ ਤੇ ਦੂਸਰੇ ਪਾਸੇ ਤੱਕ ਤੁਰਦੇ ਜਾਓ ਤਾਂ 56 ਭੋਗ ਤੋਂ ਸ਼ਾਇਦ ਵੱਧ ਹੀ ਭੋਗ ਵੱਧ ਜਾਣਗੇ ਤੁਹਾਡੇ, ਤੇ ਤੁਸੀਂ ਕਾਊਂਟ ਵੀ ਨਹੀਂ ਕਰ ਸਕਦੇ। ਕੋਈ ਅਜਿਹੀ ਸ਼ੈ ਨਹੀਂ ਹੋਏਗੀ ਜਿਹੜੀ ਉੱਥੇ ਲੰਗਰ ਦੇ ਵਿੱਚ ਨਹੀਂ ਵਰਤਾਈ ਜਾ ਰਹੀ। ਤੇ ਉੱਥੇ ਦੀ ਜਿਹੜੀ ਲੋਕਲ ਹਾਈਟਸ ਨੇ, ਆਵਾਮ ਹੈ, ਉਹ ਵੀ ਹੁਣ ਤਾਂ ਕਹਿਣ ਲੱਗ ਪਈ ਹੈ ਵੀ ਇਹ ਮੋਰਚਾ ਲੱਗਿਆ ਹੀ ਰਵੇ, ਵੀ ਕਦੇ ਸਿੰਘ ਵਾਪਸ ਨਾ ਜਾਣ। ਅਸੀਂ ਅਜਿਹਾ ਸਰਦਾਰਾਂ ਦਾ ਰੁਤਬਾ, ਅਜਿਹਾ ਸਰਦਾਰਾਂ ਦਾ ਚਾਲ ਚੱਲਣ ਜਾਂ ਅਜਿਹਾ ਸਰਦਾਰਾਂ ਦਾ ਸੁਭਾਅ ਕਦੀ ਦੇਖਿਆ ਹੀ ਨਹੀਂ ਸੀ। ਜਿਹੜੇ ਬੱਚੀਆਂ ਘਰਾਂ ਦੇ ਵਿੱਚੋਂ 9 ਵਜੇ ਤੋਂ ਬਾਅਦ ਨਿਕਲਣ ਤੋਂ ਡਰਦੀਆਂ ਸੀ, ਉਹ ਰਾਤ 11-11 12-12 ਵਜੇ ਤੱਕ ਕੌਂਡਲੀ ਘੁੰਮਦੀਆਂ ਨੇ, ਬੱਚੀਆਂ ਧੀਆਂ ਸਾਡੀਆਂ। ਤੇ ਉਹ ਧੀਆਂ ਆਪ ਕਹਿੰਦੀਆਂ ਨੇ ਕਿ ਸਰਦਾਰ ਜੀ ਘੁੰਮ ਰਹੇ ਨੇ, ਸਾਨੂੰ ਕਿਸੇ ਚੀਜ਼ ਦਾ ਹੁਣ ਖਤਰਾ ਨਹੀਂ ਇੱਥੇ। ਤੇ ਇਹ ਭਰੋਸਾ ਹੈ, ਇਹ ਜਿਹੜੀ ਪਰਮਾਤਮਾ ਨੇ ਸਾਡੇ ਸਿਰ ਤੇ ਆਹ ਦਸਤਾਰ ਸਜਾਈ ਹੈ ਨਾ, ਇਹ ਉਸ ਦਾ ਸਤਿਕਾਰ ਹੈ, ਉਸ ਦਾ ਮਾਣ ਹੈ, ਜੋ ਇੱਕ ਵਾਰ ਫਿਰ ਤੋਂ ਸਾਨੂੰ ਹੁਣ ਗਰੂਰ ਹੋਣ ਲੱਗ ਪਿਆ ਹੈ ਕਿ ਇਸ ਨੂੰ ਬੇਸ਼ੱਕ ਸਰਕਾਰਾਂ ਨੇ ਜਿੰਨਾ ਮਰਜ਼ੀ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਜਿੰਨਾ ਮਰਜ਼ੀ ਇਸ ਦਸਤਾਰ ਦਾ ਕਿਰਦਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਪਰ ਇਸ ਦਾ ਨਾ ਤਾਂ ਕਦੀ ਕਿਰਦਾਰ ਖਰਾਬ ਹੋ ਸਕਦਾ ਸੀ, ਨਾ ਹੋ ਸਕਦਾ ਹੈ, ਨਾ ਇਹ ਕਦੇ ਕਰ ਸਕਣਗੇ। ਕਿਉਂਕਿ ਇਹਨਾਂ ਨੇ ਅਗਰ ਸਿੱਖ ਕੌਮ ਦੇ ਉੱਤੇ ਉਂਗਲ ਚੱਕੀ ਹੈ ਤਾਂ ਇਹ ਕਦੇ ਨਾ ਭੁੱਲਣ ਕਿ ਇਸ ਕੌਮ ਨੂੰ ਵੀ ਕੱਟੜਵਾਦੀ ਹਿੰਦੂ ਕੁਝ ਜੋ ਸੋਚ ਰੱਖਦੇ ਨੇ, ਉਹਨਾਂ ਨੂੰ ਵੀ ਬਚਾਉਣ ਵਾਲੇ ਅਸੀਂ ਸੀ। ਮੈਂ ਜਦੋਂ ਇਹ ਗੱਲ ਕਹਿਣਾ ਤਾਂ ਬਹੁਤ ਜਣਿਆਂ ਨੂੰ ਬੁਰੀ ਲੱਗਦੀ ਹੈ ਕਿ ਤੁਸੀਂ ਅਹਿਸਾਨ ਜਤਾਉਂਦੇ ਹੋ। ਮਾफ़ ਕਰਨਾ, ਅਸੀਂ ਅਹਿਸਾਨ ਨਹੀਂ ਜਤਾਉਂਦੇ। ਸਾਡੇ ਗੁਰਾਂ ਨੇ, ਸਾਡੇ ਸਿੰਘਾਂ ਨੇ ਜੋ ਕੁਝ ਕੀਤਾ, ਸ਼ਹਾਦਤਾਂ ਦਿੱਤੀਆਂ, ਸਰਬੱਤ ਦੇ ਭਲੇ ਵਾਸਤੇ ਕੀਤਾ। ਸੀ ਅੱਜ ਵੀ ਕਹਿੰਦੇ ਹਾਂ, ਅਸੀਂ ਹਿੰਦੂ ਮੁਸਲਿਮ ਸਿੱਖ ਈਸਾਈ ਨਹੀਂ ਕਹਿੰਦੇ। ਜਿਹੜੇ ਗਲਤ ਬਿਆਨਬਾਜ਼ੀ ਕਰਦੇ ਨੇ ਉਹ ਕਰਦੇ ਹੋਣਗੇ, ਪਰ ਮੇਰਾ ਇੱਕੋ ਹੀ ਕਹਿਣ ਦਾ ਫਲਸਫਾ ਹੈ, ਇੱਕੋ ਹੀ ਅਰਥ ਕੱਢਣਾ ਕਿ ਜੋ ਗੁਰੂ ਤੇਗ ਬਹਾਦਰ ਜੀ ਦੇ ਨਾਲ ਤੁਸੀਂ ਹਿੰਦੂ ਵੀਰਾਂ ਨੇ ਵਾਅਦਾ ਕੀਤਾ ਸੀ ਕਿ ਤੁਹਾਡੇ ਟੱਬਰ ਦੇ ਵਿੱਚੋਂ ਇੱਕ ਬੱਚਾ ਸਿੱਖ ਬਣੇਗਾ, ਕਿੰਨੇ ਪਰਿਵਾਰ ਅੱਜ ਉਹ ਵਾਅਦਾ ਨਿਭਾ ਰਹੇ ਨੇ। ਇੱਕ ਵਾਰ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਲਿਓ, ਉਸ ਤੋਂ ਬਾਅਦ ਅਗਰ ਮੇਰੀ ਗੱਲ ਬੁਰੀ ਲੱਗਦੀ ਹੋਵੇ ਤਾਂ ਮੈਨੂੰ ਜ਼ਰੂਰ ਕਹਿਣਾ। ਤੇ ਇਸ ਸਾਰੇ ਮਾਹੌਲ ਦੇ ਵਿੱਚ ਹੁਣ ਜਿੱਦਾਂ ਉਰੇ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ, ਕਮੀ ਹੈ। ਮੈਂ ਵੀ ਤੁਹਾਡੇ ਨਾਲ ਵੀ ਗੱਲ ਕੀਤੀ ਸੀਗੀ, ਤੇ ਮੈਂ ਨਾਲ ਬਾਬਾ ਦੀਪ ਸਿੰਘ ਦਾ ਵੀ ਲੱਗਿਆ ਹੋਇਆ ਆ ਟੈਂਟ ਤੇ, ਉਹ ਵੀ ਸੇਵਾ, ਉੱਧਰ ਲੰਗਰ ਦੀ ਸੇਵਾ ਵੀ ਚੱਲ ਰਹੀ। ਉਹਨਾਂ ਨੇ ਵੀ ਦੱਸਿਆ ਸੀ ਮੈਨੂੰ ਵੀ ਕਿ ਪਾਣੀ ਵਗੈਰਾ ਦੀ ਕਾਫੀ ਚੀਜ਼ਾਂ ਦੀ ਘਾਟ ਹੈਗੀ ਹੈ, ਤੇ ਮੇਰੇ ਕੋਲ ਗੱਡੀ ਦੇ ਵਿੱਚ ਜਿੰਨਾ ਕੀ ਲਿਆ ਸਕਿਆ ਉਹਨਾਂ ਕੀ ਅਸੀਂ ਲੈ ਕੇ ਆਏ ਹਾਂ ਆਪਣੇ ਵੱਲੋਂ। ਪਰ ਹੋਰ ਮੁੱਢਲੀਆਂ ਜ਼ਰੂਰਤਾਂ ਕੀ ਨੇ, ਤੇ ਪ੍ਰਸ਼ਾਸਨ ਰਾਤ ਨੂੰ ਉਰੇ ਕੁਝ ਧਿਆਨ ਦਿੰਦਾ ਆ, ਪੁਲਿਸ ਪ੍ਰਸ਼ਾਸਨ ਆਉਂਦਾ ਆ ਜਾਂ ਨਹੀਂ? ਨਹੀਂ ਵੀਰ ਜੀ, ਪ੍ਰਸ਼ਾਸਨ ਵੱਲੋਂ ਕੋਈ ਨਹੀਂ ਇੱਥੇ ਆਇਆ ਜਾਂਦਾ ਜੀ। ਰਾਤ ਨੂੰ ਨਾ ਕਈ ਵਾਰੀ ਨੌਜਵਾਨ, ਚਲੋ ਅਸੀਂ ਇਹ ਤਾਂ ਨਹੀਂ ਕਹਾਂਗੇ ਵੀ ਕੌਣ ਸੀਗੇ ਜੀ, ਉਹ ਇੱਕ ਦਿਨ ਉਹਨਾਂ ਨੇ ਸ਼ਰਾਬ ਪੀ ਲਈ, ਉੱਦਾਂ ਦੀਆਂ ਗਲਤੀਆਂ ਨੌਜਵਾਨ ਨਾ ਕਰੋ। ਨੈਗੇਟਿਵਿਟੀ ਤਾਂ ਆਪਾਂ ਭੇਜਣੀ ਓ ਨਹੀਂ ਹੈਗੀ ਕਿਤੇ। ਉਹ ਸ਼ਰਾਬ ਪੀ ਕੇ ਕਿਤੇ ਗੱਡੀ ਟਰੈਲੀ 'ਚ ਵੱਜੀ, ਜਦੋਂ ਉੱਦਾਂ ਦੀਆਂ ਹਰਕਤਾਂ ਕਿਤੇ ਜਾਂਦੀਆਂ ਨੇ ਨਾ, ਦੁੱਖ ਬਹੁਤ ਲੱਗਦਾ, ਕਿਉਂਕਿ ਇਹ ਸੰਘਰਸ਼ ਬਹੁਤ ਹੀ ਸ਼ਾਂਤਮਈ ਤੇ ਬੜੇ ਤਕੜੇ ਤਰੀਕੇ ਨਾਲ ਚੱਲ ਰਿਹਾ। ਹੁਣ ਆਪਣੇ ਨੌਜਵਾਨਾਂ ਦਾ ਫਰਜ਼ ਬਣਦਾ ਵੀ ਆਪਾਂ ਸ਼ਹੀਦੀਆਂ ਦਾ ਟਾਈਮ ਚੱਲ ਰਿਹਾ, ਫਤਿਹਗੜ੍ਹ ਸਾਹਿਬ ਆਪਣੇ ਛੋਟੇ ਸਾਹਿਬਜ਼ਾਦੇ ਸਾਡੇ ਭਰਾ ਸ਼ਹੀਦ ਹੋ ਗਏ, ਤੇ ਆਪਾਂ ਉਹਨਾਂ ਸ਼ਹੀਦੀਆਂ ਦੇ ਦੌਰ ਦੇ ਵਿੱਚ ਮਿਊਜ਼ਿਕ ਤੋਂ ਪਰਹੇਜ਼ ਕਰੀਏ,
ਜਦੋਂ ਸ਼ਹੀਦੀਆਂ ਦਾ ਟਾਈਮ ਲੰਘ ਜਾਊਗਾ ਮਿਊਜ਼ਿਕ ਸਮੇਂ ਮੁਤਾਬਕ ਮਿਊਜ਼ਿਕ ਵੀ ਸੁਣਨਾ ਚਾਹੀਦਾ ਨੌਜਵਾਨਾਂ ਨੂੰ, ਉਹ ਸੁਣਦੇ ਰਹੋ ਜੀ। ਪਰ ਇਸ ਵਕਤ ਆਪਾਂ ਨੂੰ ਗੁਰਬਾਣੀ ਜਾਂ ਕੀਰਤਨ ਹੀ ਦਾ ਹੀ ਜਿਹੜਾ ਸੁਣਨਾ ਚਾਹੀਦਾ, ਕਿਉਂਕਿ ਉਹਨਾਂ ਦੀ ਜਿਹੜੀ ਦੇਖੋ ਸ਼ਹਾਦਤ ਨੂੰ ਆਪਾਂ ਮੁੱਖ ਰੱਖਦੇ ਹੋਏ ਮਿਊਜ਼ਿਕ ਤੋਂ ਪਰਹੇਜ਼ ਕਰੀਏ, ਕਿਉਂਕਿ ਜੇ ਇੱਥੇ ਗੁਰਬਾਣੀ ਦਾ ਪ੍ਰਤਾਪ ਵੱਧ ਹੋਊਗਾ ਨਾ ਵੀਰ ਜੀ, ਤਾਂ ਫਿਰ ਇਹ ਮੋਰਚੇ ਦਾ ਵੀ ਪ੍ਰਤਾਪ ਕਿਤੇ ਸਿਖਰ ਤੇ। ਹੁਣ ਸਿੰਘੂ ਬਾਰਡਰ ਤੇ ਵੀਰ ਜੀ ਮਾਹੌਲ ਹੋਰ ਆ, ਇੱਥੇ ਹੋਰ ਆ। ਜੇ ਇੱਥੇ ਗੁਰੂ ਸਾਹਿਬ ਪ੍ਰਕਾਸ਼ ਹੋਣ ਤਾਂ ਜਿਹੜਾ ਇੱਥੇ ਦਾ ਪ੍ਰਤਾਪ ਆ ਬਹੁਤ ਵੱਡਾ ਹੋਊਗਾ। ਜਿੱਤ ਯਕੀਨੀ ਆ ਵੀਰ ਜੀ, ਨੌਜਵਾਨ ਜੱਟੇ ਬੈਠੇ ਆਪਾਂ, ਜਿੱਤ ਯਕੀਨੀ ਆ ਜੀ। ਸਿਰਫ ਇੱਕ ਉਹਨਾਂ ਦੀ ਜਿਹੜੀ ਧੌਣ ਚੋਂ ਕਿੱਲਾ ਨਾ ਜੀ, ਉਹ ਕਿੱਲਾ ਕੱਢਣਾ ਬਾਕੀ ਆ। ਹੁਣ ਜਥੇਬੰਦੀਆਂ ਤਾਂ ਆਪਣੇ ਕੋਲ ਹੈਗੀਆਂ ਜਿਹੜੇ ਸਾਰੇ ਚੰਗੇ ਕੰਮ ਕਰਦੇ ਨੇ, ਪਰ ਇੱਕ ਆਗੂ ਦੀ ਲੋੜ ਆ ਜੀ, ਜਿਹੜਾ ਇੱਕ ਆਗੂ ਸਾਰਿਆਂ ਨੂੰ ਜਿਹੜਾ ਇਹ ਕਹਿ ਸਕਦੇ ਨਾਲ ਤੋਰ ਸਕੇ ਜੀ। ਅੱਛਾ, ਮਤਲਬ ਤਿੱਕਰੀ ਬਾਰਡਰ ਦੇ ਉੱਤੇ ਗੁਰੂ ਦਾ ਪ੍ਰਕਾਸ਼ ਹਾਲੇ ਤੱਕ ਕਿਸੇ ਵੀ ਜਥੇਬੰਦੀ ਵੱਲੋਂ ਨਹੀਂ ਕੀਤਾ ਗਿਆ, ਤੇ ਮੈਂ ਆਪਣੇ ਚੈਨਲ ਦੇ ਵੱਲੋਂ ਇਹ ਬੇਨਤੀ ਜ਼ਰੂਰ ਕਰਾਂਗਾ, ਬੇਸ਼ੱਕ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਹੋਰ ਜਥੇਬੰਦੀਆਂ ਨੇ, ਸੰਸਥਾਵਾਂ ਨੇ ਜਾਂ ਧਾਰਮਿਕ ਸਾਡੇ ਆਗੂ ਨੇ, ਜਿਹੜੇ ਸੱਚੀ ਸੁੱਚੀ ਨੀਅਤ ਵਾਲੇ ਨੇ, ਜਿਹੜੇ ਆਪਣੇ ਆਪ ਨੂੰ ਅੱਛੇ ਪ੍ਰਚਾਰਕ ਸਮਝਦੇ ਨੇ, ਜਿਨ੍ਹਾਂ ਨੂੰ ਸੰਗਤ ਚੰਗਾ ਪ੍ਰਚਾਰਕ ਸਮਝਦੀ ਹੈ, ਉਹਨਾਂ ਨੂੰ ਇਹ ਬੇਨਤੀ ਹੈ ਵੀ ਕੁਛ ਨਾ ਕਰੋ, ਤੁਸੀਂ ਘੱਟੋ ਘੱਟ ਇਸ ਮੋਰਚੇ ਦੇ ਉੱਤੇ ਆ ਕੇ ਗੁਰੂ ਦਾ ਪ੍ਰਕਾਸ਼ ਜ਼ਰੂਰ ਕਰੋ, ਤਾਂ ਜੋ ਗੁਰੂ ਤਾਂ ਅੰਗ ਸੰਗ ਸਾਡੇ ਹੈ ਹੀ, ਉਹਨਾਂ ਨੇ ਆਪ ਮੁਹਾਰੇ ਇਹ ਮੋਰਚੇ ਲਗਵਾਏ ਨੇ, ਤੇ ਇਹ ਮੋਰਚੇ ਅਸੀਂ ਫਤਿਹ ਕਰ ਚੁੱਕੇ ਹਾਂ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚੋਂ ਅਸੀਂ ਇਸ ਮੋਰਚੇ 'ਚੋਂ ਹੋਰ ਪ੍ਰਾਪਤੀਆਂ ਕਿਹੜੀਆਂ ਕਰਦੇ ਹਾਂ, ਸਾਨੂੰ ਪ੍ਰਾਪਤੀਆਂ ਕਿਹੜੀਆਂ ਹੁੰਦੀਆਂ ਨੇ। ਪਰ ਨਾਲ ਹੀ ਕਿਸਾਨ ਜਥੇਬੰਦੀਆਂ ਨੂੰ ਵੀ ਬਹੁਤ ਧਿਆਨ ਦੇ ਨਾਲ ਕਦਮ ਫੂਕ ਕੇ ਰੱਖਣਾ ਪੈਣਾ ਹੈ, ਕਿਉਂਕਿ ਸਿਆਸਤਦਾਨਾਂ ਨੇ ਆਪਣੀਆਂ ਗੰਦੀਆਂ ਤੇ ਕੋਝੀਆਂ ਚਾਲਾਂ ਚੱਲਣੀਆਂ ਨੇ। ਜਿੱਦਾਂ ਵੀਰ ਨੇ ਆਖਿਆ ਕਿ ਕੁਝ ਮੁੰਡਿਆਂ ਨੇ ਸ਼ਰਾਬ ਪੀ ਕੇ ਹੁੜਦੰਗ ਰਾਤੀ ਕੀਤਾ ਸੀ ਜਾਂ ਟਰਾਲੀ ਦੇ ਵਿੱਚ ਗੱਡੀ ਮਾਰੀ ਸੀ, ਤੇ ਇਹ ਜਿਹੀਆਂ ਖਬਰਾਂ ਪਹਿਲਾਂ ਹੀ ਬਹੁਤ ਆਈਆਂ ਨੇ। ਪਰ ਪੰਜਾਬ ਦੇ ਪੰਜਾਬੀ ਨੌਜਵਾਨਾਂ ਤੇ ਸਾਨੂੰ ਮਾਣ ਹੈ, ਉਹਨਾਂ ਤੇ ਜਿਨ੍ਹਾਂ ਨੇ ਆਪਣਾ ਜਜ਼ਬਾ ਦਿਖਾਇਆ ਇਹਨਾਂ ਮੋਰਚਿਆਂ ਦੇ ਵਿੱਚ। ਬਦਨਾਮ ਉਹਨਾਂ ਨੂੰ ਬਹੁਤ ਨਸ਼ੇੜੀ ਕਹਿ ਕੇ ਕੀਤਾ ਗਿਆ ਸੀ। ਸਿੰਘੂ ਤੇ ਕੋਂਡਲੀ ਦਾ ਤੁਹਾਡੇ ਸਾਹਮਣੇ ਲਾਈਵ ਦਿਖਾਇਆ ਸੀ ਅਸੀਂ ਕਿ ਕੁੜੀਆਂ ਨੂੰ ਕਿੱਦਾਂ ਉੱਥੇ ਭੇਜਿਆ ਜਾਂਦਾ ਸੀਗਾ, ਮੁੰਡਿਆਂ ਨੂੰ ਉਕਸਾਇਆ ਜਾ ਰਿਹਾ ਸੀ ਪੰਜਾਬ ਦੇ ਨੌਜਵਾਨਾਂ ਨੂੰ ਕਿ ਸ਼ਾਇਦ ਕਿਸੇ ਮੁੰਡੇ ਦੀ ਨੀਅਤ ਖਰਾਬ ਹੋਊਗੀ, ਸ਼ਾਇਦ ਕੋਈ ਗਲਤ ਸਟੈਪ ਚੱਕੂਗਾ, ਕੋਈ ਕਿਸੇ ਕੁੜੀ ਤੇ ਹੱਥ ਪਾਊਗਾ। ਪਰ ਨੌਜਵਾਨਾਂ ਨੇ ਇਕੱਠਿਆਂ ਹੋ ਕੇ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਤੱਕ ਇਹ ਗੱਲ ਪਹੁੰਚਾਈ, ਤੇ ਉਹਨਾਂ ਬਜ਼ੁਰਗਾਂ ਨੇ ਉਹ ਕੁੜੀਆਂ ਲਾਈਨ ਸਿਰ ਲਾ ਕੇ ਪੁਲਿਸ ਨੂੰ ਉਹਨਾਂ ਦੇ ਹਵਾਲੇ ਕੀਤੀਆਂ। ਤੇ ਉੱਥੋਂ ਸਾਨੂੰ ਆਪ ਸਮਝ ਲੈਣਾ ਚਾਹੀਦਾ। ਹੁਣ ਪੰਜਾਬ ਦੀ ਨੌਜਵਾਨੀ ਬਹੁਤ ਹੱਦ ਤੱਕ ਇਹ ਚੀਜ਼ਾਂ, ਇਹ ਸਾਮ-ਦਾਮ ਦੰਡ ਭੇਦ ਦੀ ਰਾਜਨੀਤੀ ਹੈ, ਇਹਨੂੰ ਭੇਦਣਾ ਸਮਝ ਗਈਆਂ ਨੇ, ਸਿੱਖ ਗਈਆਂ ਨੇ। ਪਰ ਆਹ ਜਿਹੜੀਆਂ ਘਟਨਾਵਾਂ ਟਾਮੀਆਂ ਵਿੱਚ ਹੁੰਦੀਆਂ ਨੇ, ਇਹਦੇ ਵਿੱਚ ਪਾਲ ਜੀ ਇਹ ਵੀ ਹੋ ਸਕਦਾ ਆ ਕਿ ਸਰਕਾਰਾਂ ਦੇ ਆਪਣੇ ਹੀ ਬੰਦੇ ਹੋਣ ਜਿਹੜੇ ਪੀ ਕੇ ਖਰਾਬ ਕਰਦੇ ਨੇ। ਇਹ ਜ਼ਰੂਰੀ ਨਹੀਂ ਹੈ ਵੀ ਸਾਡੇ ਬੱਚੇ ਹੋਣ, ਕਿਉਂਕਿ ਉਹ ਦਿਖਦੇ ਨਹੀਂ। ਸਾਡੇ ਬੱਚੇ ਅਗਰ ਇਹ ਹੋਣਗੇ ਨਾ ਟਰਾਲੀਆਂ ਦੇ ਵਿੱਚ, ਕਿਤੇ ਨਾ ਕਿਤੇ ਅਗਰ ਡਿੱਗਣਾ ਵੀ ਹੋਊਗਾ, ਪਏ ਹੋਣਗੇ ਸਾਹਮਣੇ, ਉਹਨਾਂ ਨੂੰ ਫਿਰ ਭੱਜਣ ਦੀ ਲੋੜ ਨਹੀਂ ਹੈ, ਕਿਉਂਕਿ ਉਰੇ ਕਿਹੜਾ ਉਹਨਾਂ ਦਾ ਘਰ ਆ, ਕੋਠੀ ਪਈ ਹੈ ਕਿਤੇ ਜਿਹਨਾਂ ਨੇ ਗੱਡੀ ਲੈ ਕੇ ਭੱਜਣੀ ਹੈ। ਉਹ ਮਤਲਬ ਗੱਡੀਆਂ ਜਿਹਨਾਂ ਨੇ ਰੱਖੀਆਂ ਮਤਲਬ ਲੋਕਲ ਹਾਈਟਸ ਨੇ ਕਿਤੇ ਨਾ ਕਿਤੇ, ਉਹ ਆਪ ਇਹ ਚੀਜ਼ ਖਰਾਬ ਕਰ ਰਹੇ ਨੇ। ਕਹਿੰਦੇ ਵੀ ਜਿਹੜੀ ਚੀਜ਼ ਆ ਜਿੱਦਾਂ ਮੋਰਚਾ ਲੱਗਿਆ ਇਹਨੂੰ ਤਾਰੋ ਪੀੜ ਕਰਨ ਵਾਸਤੇ ਬੜੇ ਤਰੀਕੇ ਇਹਨਾਂ ਨੇ ਅਪਣਾਣੇ ਨੇ, ਅਜ਼ਮਾਣੇ ਨੇ। ਪਰ ਜਿਹੜੇ ਇੱਕ ਅੰਤ ਦੇ ਵਿੱਚ ਲੋਕ ਘਰਾਂ 'ਚ ਬੈਠੇ ਆ, ਤੁਸੀਂ ਵੀ ਕਿਹਾ ਕਿ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ, ਇਹਨਾਂ ਮੋਰਚਿਆਂ ਦੇ ਵਿੱਚ ਮੈਂ ਪਹਿਲਾਂ ਵੀ ਸੰਗਤ ਨਾਲ ਲਾਈਵ ਗੱਲ ਕਰਦਾ ਹੋਇਆ ਆਇਆ ਹਾਂ, ਇੱਕ ਦਿਲ ਨੂੰ, ਰੂਹ ਨੂੰ ਇੱਕ ਸਕੂਨ ਮਿਲਦਾ ਇਹਨਾਂ ਮੋਰਚਿਆਂ 'ਚ ਹਾਜ਼ਰੀ ਭਰ ਕੇ। ਐਵੇਂ ਲੱਗਦਾ ਕਿ ਜਿੱਦਾਂ ਅਸੀਂ ਕਿਸੇ ਗੁਰਦੁਆਰੇ, ਮੰਦਿਰ, ਮਸਜਿਦ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ। ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਹੋ, ਉਸ ਧਾਰਮਿਕ ਸਥਾਨ ਤੇ ਜਾ ਕੇ ਜਿੰਨੀ ਤੁਹਾਡੀ ਰੂਹ ਨੂੰ ਸਕੂਨ ਮਿਲਦਾ ਨਾ, ਇਹਨਾਂ ਮੋਰਚਿਆਂ ਤੇ ਆ ਕੇ ਤੁਹਾਨੂੰ ਓਨਾ ਸਕੂਨ ਮਿਲਦਾ। ਕੀ ਸੋਚਦੇ ਹੋ? ਦੇਖੋ ਵੀਰ ਜੀ, ਇਹ ਗੱਲ ਬਿਲਕੁਲ ਸਹੀ ਹੈ ਜੀ। ਜਿੱਦਾਂ ਸਾਡੇ ਵੀ ਦਿਲ 'ਚ ਸੀ, ਜੇ ਹੁਣ ਮੈਂ ਯਕੀਨ ਮੰਨਿਓ 2 ਦਿਨ ਲਈ ਜੇ ਆਪਾਂ ਪਿੰਡ ਚੱਲ ਜੀ ਨਾ, ਉੱਥੇ ਜੀ ਨਹੀਂ ਲੱਗਦਾ ਜੀ, ਕਿਉਂਕਿ ਇੱਥੇ ਜਿਹੜਾ ਸੰਘਰਸ਼ ਆ ਨਾ ਜੀ, ਇਹ ਆਪਾਂ ਜਿੱਤਣਾ, ਜੇ ਨਾ ਜਿੱਤੇ ਫਿਰ ਜ਼ੀਰੋ ਆ ਸਾਰੇ। ਹੁਣ ਇੱਥੇ ਸੰਘਰਸ਼ ਦੀਆਂ 1-2 ਗੱਲਾਂ ਅਸੀਂ ਤੁਹਾਡੇ ਨਾਲ ਕਰਨੀਆਂ ਚਾਹੁੰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਜੀ ਜਿਹੜੀਆਂ ਮੁੱਢਲੀਆਂ ਲੋੜਾਂ ਨੇ, ਜਿੱਦਾਂ ਵੀਰ ਜੀ ਨੇ ਕਿਹਾ ਵੀ ਸਰਕਾਰਾਂ ਕੁਝ ਵੀ ਕਰ ਸਕਦੀਆਂ ਨੇ। ਰਾਤ ਨੂੰ ਜਦੋਂ ਟਰੱਕ ਲੰਘਦੇ ਨੇ ਜਾਂ ਮਿਊਜ਼ਿਕ ਲਾ ਕੇ ਇਨਸਾਨ ਲੰਘਦੇ ਨੇ, ਉਹ ਸਾਡੇ ਭਰਾ ਨਹੀਂ ਹੋ ਸਕਦੇ ਫਿਰ ਜੀ, ਕਿਉਂਕਿ ਉਹ ਸਾਨੂੰ ਡਿਸਟਰਬ ਕਰ ਰਹੇ ਨੇ ਟਰੱਕ ਰਾਤਾਂ ਨੂੰ ਇੰਨੀ। ਕਿਉਂਕਿ ਇਹ ਕਿਸਾਨ ਜਥੇਬੰਦੀਆਂ ਇਸ ਚੀਜ਼ 'ਤੇ ਗੌਰ ਕਰਨ, ਇਹਨੂੰ 30 ਕਿਲੋਮੀਟਰ ਦੇ ਏਰੀਆ ਨੂੰ ਰਾਤ ਵਾਸਤੇ ਪਹਿਰੇ ਲਾ ਕੇ ਸੀਲ ਕੀਤਾ ਜਾਵੇ, ਕਿਉਂਕਿ ਰਾਤ ਨੂੰ ਘਟਨਾ ਕੋਈ ਵੀ ਵਾਪਰ ਸਕਦੀ ਹੈ ਜੀ, ਚੋਰੀ ਹੋ ਸਕਦੀ ਹੈ, ਅੱਗ ਲੱਗ ਸਕਦੀ ਹੈ, ਕੁਝ ਵੀ ਹੋ ਸਕਦਾ ਜੀ। ਉਸ ਦਾ ਆਪਾਂ ਹੱਲ ਹੀ ਕਰ ਸਕਦੇ ਹਾਂ ਵੀ ਰਾਤ ਨੂੰ ਇਹ ਰੋਡ ਬਿਲਕੁਲ ਸੀਲ ਕੀਤਾ ਜਾਵੇ। ਸਾਡੀ ਇਹ ਬੇਨਤੀ ਆ, ਤਾਂ ਕਿ ਜਿਹੜੇ ਸਾਰੇ ਵੀਰ ਨੇ ਸੇਵਾਦਾਰ ਉਹ ਸ਼ਾਂਤੀ ਨਾਲ ਸੌਂ ਸਕਣ, ਅਗਲੇ ਦਿਨ ਵਧੀਆ ਤਰੀਕੇ ਨਾਲ ਉੱਠ ਕੇ ਸੇਵਾ ਕਰ ਸਕਣ ਤੇ ਸੰਘਰਸ਼ ਨੂੰ ਹੋਰ ਵਧੀਆ ਤਰੀਕੇ ਨਾਲ ਲੜ ਸਕਣ। ਬਾਕੀ ਬੇਨਤੀ ਆ ਜੀ, ਨੈਗੇਟਿਵਿਟੀ ਦੇ ਜਿਹੜਾ ਗਲਤ ਪੋਸਟ ਹੁੰਦੀ ਆ ਉਹਨੂੰ ਨਾ ਕਦੇ ਵੀ ਸ਼ੇਅਰ ਕਰੋ। ਜਿਹੜੀ ਚੰਗੀ ਪੋਸਟ ਆ ਜੀ, ਜਿੱਦਾਂ ਜਿਹੜੇ ਵੀਰ ਮੀਡੀਆ ਵਾਲੇ ਚੰਗੇ ਇਸ ਸੰਘਰਸ਼ ਨੂੰ ਕਵਰ ਕਰ ਰਹੇ ਨੇ, ਉਹਨਾਂ ਦਾ ਸਾਥ ਦੇਣਾ ਤੁਹਾਡਾ ਫਰਜ਼ ਆ, ਕਿਉਂਕਿ ਨੈਸ਼ਨਲ ਮੀਡੀਆ ਭੁੱਲ ਚੁੱਕਿਆ
ਨੈਸ਼ਨਲ ਮੀਡੀਆ ਇਹ ਦਿਖਾਉਂਦਾ ਵੀ ਇਹ ਤਾਂ ਥੋੜੇ ਜਿਹੇ ਹੀ ਨੇ, ਲੱਖ ਕੁ ਬੰਦੇ ਹੀ ਬੈਠਾ, ਬਾਕੀ ਕਿਸਾਨ ਤਾਂ ਬਹੁਤ ਖੁਸ਼ ਨੇ। ਪਰ ਅਸਲ ਜਿਹੜੀਆਂ ਰਿਪੋਰਟਾਂ ਨੇ ਗਰਾਊਂਡ ਜ਼ੀਰੋ ਤੋਂ ਇਦਾਂ ਦੇ ਚੈਨਲ ਕਰਦੇ ਨੇ। ਸਾਡੀ ਬੇਨਤੀ ਹੈ, ਜਿਹੜੇ ਨੌਜਵਾਨ ਘਰਾਂ 'ਚ ਹਜੇ ਵੀ ਬੈਠੇ ਨੇ, ਕੁਝ ਕੁ ਨੌਜਵਾਨ ਇਹ ਸੋਚਦੇ ਨੇ ਯਾਰ ਅਸੀਂ ਕੀ ਲੈਣਾ, ਸਾਡਾ ਤਾਂ ਕਿਸਾਨੀ ਸੰਘਰਸ਼ ਨਹੀਂ ਹੈ, ਸਾਡਾ ਤਾਂ ਕੰਮ ਹੀ ਨਹੀਂ ਹੈਗਾ ਉਰੇ, ਤਾਂ ਉਹ ਇਹ ਚੀਜ਼ ਨਾ ਸੋਚਣ, ਆਪਣਾ ਆਪਣਾ ਫਰਜ਼ ਸਮਝ ਕੇ ਇੱਥੇ ਜ਼ਰੂਰ ਆਉਣ। ਇੱਥੇ ਬੜਾ ਪਿਆਰ ਦਾ ਮਾਹੌਲ ਹੈ। ਇੱਕ ਬੀਬੀਆਂ ਨੂੰ ਸਾਡੀ ਬੇਨਤੀ ਆ, ਭੈਣਾਂ ਨੂੰ, ਸਾਨੂੰ ਬੜੀਆਂ ਭੈਣਾਂ ਤੇ ਬੀਬੀਆਂ ਪੁੱਛਦੀਆਂ ਨੇ ਵੀ ਇੱਥੇ ਰਹਿਣ ਦਾ ਕਿੱਦਾਂ, ਖਾਲਸਾ ਏਡ ਨੇ ਵੀ ਉਰੇ ਲਾਏ ਹੋਏ ਨੇ ਤੰਬੂ ਜੀ ਰਹਿਣ ਲਈ, ਤੇ ਬੀਬੀਆਂ ਨੂੰ ਪਰੇਸ਼ਾਨੀ ਕੋਈ ਨਹੀਂ ਜੀ, ਇੱਥੇ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ, ਕੋਈ ਤੰਗ ਨਹੀਂ ਕਰਦਾ, ਕੋਈ ਗਲਤ ਨਿਗਾਹ ਨਾਲ ਨਹੀਂ ਦੇਖਦਾ। ਬੜੀ ਚੜ੍ਹਦੀ ਕਲਾ ਵਾਲੇ ਇਨਸਾਨ ਉਰੇ ਫਿਰ ਰਹੇ ਨੇ, ਚੰਗੀਆਂ ਰੂਹਾਂ ਨੇ, ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ। ਸਾਰੀਆਂ ਬੀਬੀਆਂ ਭੈਣਾਂ ਜ਼ਰੂਰ ਬੱਚਿਆਂ ਨੂੰ ਲੈ ਕੇ ਇੱਕ ਦੋ ਰਾਤਾਂ ਲਈ ਜ਼ਰੂਰ ਆਉਣ, ਤਾਂ ਕਿ ਇਹ ਜਿਹੜਾ ਸੰਘਰਸ਼ ਹੈ ਹੋਰ ਮਜ਼ਬੂਤ ਹੋ ਸਕੇ। ਬਾਕੀ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਇਹ ਚਾਹ ਦਾ ਲੰਗਰ ਸਾਡਾ ਜਾਰੀ ਆ ਜੀ, ਜਿੱਥੇ ਬੱਸ ਸਟੈਂਡ ਆ ਟਿੱਕਰੀ ਬਾਰਡਰ ਤੇ, ਉਹਦੇ ਸਾਹਮਣੇ ਅਸੀਂ ਬੈਠੇ ਹਾਂ ਜੀ। ਕੋਈ ਵੀ ਵੀਰ ਸਾਡੇ ਕੋਲ ਸੇਵਾ ਕਰਨਾ ਚਾਹੁੰਦਾ ਉਹ ਵੀ ਪਹੁੰਚੋ। ਬਾਕੀ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ, ਜਿਹਦੇ ਸਦਕਾ ਇਹ ਲੰਗਰ ਚੱਲ ਰਹੇ ਨੇ ਜੀ, ਜਿਹੜੇ ਗੁਰੂ ਸਾਹਿਬ ਆਪ ਕਿਰਪਾ ਕਰਕੇ ਸੰਘਰਸ਼ ਨੂੰ ਇੱਥੇ ਤੱਕ ਲਾਏ। ਸਾਡੇ ਤੋਂ ਕੋਈ ਗਲਤੀ ਹੋ ਜੇ ਤਾਂ ਮਾਫੀ ਦਿਓ। ਇੱਕ ਅਸੀਂ ਜ਼ਰੂਰੀ ਬੇਨਤੀ, ਪਟਿਆਲੇ ਤੋਂ ਭਾਦਸੋਂ ਰੋਡ ਦੇ ਉੱਪਰ ਇੱਕ ਆਸ਼ਰਮ ਬਣ ਰਿਹਾ ਜੀ, ਵੀਰ ਜੀ ਉਹਨੇ ਸਾਡੇ ਕੋਲ ਗਏ ਸੀ, ਉੱਥੇ ਮੰਦਬੁੱਧੀ ਬੇਸਹਾਰੇ ਇਨਸਾਨ ਸਾਡੇ ਕੋਲ ਨੇ, ਅੱਗੇ ਬਿਲਡਿੰਗ ਬਣ ਰਹੀ ਆ ਜੀ, ਉੱਥੇ ਵੀ ਸੰਗਤ ਸਾਡੇ ਕੋਲ ਜ਼ਰੂਰ ਵਿਜ਼ਿਟ ਕਰਿਆ ਕਰੋ। ਮਾਇਆ ਦੀ ਸਾਨੂੰ ਕੋਈ ਐਡੀ ਗੱਲ ਨਹੀਂ ਹੈਗੀ ਜੀ, ਸਾਨੂੰ ਲੋੜ ਆ ਤੁਹਾਡੇ ਸਾਥ ਦੀ। ਤੁਸੀਂ ਸਾਡੇ ਕੋਲ ਆ ਕੇ ਇੱਕ ਵਾਰੀ ਵਿਜ਼ਿਟ ਕਰਿਆ ਕਰੋ, ਸਾਨੂੰ ਤੁਹਾਡੀਆਂ ਦੁਆਵਾਂ ਦੀ ਉਹ ਲੋੜ ਆ ਜੀ। ਬਹੁਤ ਬਹੁਤ ਧੰਨਵਾਦ, ਗਲਤੀ ਹੋ ਗਈ ਮਾਫੀ ਦਿਓ ਜੀ। ਜੀ ਬਹੁਤ ਬਹੁਤ ਧੰਨਵਾਦ ਵੀਰ। ਤੇ ਮੈਂ ਇਹੀ ਕਹਾਂਗਾ ਕਿ ਭੈਣਾਂ ਨੂੰ ਵੀਰ ਨੇ ਬੇਨਤੀ ਕੀਤੀ ਹੈ, ਤੇ ਭੈਣਾਂ ਦਾ, ਮਾਵਾਂ ਦਾ ਪਹੁੰਚਣਾ ਇਹਨਾਂ ਮੋਰਚਿਆਂ 'ਤੇ ਤਾਂ ਜ਼ਰੂਰੀ ਹੈ, ਕਿਉਂਕਿ ਇੱਦਾਂ ਦੇ ਵੀਰ, ਇੱਦਾਂ ਦੇ ਨੌਜਵਾਨ ਜਿਹੜੇ ਆਪਣੇ ਘਰਾਂ ਤੋਂ ਮਹੀਨਾ ਹੋ ਗਿਆ ਇਹਨਾਂ ਮੋਰਚਿਆਂ 'ਚ ਡਟੇ ਹੋਏ ਨੇ, ਉਹਨਾਂ ਨੂੰ ਵੀ ਕਈ ਵਾਰ ਘਾਟ ਹੁੰਦੀ ਹੈ ਆਪਣੀ ਭੈਣ ਦੀ, ਆਪਣੀ ਮਾਂ ਦੀ। ਪਰ ਅਗਰ ਉਰੇ ਤੁਸੀਂ ਪਹੁੰਚ ਸਕੋਗੇ, ਤੁਸੀਂ ਉਰੇ ਪਹੁੰਚ ਕੇ ਇਹਨਾਂ ਵੀਰਾਂ ਦੇ ਨਾਲ ਸਾਥ ਦਿਓਗੇ, ਚਾਹੇ ਤੁਸੀਂ ਲੰਗਰ ਦੀ ਸੇਵਾ ਕਰੋ, ਚਾਹੇ ਤੁਸੀਂ ਚਾਹ ਦੀ ਸੇਵਾ ਕਰੋ, ਤੁਸੀਂ ਅਗਰ 4 ਭੈਣਾਂ ਵੀ ਪਹੁੰਚ ਜਾਂਦੀਆਂ ਨਾ, ਤਾਂ ਇਹਨਾਂ ਵੀਰਾਂ ਨੂੰ ਬਹੁਤ ਹੌਸਲਾ ਹੋ ਜਾਂਦਾ। ਕਿਉਂਕਿ ਸਾਡੀ ਜ਼ਹਿਨੀਅਤ ਦੇ ਵਿੱਚ ਹੈ ਇਹ, ਕਿਉਂਕਿ ਸਾਨੂੰ ਬਜ਼ੁਰਗ ਬਚਪਨ ਤੋਂ ਇਹੀ ਗੱਲਾਂ ਕਹਿੰਦੇ ਆ ਨੇ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਤੇ ਜੇ ਸਾਡੇ ਪੰਜਾਬ ਤੋਂ 2-4 ਮਾਵਾਂ ਵੀ ਉੱਠ ਕੇ ਆ ਜਾਣ ਆਪਣੀਆਂ ਧੀਆਂ ਦੇ ਨਾਲ ਤੇ ਇਸ ਮੋਰਚੇ ਦੇ ਵਿੱਚ, ਫਿਰ ਤਾਂ ਸਾਰਿਆਂ ਦੇ ਮੂੰਹ ਦੇ ਉੱਤੇ ਰੌਣਕ ਹੀ ਕੁਝ ਹੋਰ ਹੋ ਜਾਣੀ ਹੈ। ਵੈਸੇ ਸਿੰਘੂ ਤੇ ਉਧਰਲੇ ਪਾਸੇ ਕੋਂਡਲੀ ਵੱਲ ਕਾਫੀ ਭੈਣਾਂ, ਕਾਫੀ ਮਾਵਾਂ ਆਈਆਂ ਹੋਈਆਂ ਨੇ। ਤੇ ਇੱਥੇ ਟਿੱਕਰੀ ਬਾਰਡਰ ਦੇ ਉੱਤੇ ਜਿਹੜੀਆਂ ਚੀਜ਼ਾਂ ਦੀ ਘਾਟ ਹੈ, ਜਿਹੜੀ ਚੀਜ਼ ਦੀ ਕਮੀ ਲੱਗ ਰਹੀ ਹੈ, ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਤੇ ਇਹ ਇੱਕ ਇਤਿਹਾਸ ਲਿਖਿਆ ਜਾ ਰਿਹਾ ਹੈ, ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਹੈ। ਤੇ ਇਸ ਇਤਿਹਾਸ ਵਿੱਚ ਅਗਰ ਤੁਸੀਂ ਅੱਜ ਆਪਣਾ ਨਾਮ ਦਰਜ ਨਾ ਕਰਵਾਇਆ, ਤਾਂ ਰਹਿੰਦੀ ਦੁਨੀਆ ਤੱਕ ਤੁਸੀਂ ਆਪ ਪਛਤਾਓਗੇ, ਤੁਹਾਡੀਆਂ ਪੀੜ੍ਹੀਆਂ ਪਛਤਾਣਗੀਆਂ। ਕਿਉਂਕਿ ਤੁਹਾਡੇ ਜਵਾਕਾਂ ਨੇ ਪੁੱਛਣਾ ਹੈ ਕਿ 2018 ਦੇ ਵਿੱਚ ਜਦੋਂ ਦਿੱਲੀ ਘੇਰੀ ਸੀ, ਉਹ ਤਾਂ ਇਤਿਹਾਸ ਅਸੀਂ ਪੜ੍ਹਦੇ ਹਾਂ, ਉਦੋਂ ਤਾਂ ਚਲੋ ਸਾਡੇ ਟੱਬਰ 'ਚੋਂ ਕੋਈ ਨਹੀਂ ਸੀ ਗਿਆ, ਪਰ 2020 ਦੇ ਵਿੱਚ ਜਦੋਂ ਦਿੱਲੀ ਘੇਰੀ ਸੀ, ਬਾਪੂ ਦੱਸ ਸਾਡੇ ਟੱਬਰ 'ਚੋਂ ਕਿਹੜਾ ਉਸ ਸੰਘਰਸ਼ 'ਚ ਗਿਆ ਸੀ, ਬੇਬੇ ਦੱਸ ਕਿਹੜਾ ਉਸ ਸੰਘਰਸ਼ 'ਚ ਗਿਆ ਸੀ। ਜੇਕਰ ਤੁਹਾਡੇ ਕੋਲ ਜਵਾਬ ਨਾ ਹੋਇਆ, ਤਾਂ ਸ਼ਾਇਦ ਕਿਤੇ ਨਾ ਕਿਤੇ ਤੁਸੀਂ ਆਪ ਆਪਣੀਆਂ ਔਲਾਦਾਂ, ਆਪਣੀਆਂ ਨਵੀਆਂ ਪੀੜ੍ਹੀਆਂ ਦਾ ਦਿਲ ਦਿਖਾਓਗੇ। ਕਿਉਂਕਿ ਇਹ ਉਹ ਇਤਿਹਾਸ ਹੈ ਜਿਹੜਾ ਅੱਜ ਤੋਂ 20 ਸਾਲ ਬਾਅਦ, 15 ਸਾਲ ਬਾਅਦ ਕਿਤਾਬਾਂ 'ਚ ਇੰਟਰਨੈਸ਼ਨਲ ਲੈਵਲ ਦੇ ਵਿੱਚ ਪੜ੍ਹਾਇਆ ਜਾਊਗਾ। ਕਿਉਂਕਿ ਇਹ ਸਿਰਫ ਕਿਸਾਨੀ ਸੰਘਰਸ਼ ਨਹੀਂ ਰਹਿ ਗਿਆ, ਇਹ ਹੁਣ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਮੂਵਮੈਂਟ ਬਣ ਗਈ ਹੈ। ਇੰਟਰਨੈਸ਼ਨਲ ਮੀਡੀਆ ਇਸ ਨੂੰ ਕਵਰ ਕਰ ਰਿਹਾ, ਜਿਸ ਕਰਕੇ ਹੁਣ ਇੰਡੀਅਨ ਗਵਰਨਮੈਂਟ ਦੀ ਧੌਣ ਦੇ ਉੱਤੇ ਇੰਟਰਨੈਸ਼ਨਲ ਲੈਵਲ ਦਾ ਕਹਿੰਦੇ ਕਿ ਭਾਰ ਪੈ ਗਿਆ ਆ, UN ਉਹਦਾ ਪੈਰ ਰੱਖਿਆ ਗਿਆ ਆ ਇੰਡੀਅਨ ਗਵਰਨਮੈਂਟ ਦੀ ਧੌਣ ਉੱਤੇ। ਇੱਕ ਪਾਸੇ ਹੁਣ ਪੰਜਾਬੀਆਂ ਨੇ ਕਹਿ ਸਕਦੇ ਉਹਦੀ ਹਿੱਕ ਤੇ ਪੈਰ ਰੱਖਿਆ, ਦੂਜਾ ਧੌਣ ਤੇ UN ਉਹਦਾ ਪੈਰ ਹੈ। ਇਸ ਕਰਕੇ ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ। ਇਸ ਲਈ ਜੋ ਗਲਤ ਫਹਿਮੀਜ਼, ਜੋ ਪੁੱਠੀਆਂ ਸਿੱਧੀਆਂ ਚੀਜ਼ਾਂ ਅਖਬਾਰਾਂ ਦੇ ਥਰੂ ਜਾਂ ਕੁਝ ਵਿਕਾਊ ਮੀਡੀਆ ਦੇ ਥਰੂ ਪ੍ਰਚਾਰੀਆਂ ਜਾ ਰਹੀਆਂ ਨੇ, ਉਹਨਾਂ ਨੂੰ ਨਜ਼ਰਅੰਦਾਜ਼ ਕਰੋ। ਜਿਹੜੇ ਕੁਝ ਇਹਨਾਂ ਦੇ ਭੌਂਕੇ ਰੱਖੇ ਹੋਏ ਨੇ, ਚਾਹੇ ਉਹ ਭਾਜਪਾ ਦੇ ਹੋਣ, RSS ਦੇ ਹੋਣ, ਕਾਂਗਰਸ ਦੇ ਹੋਣ, ਜਿਹੜੇ ਆਪਣੇ ਨੂੰ ਬੜਾ ਕਿਸਾਨਾਂ ਦੇ ਹਮਾਇਤੀ ਦਿਖਾਉਂਦੇ ਨੇ ਕਿ ਅਸੀਂ ਬੜਾ ਕਿਸਾਨਾਂ ਦਾ ਦਰਦ ਰੱਖਦੇ ਹਾਂ, ਕਿਸਾਨਾਂ ਦੇ ਵਿੱਚ ਆ ਕੇ ਭੌਂਕਦੇ ਨੇ ਕਿ ਉਰੇ ਕੁਝ ਵੀ ਹੋ ਸਕਦਾ, ਉਰੇ ਪੁੱਠੀ ਸਿਚੁਏਸ਼ਨ ਹੋ ਸਕਦੀ ਹੈ, BSF ਵੀ ਐਵੇਂ ਕਰ ਸਕਦੀ ਹੈ, ਪੁਲਿਸ ਐਵੇਂ ਕਰ ਸਕਦੀ ਹੈ। ਉਹ ਬੰਦੇ ਸਾਰੇ ਪ੍ਰੋਜੈਕਟ ਨੇ, 99% ਬੰਦੇ ਪ੍ਰੋਜੈਕਟ ਨੇ। ਇੱਕ ਅੱਧਾ ਹੋ ਸਕਦਾ ਜਿਹਨੂੰ ਫੀਲ ਹੋਇਆ ਹੋਵੇ, ਜਿਹੜਾ ਬੋਲਦਾ ਹੋਵੇ। ਤੇ ਸਾਡੇ ਜਿਹੜੇ ਨਵੇਂ ਨੌਜਵਾਨ ਹੈ, ਜੋ ਆਪਣੇ ਨਾਲ ਨੌਜਵਾਨੀ ਨੂੰ ਲੈ ਕੇ ਦਿੱਲੀ ਦੀ ਹਿੱਕ ਤੱਕ ਪਹੁੰਚੇ ਨੇ, ਬੇਸ਼ੱਕ ਉਹ ਦੀਪ ਸਿੱਧੂ ਹੈ ਜਾਂ ਲੱਖਾ ਸਦਾਣਾ ਹੈ ਜਾਂ ਉਹਨਾਂ ਵਰਗੇ ਹੋਰ ਸੁਹਿਰਦ ਨੇ, ਇੱਕ ਬੇਨਤੀ ਆ, ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਸਰਕਾਰਾਂ ਕਰਦੀਆਂ ਆਈਆਂ ਨੇ, ਪਰ ਆਪਣੇ ਆਪ ਨੂੰ ਇਸ ਚੀਜ਼ ਤੋਂ ਬਚਾ ਕੇ ਰੱਖੋ। ਇੰਟਰਨੈਸ਼ਨਲ ਲੈਵਲ ਦੀ ਸੰਗਤ ਤੁਹਾਨੂੰ ਬਹੁਤ ਉੱਚੇ ਪੱਧਰ ਤੋਂ ਦੇਖ ਰਹੀ ਹੈ ਇਸ ਵੇਲੇ, ਤੇ ਆਪਣਾ ਉਹ ਪੱਧਰ ਤੁਸੀਂ ਬਰਕਰਾਰ ਰੱਖੋ। ਅਗਰ
ਜਾਣੇ ਅਣਜਾਣੇ ਦੇ ਵਿੱਚ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹੋ ਤੁਸੀਂ ਜਾਂ ਇੱਕ ਦੂਜੇ ਬਾਰੇ ਕੋਈ ਵੀ ਨੈਗੇਟਿਵ ਕਮੈਂਟਿੰਗ ਕਰਦੇ ਹੋ ਤਾਂ ਉਹ ਤੁਹਾਡੇ ਵਾਸਤੇ ਹੀ ਨੈਗੇਟਿਵ ਹੋ ਕੇ ਭੁਗਤਣੀ ਹੈ। ਵੈਸੇ ਦੀਪ ਸਿੱਧੂ ਨੂੰ ਤਾਂ ਮੈਂ ਅੱਜ ਤੱਕ ਕਦੀ ਕਿਸੇ ਬਾਰੇ ਕੁਝ ਵੀ ਨੈਗੇਟਿਵ ਕਹਿੰਦੇ ਹੋਏ ਨਹੀਂ ਦੇਖਿਆ ਤੇ ਦੀਪ ਸਿੱਧੂ ਦੇ ਬਾਰੇ ਐਕਸਪੈਕਟੇਸ਼ਨ ਇੰਟਰਨੈਸ਼ਨਲ ਸੰਗਤ ਦੀ ਇਹੀ ਹੈ ਕਿ ਉਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉਤਰੇ, ਸਾਡੀ ਆਪਣੀ ਖੇਤਰੀ ਪਾਰਟੀ ਹੋਵੇ ਤੇ ਉਹਦਾ ਉਹ ਫੇਸ ਹੋਵੇ, ਉਹਨੂੰ ਐਜ਼ ਏ ਪੰਜਾਬ ਨਿਊ ਸੀਐਮ ਫੇਸ ਦੇਖਿਆ ਜਾ ਰਿਹਾ 2022 ਵਾਸਤੇ। ਪਰ ਇਹ ਹੁਣ ਆਉਣ ਵਾਲਾ ਵਕਤ ਤੈਅ ਕਰੂਗਾ ਕਿ ਪੰਜਾਬ ਦੀ ਸਿਆਸਤ ਦਾ ਊਂਠ ਕਿਹੜੇ ਪਾਸੇ ਬਹਿੰਦਾ। ਪਰ ਅੰਤ ਦੇ ਵਿੱਚ ਮੈਂ ਇਹੀ ਬੇਨਤੀ ਕਰਾਂਗਾ ਕਿ ਇੱਦਾਂ ਦੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਤਨ ਮਨ ਧਨ ਤੋਂ ਸਮਾਜ ਸੇਵਾ ਦੇ ਵਿੱਚ ਜੁੜੀਆਂ ਹੋਈਆਂ ਨੇ, ਅੱਜ ਇਸ ਇਤਿਹਾਸਿਕ ਦੌਰ ਦੇ ਵਿੱਚ ਜੋ ਦੌਰ ਚੱਲ ਰਿਹਾ ਹੈ ਪਿਛਲੇ 3 ਮਹੀਨਿਆਂ ਤੋਂ ਦਿੱਲੀ ਦੀ ਹਿੱਕ ਉੱਤੇ ਆ ਕੇ ਬਹਿ ਗਏ ਆ, ਉਸ ਤੇ ਵੀ ਹਾਜ਼ਰੀ ਲਗਵਾ ਰਹੀਆਂ ਨੇ ਤੇ ਪਟਿਆਲੇ ਲਚਕਾਣੀ ਪਿੰਡ ਦੇ ਵਿੱਚ ਆਪਣਾ ਫਰਜ਼ ਵੀ ਨਿਭਾ ਰਹੀਆਂ ਨੇ। ਉਹਨਾਂ ਗਰੀਬ ਗੁਰਬਿਆਂ ਦੀ ਮਦਦ ਕਰਕੇ ਜਿਹਨਾਂ ਨੂੰ ਕੋਈ ਨਹੀਂ ਸੀ ਸਾਂਭਦਾ, ਉਹਨਾਂ ਦੇ ਕੀੜੇ ਕੱਢ ਕੇ ਉਹਨਾਂ ਨੂੰ ਤੁਰਨ ਫਿਰਨ ਲਾਇਕ ਬਣਾ ਰਹੀਆਂ ਨੇ ਇਹ ਸੰਸਥਾਵਾਂ, ਉਹਨਾਂ ਨੂੰ ਘਰ ਘਰ ਪਹੁੰਚਾ ਰਹੀਆਂ ਨੇ ਇਹ ਸੰਸਥਾਵਾਂ। ਤੇ ਸਾਡਾ ਫਰਜ਼ ਬਣਦਾ ਅਜਿਹੀਆਂ ਸੰਸਥਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੀਏ, ਕੋਈ ਕਮੀ ਅਜਿਹੀਆਂ ਸੰਸਥਾਵਾਂ ਨੂੰ ਅਸੀਂ ਨਾ ਆਉਣ ਦਈਏ ਤਾਂ ਜੋ ਇਹਨਾਂ ਦੀ ਸੇਵਾ ਵਿੱਚ ਕਦੇ ਕੋਈ ਕਮੀ ਨਾ ਆਵੇ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ ਤੇ ਜਿੰਨੀ ਸੰਗਤ ਵੱਧ ਚੜ ਕੇ ਪਹੁੰਚ ਸਕਦੀ ਹੈ ਇਹਨਾਂ ਮੋਰਚਿਆਂ ਦੇ ਵਿੱਚ ਪਹੁੰਚੋ, ਕਿਉਂਕਿ ਇਸ ਵਾਰ ਨਵਾਂ ਸਾਲ ਸਾਰਾ ਪੰਜਾਬ ਜੇ ਵਾਕਈ ਮਨਾਉਣਾ ਚਾਹੁੰਦਾ ਨਾ ਤਾਂ ਦਿੱਲੀ ਦੀ ਹਿੱਕ ਤੇ ਆ ਕੇ ਮਨਾਇਓ, ਤਾਂ ਜੋ ਭਾਰ ਇੰਨਾ ਕਿ ਦਿੱਲੀ ਦੀ ਹਿੱਕ ਦੇ ਉੱਤੇ ਹੋ ਜਾਏ। ਜੋ ਚੀਜ਼ਾਂ ਪਹਿਲਾਂ ਵੀ ਕਹੀਆਂ ਨੇ ਕਿ ਇੱਕ ਵਾਰ ਦਿੱਲੀ ਦਾ ਸਾਹ ਬੰਦ ਹੋ ਜਾਵੇ, ਜੇ ਸਾਰੇ ਪੰਜਾਬ ਤੋਂ ਅੱਧੀ ਆਵਾਮ ਵੀ ਪੰਜਾਬ ਦੀ ਨਵੇਂ ਸਾਲ ਤੱਕ ਇੱਥੇ ਪਹੁੰਚ ਗਈ ਨਾ, ਇਹਨਾਂ ਦੀ ਜਾਨ ਨਿਕਲ ਜਾਣੀ ਹੈ। ਮੱਛੀ ਵਾਂਗ ਤਾਂ ਤੜਪਦੇ ਪਏ ਨੇ ਪਰ ਅਜੇ ਵੀ ਅਸੀਂ ਘੋਲ ਕਰ ਲੈਂਦੇ ਹਾਂ। ਅਸੀਂ ਕਹਿੰਦੇ ਹਾਂ ਚੱਲ ਕੋਈ ਗੱਲ ਨਹੀਂ, 94-95 ਹਜ਼ਾਰ ਟਰਾਲੀ ਇੱਕ ਪਾਸੇ ਪਹੁੰਚੀ ਹੋਈ ਹੈ ਇੱਕ ਬੈਰੀਅਰ ਤੇ, ਬਥੇਰਾ ਆ, ਸਾਡੇ ਨਾਲ ਜਾਣ ਦਾ ਕੀ ਫਰਕ ਪੈਣਾ। ਉਹ ਤੁਹਾਡੇ ਵਰਗੇ ਨਹੀਂ ਜਿਹੜੇ 2-2 ਘਰਾਂ 'ਚੋਂ ਤੁਰੇ ਸੀ, ਜਿਹਨਾਂ ਨੇ ਇੰਨੀ ਟਰਾਲੀ ਇੱਥੇ ਪਹੁੰਚਾਈ ਹੈ ਤੇ ਅੱਜ ਲੱਖਾਂ ਦੀ ਤਾਦਾਦ ਵਿੱਚ ਸੰਗਤ ਇੱਥੇ ਬੈਠੀ ਹੈ। ਜੇ ਤੁਸੀਂ ਵੀ ਆ ਜਾਓ ਤਾਂ ਇਹ ਲੱਖ ਜਿਹੜੇ ਦੇ ਕਰੋੜ ਦੇ ਵਿੱਚ ਜਿੱਦਣ ਬਦਲ ਗਏ ਨਾ, ਉਦਣ ਜਾਨ ਦਿੱਲੀ ਦੀ ਨਿਕਲ ਜਾਣੀ ਹੈ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਤੁਸੀਂ ਵੀਰ ਕੁਝ ਬੋਲਣਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜੀ ਮੈਂ ਜਿਵੇਂ ਹੁਣ ਦੀਪ ਸਿੱਧੂ ਨਾਲ ਦੀ ਗੱਲ ਚੱਲੀ ਹੈ ਨਾ, ਲੱਖੇ ਸਿਧਾਣੇ ਨਾਲ ਚੱਲੇ ਆ, ਮਤਲਬ ਮੇਰੇ ਹਿਸਾਬ ਨਾਲ ਜੇ ਸੰਘਰਸ਼ ਉਰੇ ਤੱਕ ਪਹੁੰਚਿਆ ਤਾਂ ਉਹਨਾਂ 2 ਬੰਦਿਆਂ ਕਰਕੇ, ਕਿਉਂਕਿ ਸਾਡਾ ਯੂਥ ਮਤਲਬ ਬਹੁਤ ਨੀਵੇਂ ਪੱਧਰ ਤੱਕ ਨਿਰਾਸ਼ਾ 'ਚ ਚਲੇ ਗਿਆ ਤਾਂ ਬਰਗਾੜੀ ਤੋਂ ਬਾਅਦ, ਖਾਸ ਕਰਕੇ ਬਰਗਾੜੀ ਤੋਂ ਬਾਅਦ, ਕਿਉਂਕਿ ਸਾਡੇ ਤੇ ਉਹੀ ਮਤਲਬ ਪਿਛਲੇ 30-40 ਸਾਲ ਤੋਂ ਉਹੀ ਬੰਦੇ ਕਾਬਜ ਨੇ ਜੋ ਫੈਸਲਾ ਲੈਂਦੇ ਨੇ, ਕੌਮ ਨੂੰ ਉਹੀ ਬਰਦਾਸ਼ਤ ਤੇ ਕਰਨਾ ਪੈਂਦਾ, ਕੌਮ ਨੂੰ ਮਨਜ਼ੂਰ ਨਹੀਂ ਹੁੰਦਾ, ਬਰਦਾਸ਼ਤ ਕਰਨਾ ਪੈਂਦਾ, ਹਜਮ ਤਾਂ ਹੁੰਦਾ ਹੀ ਨਹੀਂ। ਪਰ ਜੋ ਅੱਜ ਇਹ ਸਟੇਜ ਬਣਿਆ, ਇੱਕ ਮੌਕਾ ਬਣਿਆ, ਅਸੀਂ ਠੀਕ ਹੈ ਨਾ, ਆਪਾਂ ਕਹਿੰਦੇ ਵੀ ਧੌਣ ਤੇ ਗੋਡਾ ਰੱਖੀਏ, ਮੈਂ ਕਹਿੰਦਾ ਵੀ ਆਪਾਂ ਅੱਧਾ ਗੋਡਾ ਤਾਂ ਕੱਢਤਾ ਬਾਹਰ, ਠੀਕ ਹੈ ਜੀ, ਆਪਣਾ ਮੋਦੀ ਉਹਨਾਂ ਦੇ ਗਲ 'ਚੋਂ। ਪਰ ਆਪਾਂ ਨੂੰ ਦੀਪ ਸਿੱਧੂ ਤੇ ਲੱਖੇ ਸਿਧਾਣੇ ਵਰਗਿਆਂ ਦੇ ਨਾਲ ਹਮੇਸ਼ਾ ਰਹਿਣਾ ਚਾਹੀਦਾ। ਇਹ ਸੰਘਰਸ਼ ਕਿਤੇ ਜੇ ਉਹ 2 ਬੰਦੇ ਬੇਗੌਰੇ ਹੋ ਗਏ, ਕਿਉਂਕਿ ਚਾਹੁੰਦੇ ਵੀ ਨੇ, ਸਾਡੇ ਹੀ ਬੰਦੇ ਚਾਹੁੰਦੇ ਨੇ ਵੀ ਉਹ ਨੇੜੇ ਨਾ ਹੋਣ, ਜਿਵੇਂ ਸਟੇਜਾਂ ਤੇ ਬੋਲਣ ਨਹੀਂ ਦਿਆ ਜਾਂਦਾ। ਮਤਲਬ ਕਾਰਨ ਕੀ ਹੈ ਜੀ? ਇਹ ਗੱਲ ਦਾ ਮਤਲਬ ਮੈਨੂੰ ਕਾਰਨ ਨਹੀਂ ਹਾਲੇ ਤੱਕ ਸਮਝ ਆਇਆ, ਠੀਕ ਹੈ ਨਾ। ਆਪਾਂ ਚਲੋ ਗੱਲ ਵੀ ਨਹੀਂ ਕਰਦੇ। ਇਹ ਨਾ ਕਿਸਾਨ ਜਥੇਬੰਦੀਆਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੀ ਇਹ 2 ਨੌਜਵਾਨ ਜੇ ਇਕੱਠੇ ਹੋ ਗਏ, 80-90% ਯੂਥ ਜਿਹੜਾ ਪਹੁੰਚਿਆ ਹੈ ਨਾ ਇੱਥੇ, ਉਹ ਇਹਨਾਂ ਕਰਕੇ ਪਹੁੰਚਿਆ ਹੈ ਕਿਉਂਕਿ ਦੀਪ ਸਿੱਧੂ ਨੇ ਜੋ ਹੋਕਾ ਉੱਥੋਂ ਸ਼ੰਭੂ ਮੋਰਚੇ ਜੋ ਦਿੱਤਾ, ਉਹਦਾ ਦੇਸ਼ਾਂ ਵਿਦੇਸ਼ਾਂ ਤੱਕ ਨੌਜਵਾਨਾਂ ਦੇ ਉੱਤੇ, ਕਿਉਂਕਿ ਮੈਂ ਪੂਰਾ ਦਾ ਪੂਰਾ ਸ਼ੰਭੂ ਮੋਰਚਾ 2 ਮਹੀਨੇ ਕੰਟੀਨਿਊ ਕਵਰ ਕੀਤਾ ਹੈ ਤੇ ਉਹ ਇੱਕ ਅਜਿਹਾ ਮੰਚ ਸੀ ਪੂਰੇ ਪੰਜਾਬ ਦਾ ਜਿੱਥੇ ਤੁਸੀਂ ਆਪਣੇ ਮਨ ਦੀ ਹਰ ਗੱਲ, ਹਰ ਵਰਗ ਆ ਕੇ ਕਰ ਸਕਦਾ ਸੀ ਬਿਨਾਂ ਕਿਸੇ ਧਾਰਮਿਕ ਕੱਟੜਤਾ ਦੇ। ਇਹ ਵੀਰ ਸੁਣਦਾ ਵੀ ਬੜੇ, ਮਤਲਬ ਕਿ ਦੀਪ ਸਿੱਧੂ ਦੀ ਮੈਂ ਇੱਕ ਗੱਲ ਦੇਖੀ ਹੈ, ਮਤਲਬ ਹਰ ਇੱਕ ਬੰਦੇ ਨੂੰ ਮਿਲਣਾ, ਅਸੀਂ ਉਹਨੂੰ ਜਾਣਦੇ ਤੇ ਕਿਉਂਕਿ ਅਸੀਂ ਫਿਲਮਾਂ 'ਚ ਦੇਖਿਆ, ਚਲੋ ਜਿਵੇਂ ਵੀ ਹੈ ਨਾ, ਵਾਲੀਆਂ ਨਹੀਂ ਦੇਖਦੇ ਪਰ ਉਹਦੀਆਂ 2 ਫਿਲਮਾਂ ਦੇਖੀਆਂ ਚਲੋ ਜਿਹੜੀਆਂ ਵਧੀਆ ਆਈਆਂ ਹੈ ਨਾ। ਪਰ ਜਿੱਥੇ ਤੱਕ ਉਹ ਮਤਲਬ ਬੰਦੇ ਨੂੰ ਸਮਝਦਾ ਤੇ ਸੁਣਦਾ, ਕੋਈ ਲੀਡਰ ਅੱਜ ਤੱਕ ਨਹੀਂ ਦੇਖਿਆ। ਕੋਈ ਲੀਡਰ ਆ ਕੇ ਸੰਗਤ 'ਚ ਬਹਿੰਦਾ ਜ਼ਰੂਰ ਹੈ, ਆਪਣੀ ਗੱਲ ਰੱਖ ਕੇ ਜਾਂਦਾ, ਸੰਗਤ ਦੇ ਵਿਚਾਰ ਕਦੇ ਨਹੀਂ ਲੈ ਕੇ ਜਾਂਦਾ। ਉਹ ਬੰਦਾ ਇੱਕ ਇਹੋ ਜਿਹਾ ਦੇਖਿਆ, ਨਾ ਜਜ਼ਬਾਤੀ ਬੰਦਾ ਦੇਖਿਆ ਮੈਂ ਆਪਣੀ ਜ਼ਿੰਦਗੀ 'ਚ, ਵੀ ਜਿਹੜਾ ਕੌਮ ਨੂੰ ਮੂਹਰੇ ਰੱਖ ਕੇ ਚੱਲਣ ਵਾਲਾ, ਕੌਮ ਦੀ ਸੁਣਨ ਵਾਲਾ, ਆਪਣੀ ਥੋਪਣ ਵਾਲਾ ਬਿਲਕੁਲ ਨਹੀਂ ਹੈਗਾ। ਜਜ਼ਬਾਤੀ ਬੰਦਾ ਜ਼ਰੂਰ ਹੈਗਾ, ਉਹ ਥੋੜ੍ਹਾ ਜਿਹਾ ਜਜ਼ਬਾਤਾਂ 'ਚ ਜ਼ਿਆਦਾ ਬਹਿ ਜਾਂਦਾ। ਚਲੋ ਜਜ਼ਬਾਤਾਂ ਨੂੰ ਵੀਰ ਕਰ ਲੂਗਾ ਹੌਲੀ ਹੌਲੀ ਕੰਟਰੋਲ, ਚੜ੍ਹਦੀ ਉਮਰ 'ਚ ਇਹੋ ਜਿਹਾ ਕੁਝ ਹੁੰਦਾ ਹੀ ਹੁੰਦਾ ਹੈ ਨਾ। ਜਜ਼ਬਾਤ ਵੀ ਹੋਣੇ ਚਾਹੀਦੇ ਨੇ। ਦੇਖੋ ਜਜ਼ਬਾਤ ਸਾਡੀਆਂ ਭਾਵਨਾਵਾਂ ਦੇ ਵਿੱਚੋਂ ਨਿਕਲਦੇ ਨੇ ਵੀਰ। ਹੁਣ ਦੀਪ ਸਿੱਧੂ ਨੇ ਆਪਣੀ ਜਿਸ ਤੋਂ ਕੰਟਰੋਵਰਸੀ ਬੜੀ ਹੋਈ ਸੀਗੀ, ਉਹਨੇ ਇਹੀ ਕਿਹਾ ਸੀ ਕਿ ਅਸੀਂ ਆਏ ਆ ਮੋਰਚਾ, ਅਸੀਂ ਜਿੱਤ ਚੁੱਕੇ ਹਾਂ। ਅਗਰ ਅਮੈਂਡਮੈਂਟਸ ਕਰਦੀ ਹੈ ਸਰਕਾਰ, ਸਾਨੂੰ ਅਮੈਂਡਮੈਂਟਸ ਕਰਵਾ ਕੇ
ਹੱਸਦੇ ਖੇਡਦੇ ਵਾਪਸ ਚੱਲ ਜਾਣਾ ਚਾਹੀਦਾ ਵੀ ਸਾਨੂੰ ਕੋਈ ਕ੍ਰੈਕਡਾਊਨ ਦੀ ਸਿਚੁਏਸ਼ਨ ਨਹੀਂ ਬਣਾਉਣੀ ਚਾਹੀਦੀ ਵੀ ਕੱਲ ਨੂੰ ਕੋਈ ਖੂਨ ਖਰਾਬਾ ਹੋ ਜਾਵੇ। ਉਹਦੇ ਮਨ 'ਚ ਕਿਤੇ ਬਲਬਲ ਆਇਆ ਹੋਊਗਾ, ਉਹਨੇ ਇਹ ਗੱਲ ਉਹਨੂੰ ਮੀਡੀਆ ਦੇ ਵਿੱਚ ਕਿਤੇ ਤੂਲ ਦਿੱਤੀ ਗਈ, ਉਹਨਾਂ ਨੇ ਉਹਨੂੰ ਵਿਚਾਰੇ ਨੂੰ ਲਾਹਨਤਾਂ ਪਾਈਆਂ। ਉਸ ਤੋਂ ਬਾਅਦ ਉਹਨੇ ਵਿਚਾਰੇ ਨੇ ਉਸ ਚੀਜ਼ ਤੋਂ ਮਾਫੀ ਵੀ ਮੰਗੀ ਕਿ ਅਗਰ ਕਿਸੇ ਨੂੰ ਬੁਰਾ ਲੱਗਿਆ, ਕਿਉਂਕਿ ਪਰ ਉਹ ਆਪਣੀ ਥਾਂ ਤੇ ਗਲਤ ਨਹੀਂ ਸੀ। ਇੰਟਰਨੈਸ਼ਨਲ ਸੰਗਤ ਉਹਨੂੰ ਪੂਰੀ ਤਰ੍ਹਾਂ ਸਪੋਰਟ ਕਰਦੀ ਸੀ, ਉਹਨਾਂ ਨੇ ਇੱਕ ਚੀਜ਼ ਨੂੰ ਉਸ ਦੀ ਸਹੀ ਠਹਿਰਾਇਆ। ਹੁਣ ਅਗਰ ਅਸੀਂ ਦੋਨੋਂ ਪ੍ਰੋਸਪੈਕਟਿਵਸ ਨਾਲ ਦੇਖੀਏ ਤਾਂ ਕਿਤੇ ਨਾ ਕਿਤੇ ਅਸੀਂ ਉਸ ਨੂੰ 99% ਸਹੀ ਦੱਸਾਂਗੇ, ਗਲਤ ਨਹੀਂ ਦੱਸਾਂਗੇ, ਠੀਕ ਹੈ, ਕਿਉਂਕਿ ਉਹਦੀਆਂ ਕਈਆਂ ਗੱਲਾਂ ਆਪਣੇ ਪੈਮਾਨੇ ਪੂਰੇ ਕਰਦੀਆਂ ਨੇ। ਤੇ ਦੂਸਰੇ ਪਾਸੇ ਹੁਣ ਅਗਰ ਸੰਗਤ ਕਹਿੰਦੀ ਹੈ ਵੀ ਇਹ ਦੀਪ ਸਿੱਧੂ ਸਿਆਸਤ ਤੇ ਉਤਰੇ ਤੇ ਦੀਪ ਮਨਾ ਕਰਦਾ ਹੈ ਕਿ ਮੈਂ ਤਾਂ ਸਿਆਸਤ ਦੇ ਵਿੱਚ ਉਤਰਨਾ ਨਹੀਂ, ਉਸ ਦੇ ਬਾਰੇ ਕੀ ਕਹੋਗੇ? ਉਹ ਫਿਰ ਗਲਤ ਮੈਸੇਜ ਜਾਂਦਾ ਸੀ, ਕਿਉਂਕਿ ਯੂਥ ਉਹਨਾਂ ਨੂੰ ਪਸੰਦ ਕਰਦਾ, ਠੀਕ ਹੈ ਨਾ, ਕਿਉਂਕਿ ਆਪਾਂ ਇੱਥੋਂ ਲੈ ਕੇ ਜਾਣਾ। ਕਰੋ ਦੀਪ ਨੂੰ ਸਿੱਧਾ ਕਹੋ ਜੋ ਕਹਿਣਾ ਚਾਹੁੰਦੇ ਹੋ, ਇੱਕ ਵਾਰ ਉਹਨੂੰ ਬੇਨਤੀ ਕਰੋ ਜੋ ਕਹਿਣਾ ਮੈਨੂੰ ਨਾ ਕਹੋ। ਦੀਪ ਵੀਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅਨਪੜ੍ਹ ਜਿਹਾ ਬੰਦਾ ਮੈਂ, ਉਹ ਵੀ ਤੁਹਾਡੇ ਨਾਲ ਚਲੋ ਛੋਟਾ ਹੀ ਹੋਊਗਾ, ਪਰ ਮੇਰੀ ਇੱਕ ਗੱਲ ਹੈ ਵੀ ਜੋ ਸੰਗਤ ਤੁਹਾਨੂੰ ਪਿਆਰ ਨਾਲ ਦਿੰਦੀ ਹੈ ਆਪਣੀ ਝੋਲੀ 'ਚ ਪਾ ਲਿਓ ਵੀਰੇ, ਕਿਉਂਕਿ ਮਹਾਰਾਜ ਨੇ ਸੰਗਤ ਨੂੰ ਮੂਹਰੇ ਰੱਖਿਆ ਹੋਇਆ, ਠੀਕ ਹੈ ਨਾ। ਜੇ ਆਪਾਂ ਸੰਗਤ ਦੀ ਗੱਲ ਨਹੀਂ ਸੁਣਾਂਗੇ ਤਾਂ ਉਹਦੇ 'ਚ ਫਿਰ ਆਪਣਾ ਹੀ ਘਾਟਾ, ਕਿਉਂਕਿ ਮਹਾਰਾਜ ਸੰਗਤ 'ਚ ਵੱਸਦੇ ਆ। ਜਿਵੇਂ ਹੁਣ ਆਪਾਂ ਕਹਿੰਦੇ ਹਾਂ ਵੀ ਉਰੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੈਗਾ, ਮੈਂ ਕਹਿੰਦਾ ਵੀ ਗੁਰੂ ਸਾਹਿਬ ਤੋਂ ਬਿਨਾਂ ਲੰਗਰ ਚੱਲੇ ਨਹੀਂ ਰਹੇ, ਠੀਕ ਹੈ ਨਾ ਜੀ। ਗੁਰੂ ਸਾਹਿਬ ਤੋਂ ਹੁਣ ਦੁੱਧ, ਕੱਲ ਸਾਡੀ ਦੁੱਧ ਦੀ ਇੱਕ ਪੇਟੀ ਅਸੀਂ ਕੱਢੀ ਸੀਗੀ ਸੁੱਕੇ ਦੁੱਧ ਦੀ, ਵੀ ਚਲੋ ਯਾਰ ਅੱਜ ਦੁੱਧ ਨਹੀਂ ਆਇਆ, ਦੁੱਧ ਬਣਾ ਲਈਏ। ਮਹਾਰਾਜ ਨੇ ਇੰਨੀ ਕਿਰਪਾ ਕਰੀ, ਦੁੱਧ ਦੇ ਸਾਨੂੰ ਭਾਂਡੇ ਨਹੀਂ ਮਿਲੇ, ਸਾਡੇ ਕੋਲ ਭਾਂਡੇ ਹੀ ਭਰ ਗਏ, ਇੰਨਾ ਦੁੱਧ ਆ ਗਿਆ। ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਦੇਖੋ ਆਪਾਂ ਜੋ ਆਪਣੀ ਝੋਲੀ ਪਰਮਾਤਮਾ ਨੇ ਸੰਗਤ ਨੇ ਪਾਇਆ ਦੀਪ ਵੀਰੇ, ਉਹ ਲੈਣਾ। ਜੇ ਆਪਾਂ ਨੂੰ ਪਾਰਟੀ ਵੀ ਬਣਾਉਣੀ ਪਵੇ, ਕਿਉਂਕਿ ਆਪਾਂ ਜਿਹੜੀਆਂ ਪੰਜਾਬ 'ਚ ਹੁਣ 3 ਧਿਰਾਂ ਨੇ, ਚਲੋ ਹੁਣ ਤਾਂ 3 ਆ, ਮੈਂ ਕੋਈ ਬਹੁਤੀ ਆਸ ਨਹੀਂ ਰੱਖਦਾ। ਸੰਗਤ ਬਾਕੀ ਜਿਵੇਂ ਕਹੂਗੀ ਉਵੇਂ ਪ੍ਰਵਾਨ ਜ਼ਰੂਰ ਕਰਿਓ, ਕਿਉਂਕਿ ਆਪਾਂ ਨੂੰ ਇੱਕ ਵੱਖਰਾ ਆਪਣਾ ਸਟੇਜ ਬਣਾਉਣੀ ਪੈਣੀ ਹੈ ਜੀ, ਵੱਖਰੀ ਸਰਕਾਰ ਬਣਾਉਣੀ ਪੈਣੀ ਹੈ। ਹੁਣ ਵੱਖਰੀ ਇੱਕ ਸਰਕਾਰ ਬਣਾਉਣੀ ਪੈਣੀ, ਕਿਉਂਕਿ ਮੋਟੀ ਗੱਲ ਇਹ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਹੁਣ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਸਾਂਭਣੀ ਪੈਣੀ ਹੈ, ਕਿਉਂਕਿ ਇਹ ਜਿਹੜੀ ਬੁੱਢੜੀ ਹੋਈ ਸਿਆਸਤ ਆ, ਇਹਨੇ ਅੱਜ ਤੱਕ ਪੰਜਾਬ ਦੀ ਨੌਜਵਾਨੀ ਦੀਆਂ ਬੇੜੀਆਂ 'ਚ ਬੱਟੇ ਪਾਏ ਨੇ। ਕਦੀ ਇਹਨਾਂ ਨੂੰ ਗੁੰਮਰਾਹ ਕਰਕੇ, ਕਦੀ ਇਹਨਾਂ ਨੂੰ ਅੱਤਵਾਦੀ ਕਹਿ ਕੇ, ਕਦੀ ਇਹਨਾਂ ਨੂੰ ਵੱਖਵਾਦੀ ਕਹਿ ਕੇ, ਜੇ ਕੁਝ ਨਹੀਂ ਚੱਲਿਆ ਤਾਂ ਇਹਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਹੈ, ਗੁੰਮਰਾਹ ਕੀਤਾ ਹੈ, ਜੇਲ੍ਹਾਂ ਦੇ ਵਿੱਚ ਧੱਕਿਆ ਹੈ, ਜਵਾਨੀਆਂ ਨੌਜਵਾਨਾਂ ਦੀਆਂ ਬਰਬਾਦ ਕੀਤੀਆਂ ਨੇ। ਉਹਨਾਂ ਮਾਵਾਂ ਨੂੰ ਸਾਨੂੰ ਯਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਜਵਾਨ ਪੁੱਤ ਦੀਆਂ ਲਾਸ਼ਾਂ ਆਪਣੀਆਂ ਪੱਟਾਂ ਉੱਤੇ ਰੱਖ ਕੇ ਜਿਹੜੀਆਂ ਸਿਆਪੇ ਪਾਉਂਦੀਆਂ ਸੀ, ਪਿੱਟਦੀਆਂ ਸੀ ਇਹਨਾਂ ਸਰਕਾਰਾਂ ਨੂੰ। ਤੇ ਜੇ 2022 ਦੇ ਵਿੱਚ ਵੀ ਅਜਿਹਾ ਹੀ ਮੰਜ਼ਰ ਸਾਨੂੰ ਵੇਖਣ ਨੂੰ ਮਿਲਦਾ ਹੈ, ਇਹਨਾਂ ਸਰਕਾਰਾਂ ਦੇ ਵਿੱਚੋਂ ਕੋਈ ਲੀਡਰ ਬੈਠਦਾ ਹੈ ਸੀਐਮ ਬਣ ਕੇ, ਤਾਂ ਉਹ ਗਲਤੀ ਸਾਡੀ ਹੋਏਗੀ। ਇੰਨਾ ਵੱਡਾ ਅਗਰ ਸੰਘਰਸ਼ ਅੱਜ ਅਸੀਂ ਜਿੱਤ ਚੁੱਕੇ ਹਾਂ, ਤੇ ਇਸ ਸੰਘਰਸ਼ ਦੇ ਵਿੱਚੋਂ ਅਗਰ ਅਸੀਂ ਆਪਣੀ ਹੋਂਦ ਅਸਲੀ ਪ੍ਰਾਪਤ ਨਾ ਕੀਤੀ, ਅਸਲੀ ਹੋਂਦ ਪੰਜਾਬ ਦੀ ਇੱਕ ਆਪਣੀ ਖੇਤਰੀ ਪਾਰਟੀ ਹੈ, ਤੇ ਸਿਰਫ ਪੰਜਾਬ ਦੀ ਨਹੀਂ, ਹਰਿਆਣੇ ਦੀ ਵੀ ਹੈ। ਤੇ ਪੰਜਾਬ ਤੇ ਹਰਿਆਣਾ ਹੁਣ ਜਿੱਦਾਂ ਇਕਜੁੱਟ ਇੱਕ ਮੁੱਠ ਹੋ ਕੇ ਅੱਗੇ ਆਇਆ ਆ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਤੇ ਇਹ ਗੰਦੇ ਸਿਆਸਤਦਾਨਾਂ ਨੂੰ ਪਿੱਛੇ ਕਰੀਏ। ਆਪਣੇ ਆਪ ਪੰਜਾਬ ਦੇ ਪਾਣੀਆਂ ਦੇ ਮਸਲੇ ਵੀ ਸਿਆਪੇ ਮੁੱਕ ਜਾਣੇ ਨੇ ਆ, ਰਾਜਧਾਨੀ ਦੇ ਵੀ ਖਤਮ ਹੋ ਜਾਣੇ ਆ, ਕਿਉਂਕਿ ਹਰਿਆਣੇ ਦੇ ਜਾਟ ਤਾਂ ਤੁਹਾਨੂੰ ਪਤਾ ਹੀ ਆ, ਲੱਠਾਂ ਲੈ ਕੇ, ਉਹ ਵੀ ਤੁਹਾਡੇ ਸਾਹਮਣੇ ਹੀ ਸ਼ੋਅ ਸੀਗਾ, ਸਿੱਧਾ ਕਹਿੰਦੇ ਸੀ ਵੀ ਸਾਨੂੰ ਆਹ ਬਾਰਡਰ ਜਿਹਾ ਚਾਹੀਦਾ ਨਹੀਂ ਹੈਗਾ। ਇਹਨਾਂ ਨੇ ਪੰਜਾਬ ਨੂੰ ਤੇ ਹਰਿਆਣੇ ਨੂੰ ਇੰਡੀਆ ਪਾਕਿਸਤਾਨ ਸਾਲਾ ਬਣਾਤਾ ਆ। ਮਾਫ ਕਰਨਾ ਗੱਲ ਵਾਸਤੇ ਉਹਨਾਂ ਦੇ ਸ਼ਬਦ ਸੀਗੇ ਇਹ। ਅਸੀਂ ਨਹੀਂ ਚਾਹੁੰਦੇ ਕਿ ਇਹ ਇੰਡੀਆ ਪਾਕਿਸਤਾਨ ਵਾਲਾ ਹਿਸਾਬ ਕਿਤਾਬ ਜਿਹੜਾ ਹੈਗਾ ਉੱਦਾਂ ਦਾ, ਕਿਉਂਕਿ ਜਿੱਦਣ ਅਸੀਂ ਸ਼ੰਭੂ ਬੈਰੀਅਰ ਤੋੜਿਆ ਤੁਹਾਡੇ ਸਾਹਮਣੇ ਹੈ ਵੀ ਉਧਰ ਕਿੱਦਾਂ ਟੀਅਰ ਗੈਸ ਚੱਲ ਰਹੀ ਸੀ, ਕਿੱਦਾਂ ਲਾਠੀ ਚਾਰਜ ਤੱਕ ਕਰਨ ਦੇ ਉੱਤੇ ਆਏ ਪੁਲਿਸ ਵਾਲੇ। ਪਰ ਫਿਰ ਵੀ ਥੋੜ੍ਹੀ ਦੇਰ ਤੋਂ ਬਾਅਦ ਉਹੀ ਪੁਲਿਸ ਵਾਲਿਆਂ ਨੂੰ ਅਜਿਹੇ ਨੌਜਵਾਨ ਚਾਹ ਪਾਣੀ ਪੁੱਛ ਰਹੇ ਸੀ, ਲੰਗਰ ਪੁੱਛ ਰਹੇ ਸੀ। ਫਿਰ ਸ਼ਰਮ ਕਿਤੇ ਤਾਂ ਸਰਕਾਰਾਂ ਨੂੰ ਆਉਣੀ ਚਾਹੀਦੀ ਹੈ। ਸਰਕਾਰਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਵੀ ਜਿਹਨਾਂ ਦੇ ਸਿਰ ਤੇ ਦਸਤਾਰਾਂ ਨੇ ਨਾ, ਉਹਨਾਂ ਦੇ ਕਰਕੇ ਹੀ ਅੱਜ ਇਹ ਮੁਲਕ ਜਿਉਂਦਾ ਹੈ ਤੇ ਆਜ਼ਾਦ ਵੀ ਹੈ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਪੰਜਾਬੀਆਂ ਦੀਆਂ 80% ਤੋਂ ਵੱਧ ਸ਼ਹਾਦਤਾਂ ਨੇ ਇਸ ਮੁਲਕ ਵਾਸਤੇ, ਉਹ ਤੁਹਾਡੀ ਜਾਨ ਨਿਕਲਦੀ ਹੈ। ਫੇਰ ਕਹਿੰਦੇ ਹੋ ਅਹਿਸਾਨ ਝਾੜਦੇ ਹੋ, ਅਹਿਸਾਨ ਨਹੀਂ ਝਾੜਦੇ, ਤੁਹਾਨੂੰ ਚੇਤਾ ਕਰਾਉਂਦੇ ਆ ਵੀ ਘੱਟੋ ਘੱਟ ਤੁਸੀਂ ਅਹਿਸਾਨ ਫਰਾਮੋਸ਼ ਨਾ ਹੋਵੋ। ਅਸੀਂ ਕੁਝ ਨਹੀਂ ਮੰਗਦੇ ਤੁਹਾਡੇ ਤੋਂ, ਬਸ ਇੰਨਾ ਮੰਗਦੇ ਹਾਂ ਕਿ ਮਾਈਨੋਰਿਟੀਜ਼ ਨੂੰ ਉਹਨਾਂ ਦੇ ਬਣਦੇ ਹੱਕ ਦਿਓ, ਖੁਸ਼ ਰੱਖੋ ਉਹਨਾਂ ਨੂੰ। ਰਾਜਾ ਚੰਗਾ ਉਹੀ ਹੁੰਦਾ ਜਿਹੜਾ ਪ੍ਰਜਾ ਨੂੰ ਖੁਸ਼ ਰੱਖੇ। ਤੇ ਜੇਕਰ ਤੁਸੀਂ ਤਾਨਾਸ਼ਾਹੀ ਰਵੱਈਆ ਅਪਣਾਉਣਾ ਹੈ ਤਾਂ ਸਿੱਖ ਕੌਮ ਨੇ ਨਾ ਕਿਸੇ ਤਾਨਾਸ਼ਾਹ ਨੂੰ ਰਹਿਣ ਦਿੱਤਾ, ਨਾ ਰਹਿਣ ਦੇਵਾਂਗੇ।
ਜਦ ਸਾਡੇ ਗੁਰੂ ਨੇ ਬਾਬਰ ਨੂੰ ਜਾਵਰ ਮੂੰਹ ਤੇ ਕਹਿ ਦਿੱਤਾ ਸੀ, ਉਹਨੂੰ ਨਹੀਂ ਬਖਸ਼ਿਆ। ਤੇ ਅੱਜ ਕੱਲ ਦੇ ਮੋਦੀ ਸਾਹਿਬ ਹੋਣ ਜਾਂ ਫਿਰ ਅੰਬਾਨੀ ਅਡਾਨੀ ਹੋਣ, ਇਹਨਾਂ ਦੀ ਤਾਂ ਔਕਾਤ ਹੀ ਕੀ ਹੋਵੇਗੀ ਇਹਨਾਂ ਸਿੰਘਾਂ ਸਾਹਮਣੇ। ਤੇ ਜਿਹੜੀ ਗਲਤਫਹਿਮੀ ਤੁਹਾਨੂੰ ਇਹ ਸੀ ਤੁਸੀਂ ਪੰਜਾਬ ਦੀ ਨੌਜਵਾਨੀ ਖਤਮ ਕਰ ਲਈ ਹੈ, ਹੁਣ ਤੁਹਾਨੂੰ ਅਹਿਸਾਸ ਉਹ ਵੀ ਹੋ ਗਿਆ ਆ ਕਿ ਜਵਾਨੀ ਖਤਮ ਨਹੀਂ ਹੋਈ। 84 ਤੋਂ ਲੈ ਕੇ ਹੁਣ ਤੱਕ ਨੌਜਵਾਨੀ ਜਿਹੜੀ ਤਿਆਰ ਹੋਈ ਸੀ ਨਾ ਪਨੀਰੀ, ਉਹ ਅੱਜ ਦਿੱਲੀ ਦੀ ਹਿੱਕ ਤੇ ਆ ਕੇ ਬਹਿ ਗਈ ਹੈ। ਹੁਣ ਡਰ ਤੁਹਾਨੂੰ ਇਹ ਸਤਾ ਰਿਹਾ ਆ, ਹੁਣ ਬਹਾਨਾ ਨਹੀਂ ਤੁਹਾਨੂੰ ਲੱਭ ਰਿਹਾ ਕਿ ਇਹ ਪਨੀਰੀ ਨੂੰ ਮੋੜਾ ਕਿੱਦਾਂ ਪਾਈਏ, ਤੇ ਮੋੜਾ ਪੈਣਾ ਵੀ ਨਹੀਂ ਆ। ਇਸ ਕਰਕੇ ਹੱਥ ਬੰਨ੍ਹ ਕੇ ਅਸੀਂ ਆਪਣੇ ਚੈਨਲ ਗੁਰਬਾਣੀ ਅਖੰਡ ਬਾਣੀ ਵੱਲੋਂ ਵੀ ਬੇਨਤੀ ਕਰਦੇ ਹਾਂ, ਜਿਹੜੇ ਵੀ ਕੈਬਨਿਟ ਦੇ ਵਿੱਚ ਮੋਦੀ ਦੀ 'ਚ ਜਾਗਦੀਆਂ ਜ਼ਮੀਰਾਂ ਵਾਲੇ ਕੋਈ ਬੰਦੇ ਹੈ ਨੇ ਨਾ, ਜਿਹਨਾਂ ਦੀ ਜ਼ਮੀਰ ਥੋੜ੍ਹੀ ਬਹੁਤੀ ਜਾਗਦੀ ਹੈ, ਮੋਦੀ ਨੂੰ ਥੋੜ੍ਹੀ ਜਿਹੀ ਅਕਲ ਦੇਵੋ ਕਿ ਬਿੱਲ ਰੱਦ ਕੀਤੇ ਜਾਣ, ਕਿਸਾਨਾਂ ਤੋਂ ਹੱਥ ਜੋੜ ਕੇ ਮਾਫੀ ਮੰਗੇ, ਹੱਸਦੇ ਵਸਦੇ ਇਹ ਕਿਸਾਨ ਵਾਪਸ ਆਪਣੇ ਘਰਾਂ 'ਚ ਜਾ ਕੇ ਨਵਾਂ ਸਾਲ ਸੈਲੀਬ੍ਰੇਟ ਕਰਨ। ਨਹੀਂ ਤਾਂ ਘਰਾਂ ਨਾਲੋਂ ਵਧੀਆ ਤਰੀਕੇ ਨਾਲ ਤਾਂ ਇੱਥੇ ਹੀ ਇੰਜੋਏ ਕਰ ਰਹੇ ਆ। ਤੇ ਇਹ ਫਿਰ 26 ਜਨਵਰੀ ਤੱਕ ਵੀ ਚੱਲਣਗੇ ਤੇ ਉਸ ਤੋਂ ਬਾਅਦ 6 ਮਹੀਨੇ ਵੀ ਚੱਲਣੇ ਪੈ ਗਿਆ। ਹੁਣੇ ਮੈਂ ਕਿਸਾਨ ਵੀਰ ਨਾਲ ਗੱਲ ਕੀਤੀ, 6 ਮਹੀਨੇ ਦਾ ਕਹਿੰਦਾ ਰਾਸ਼ਨ ਪਿਆ ਆ। ਬਿਲਕੁਲ। ਤੇ ਹੋਰ ਘਾਟ ਕਿਸੇ ਚੀਜ਼ ਦੀ ਨਹੀਂ ਹੈਗੀ, ਕਿਉਂਕਿ ਇਹ ਮੋਰਚੇ ਉਸ ਪਰਮਾਤਮਾ ਨੇ ਲਗਾਏ ਨੇ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਇਸ ਤੋਂ ਬਾਅਦ ਹੋਰ ਵੀ ਅਪਡੇਟਸ ਤੇ ਤਿੱਕਰੀ ਮੋਰਚੇ ਦੀਆਂ ਤੁਹਾਡੇ ਰੂਬਰੂ ਕਰਦੇ ਰਹਾਂਗੇ। ਤੁਹਾਡੇ ਵਿੱਚੋਂ ਕਿਸੇ ਨੇ ਕੁਝ ਕਹਿਣਾ, ਕੋਈ ਸੁਨੇਹਾ ਦੇਣਾ ਜੀ? ਹਾਂਜੀ। ਮੈਂ ਬਲਜਿੰਦਰ ਸਿੰਘ ਨੰਬਰਦਾਰ ਪਿੰਡ ਸੰਘਾ ਤੋਂ 26 ਤਰੀਕ ਤੋਂ ਹੀ ਅਸੀਂ ਇੱਥੇ ਆਏ ਹੋਏ ਹਾਂ ਤੇ ਮੈਂ ਸਾਡੇ ਪਿੰਡ ਕਦੇ ਵੀ ਕਿਸੇ ਤਰ੍ਹਾਂ ਦੀ ਇਹ ਕਿਸਾਨ ਲਹਿਰ ਨਹੀਂ ਸੀ ਚੱਲੀ। ਐਤਕੀ ਜਦ ਕਿਸਾਨ ਲਹਿਰ ਚੱਲੀ ਤਾਂ ਬਹੁਤ ਹੀ ਲੋਕਾਂ ਦੇ ਵਿੱਚ ਕਿਸਾਨਾਂ ਦੇ ਉਤਸ਼ਾਹ ਮਿਲਿਆ। ਮੈਂ ਰਾਈਟਰ ਵੀ ਹਾਂ, ਬਹੁਤ ਕੁਝ ਲਿਖਿਆ। ਤਾਂ ਮੈਂ ਇੱਥੇ ਬੈਠੇ ਬੈਠੇ ਲਈ ਲਿਖੀ ਸੀ ਚੁੱਪ ਦੀ ਪੀੜ ਚੁੱਪ ਦੀ ਵੱਜੀ ਜਦ ਦਿਲਾਂ ਅੰਦਰ ਤੇ ਲਹਿਰ ਜਾਗੀ ਕਿਸਾਨ ਅੰਦੋਲਨਾਂ ਦੀ। ਮਨ ਮਰਜ਼ੀਆਂ ਕਰਾਂ ਮੈਂ ਜਿੰਨੀਆਂ ਵੀ ਤੇ ਮੋਦੀ ਸੋਚਦਾ ਸੀ ਕਿਸੇ ਨੇ ਬੋਲਣਾ ਕੀ। ਖੇਤ ਜੱਟਾਂ ਦੇ ਅਡਾਨੀ ਨੂੰ ਦੇਣ ਲੱਗਾ ਤੇ ਸੁਣ ਕੇ ਖੂਨ ਕਿਸਾਨਾਂ ਦਾ ਖੌਲਣਾ ਸੀ। ਮੋਦੀ ਕਰ ਲੈ ਕਾਨੂੰਨ ਕਾਲੇ ਤੂੰ ਵਾਪਸ, ਕਿਸਾਨਾਂ ਦਿੱਲੀ ਨੂੰ ਪੈਰਾਂ ਵਿੱਚ ਰੋਲਣਾ ਹੀ। ਮੈਂ ਧੰਨਵਾਦ ਕਰਦਾ ਪਾਲ ਖਰੌੜ ਜੀ ਦਾ। ਇੱਧਰ ਬਾਬਾ ਦੀਪ ਸਿੰਘ ਜੀ ਦੇ ਲੰਗਰ ਲੱਗੇ ਹੋਏ ਨੇ। ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ ਦੇ ਮਾਂ ਵਾਕਾਂ ਅਨੁਸਾਰ। ਇਹ ਜੋ ਲੰਗਰ ਚੱਲ ਰਹੇ ਹਨ ਇਹ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ 20 ਰੁਪਏ ਦੇ ਲੰਗਰ ਚੱਲ ਰਹੇ ਆ। ਸਾਡੀਆਂ ਸਰਕਾਰਾਂ ਇਹਨਾਂ ਦੇ ਹਜ਼ਾਰਾਂ ਜਨਮ ਲੈ ਕੇ ਵੀ ਮੁਕਾਬਲਾ ਨਹੀਂ ਕਰ ਸਕਦੀਆਂ। ਪਿੱਛੇ ਜਦੋਂ ਕਰੋਨਾ ਕੋਵਿਡ ਦਾ ਚੱਲਿਆ ਸੀ ਤਾਂ ਸਰਕਾਰਾਂ ਨੇ ਗਰੀਬ ਮਜ਼ਦੂਰਾਂ ਨੂੰ ਕਿੱਟਾਂ ਰਾਸ਼ਨ ਦੀਆਂ ਵੰਡੀਆਂ। ਜੋ ਕਿੱਟਾਂ ਸਿਰਫ ਰਾਸ਼ਨ ਕਾਰਡ ਵਾਲਿਆਂ ਨੂੰ ਦੇਣੀਆਂ ਸੀ ਉਹ ਵੀ ਪੂਰੀਆਂ ਨਹੀਂ ਦੇ ਸਕੇ। ਪਰ ਇੱਥੇ ਤਾਂ ਗੁਰੂ ਨਾਨਕ ਦੇਵ ਦੀ ਕਿਰਪਾ ਹੈ, ਪਤਾ ਹੀ ਨਹੀਂ ਲੱਗਦਾ ਕਿ ਲੰਗਰ ਕਿੱਥੋਂ ਕਿੱਥੋਂ ਆ ਰਿਹਾ ਹੈ। ਬਾਕੀ ਜਿੱਥੇ ਜਿੱਥੇ ਵੀ ਕਿਸਾਨਾਂ ਨੇ ਤੰਬੂ ਲਾਏ ਹੋਣ, ਟਰਾਲੀਆਂ ਖਿਲਾਰੀਆਂ ਹੋਈਆਂ ਹਨ, ਉਹਨਾਂ ਥਾਵਾਂ ਨਾਲ ਮੋਹ ਪੈ ਜਾਣਾ ਹੈ। ਜਦੋਂ ਉੱਥੋਂ ਤੁਰੇ ਮਨ ਉਦਾਸ ਵੀ ਹੋਵੇਗਾ। ਬੇਸ਼ੱਕ ਉਹ ਚੁੱਲ੍ਹੇ ਚਰਾਂ ਆਰਜੀ ਹਨ, ਪਰ ਤੁਰਨ ਲੱਗਿਆਂ ਉਹਨਾਂ ਨੂੰ ਢਾਉਣਾ ਬੜਾ ਔਖਾ ਹੋਵੇਗਾ। ਸਾਡਾ ਮਨ ਕੁਝ ਦਿਨ ਰੁਕਣ ਨੂੰ ਹੋਰ ਕਰੇਗਾ। ਸੋਚਾਂਗੇ ਕਿ ਇਹ ਮੇਲਾ ਵਿਛੜ ਕਿਉਂ ਚੱਲਿਆ। ਅਜਿਹੀਆਂ ਘੜੀਆਂ ਸਦੀਆਂ ਬਾਅਦ ਕਦੇ ਆਉਂਦੀਆਂ ਨੇ। ਅਸੀਂ ਵਡਭਾਗੇ ਹਾਂ ਕਿ ਸਿਰਫ ਇਹਨਾਂ ਇਤਿਹਾਸਕ ਪਲਾਂ ਦੇ ਗਵਾਹ ਹੀ ਨਹੀਂ ਬਣੇ, ਸਗੋਂ ਪੂਰੇ ਸਤਰਕ ਪਾਤਰ ਬਣ ਵਿਚਰੇ ਹਾਂ। ਵਧਾਈ ਹੋਵੇ ਸਭ ਨੂੰ। ਬਰਲਨ ਦੀ ਕੰਧ ਵਾਂਗ ਸ਼ਾਇਦ ਕੋਈ ਕੰਕਰ ਰੋੜੇ ਯਾਦ ਨਿਸ਼ਾਨੀ ਵਜੋਂ ਝੋਲੇ 'ਚ ਪਾ ਕੇ ਪਿੰਡ ਪਰਤੀਏ। ਤੇ ਇਹ ਵੀ ਹੋ ਸਕਦਾ ਹੈ ਕਿ ਕੋਈ ਤੁਹਾਡੀ ਪੈੜ ਦੀ ਮਿੱਟੀ ਨੂੰ ਕਿਸੇ ਸੁੱਚੇ ਲੀੜੇ ਦੀ ਟਾਕੀ ਵਿੱਚ ਬੰਨ੍ਹ ਕੇ ਸਦਾ ਲਈ ਸਾਂਭ ਲਵੇ। ਤੁਹਾਡੇ ਤੁਰਨ ਮਗਰੋਂ ਦਿੱਲੀ ਦੀਆਂ ਗਲੀਆਂ ਸੁੰਨੀਆਂ ਹੋ ਜਾਣੀਆਂ ਨੇ। ਓਏ ਤੁਸੀਂ ਦਿੱਲੀ ਜਿੱਤ ਲਏ ਹਨ, ਦਿਲ ਹੀ ਜਿੱਤ ਲਏ ਹਨ। ਸਿਕੰਦਰ ਬਾਦਸ਼ਾਹ ਨੂੰ ਕਿਤੇ ਪਿਛਾਂਹ ਛੱਡ ਦਿੱਤਾ ਹੈ। ਤੁਹਾਡੇ ਕਿੱਸਿਆਂ ਕਹਾਣੀਆਂ ਆਪਣੀਆਂ ਜਿੱਤਾਂ ਪ੍ਰਾਪਤੀਆਂ ਨੂੰ ਆਪਣੇ ਵੱਡੇ ਵਡੇਰਿਆਂ ਦੇ ਨਾਂ ਲਿਖ ਦੇਣਾ ਹੀ ਗੁਰੂ ਵਾਲੇ ਹੋਣਾ ਹੈ। ਇਸ ਵਾਰ ਅਸੀਂ ਘਰੋਂ ਐਸੇ ਨਿਕਲੇ ਹਾਂ ਕਿ ਸੱਚੀ ਘਰ ਪਰਤ ਆਏ ਹਾਂ। ਪਛਾਣ ਹੋ ਗਏ ਹਾਂ ਆਪਣੇ ਤੇ ਗੈਰਾਂ ਦੀ। ਨੌਜਵਾਨ ਨੇਤਾਵਾਂ ਨੂੰ ਤੁਸੀਂ ਸਿਰ ਤੇ ਪੈਰਾਂ ਤਾਈਂ ਨੰਗਾ ਕਰ ਦਿੱਤਾ ਹੈ। ਜ਼ਰੂਰਤ ਨਹੀਂ ਉਹਨਾਂ 'ਚ ਤੁਹਾਡੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ। ਅੱਗੇ ਤੋਂ ਵੀ ਉਹਨਾਂ ਨੂੰ ਮੂੰਹ ਨਾ ਲਾਇਓ। ਆਹ ਸਾਨੂੰ ਸਭ ਸਮੱਸਿਆਵਾਂ ਦੀ ਕੁੰਜੀ ਲੱਭ ਗਈ ਹੈ। ਇਹਨੂੰ ਚਾਹੇ ਅੰਦੋਲਨ ਕਹਿ ਲਵੋ, ਚਾਹੇ ਮੋਰਚਾ, ਚਾਹੇ ਸੰਘਰਸ਼, ਚਾਹੇ ਲੜਾਈ ਤੇ ਚਾਹੇ ਧਰਨਾ, ਚਾਹੇ ਏਕਾ। ਤੁਸੀਂ ਜਿਉਂਦੇ ਵਸਦੇ ਰਹੋ, ਸ਼ਾਂਤ ਰਹੋ, ਆਬਾਦ ਰਹੋ। ਆਓ ਇੱਕੇ ਸਾਹੇ ਆਖੀਏ ਇਨਕਲਾਬ ਜਿੰਦਾਬਾਦ, ਜੈ ਜਵਾਨ ਜੈ ਕਿਸਾਨ।
ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਇਹ ਭਾਵਨਾਵਾਂ ਬਾਪੂ ਜੀ ਨੇ ਜੋ ਆਪਣੀ ਲਿਖਾਵਟ ਦੇ ਵਿੱਚ ਵਿਅਕਤ ਕੀਤੀਆਂ, ਇਹ ਹਰ ਉਸ ਇਨਸਾਨ ਦੀਆਂ ਭਾਵਨਾਵਾਂ ਨੇ ਜਿਸ ਨੇ ਇਸ ਮੋਰਚਿਆਂ ਦੇ ਵਿੱਚ ਹਾਜ਼ਰੀ ਭਰੀ ਹੈ, ਆਪਣਾ ਯੋਗਦਾਨ ਦਿੱਤਾ। ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਵੀ ਇਹਨਾਂ ਮੋਰਚਿਆਂ ਦੇ ਵਿੱਚ ਜਦੋਂ ਤੁਸੀਂ ਹਾਜ਼ਰੀ ਭਰਨੀ ਸ਼ੁਰੂ ਕਰੋਗੇ ਨਾ ਤਾਂ ਤੁਹਾਨੂੰ ਅਜਿਹਾ ਅਹਿਸਾਸ ਹੋਏਗਾ, ਤੁਸੀਂ ਜਿਸ ਧਰਮ ਦੇ ਵਿੱਚ ਵੀ ਹੋ, ਉਸ ਧਾਰਮਿਕ ਮੰਦਰ, ਮਸਜਿਦ, ਗਿਰਜਾ ਘਰ ਜਾਂ ਗੁਰੂ ਘਰ ਦੇ ਵਿੱਚ ਜਾ ਕੇ ਜੋ ਤੁਹਾਨੂੰ ਸਕੂਨ ਮਿਲਦਾ ਹੈ ਨਾ, ਉਹ ਸਕੂਨ ਤੁਹਾਨੂੰ ਇਹਨਾਂ ਮੋਰਚਿਆਂ ਦੇ ਵਿੱਚ ਪਹੁੰਚ ਕੇ ਮਿਲਦਾ ਆ, ਤੇ ਫਿਰ ਜਾਣ ਦਾ ਵੀ ਜੀ ਨਹੀਂ ਕਰਦਾ। ਤੇ ਹਾਂ, ਜਿੱਦਣ ਇਹ ਮੋਰਚਾ ਫਤਿਹ ਕਰਕੇ ਵਾਪਸ ਜਾਣਾ ਹੋਇਆ ਨਾ, ਬਾਪੂ ਜੀ ਨੇ ਬਹੁਤ ਸਹੀ ਕਿਹਾ ਵੀ ਆਰਜੀ ਤੌਰ ਤੇ ਚਾਹੇ ਅਸੀਂ ਚੁੱਲ੍ਹੇ ਬਣਾਏ ਆ, ਉਹ ਜਦੋਂ ਸਾਨੂੰ ਭੰਨਣੇ ਪੈਣੇ ਨੇ ਨਾ, ਜਾਂ ਜਿਹੜੀਆਂ ਚੀਜ਼ਾਂ ਅਸੀਂ ਇੱਟਾਂ ਚਣੀਆਂ ਆ ਉਹ ਕੱਢਣੀਆਂ ਪੈਣੀਆਂ ਨੇ, ਤਾਂ ਪੀੜ ਬਹੁਤ ਹੋਣੀ ਆ। ਦਿਲ ਕਰਨਾ, ਚਿੱਤ ਕਰਨਾ ਵੀ ਇਹ ਮੇਲਾ ਕਿਉਂ ਮੁੱਕ ਚੱਲਿਆ, ਵੀ 4 ਦਿਨ ਹੋਰ ਰੁਕ ਜਾਈਏ। ਕਿਉਂਕਿ ਕੁੰਡਲੀ ਮੋਰਚੇ ਦੇ ਉੱਤੇ ਵੀ ਗੱਲ ਇਹੀ ਵੀਰ ਨੇ ਕਿਨੇ ਕਹੀ ਸੀ, ਤੇ ਉਹਨੇ ਇਹ ਕਿਹਾ ਸੀ, ਇਹ ਕਹਿੰਦਾ ਵੀ ਜੇ ਮੋਦੀ ਮੰਨ ਵੀ ਜਾਂਦਾ ਆ, ਮੈਂ ਤਾਂ 10-15 ਦਿਨ ਰੁਕ ਕੇ ਹੀ ਜਾਊਂਗਾ, ਸਾਡਾ ਤਾਂ ਜੀ ਨਹੀਂ ਹੈਗਾ ਵਾਪਸ ਜਾਣ ਦਾ। ਵੀ ਇੰਨਾ ਮਜ਼ਾ, ਇੰਨਾ ਆਨੰਦ ਸਾਨੂੰ ਕਿਤੇ ਮਿਲਿਆ ਹੀ ਨਹੀਂ। ਤਾਂ ਹੀ ਕਹਿੰਦੇ ਆ ਵੀ ਉਹ ਪਰਮਾਤਮਾ ਇੱਕ ਕਲਾ ਵਰਤਾ ਰਿਹਾ ਹੈ, ਉਸ ਦਾ ਇੱਕ ਹਿੱਸਾ ਅਗਰ ਤੁਸੀਂ ਨਾ ਬਣੇ ਤਾਂ ਕਿਤੇ ਨਾ ਕਿਤੇ ਉਸ ਪਰਮਾਤਮਾ ਨੇ ਜਿਹੜਾ ਹੁਣ ਗਲਵਕੜੀ 'ਚ ਆਪਣੇ ਬੱਚਿਆਂ ਨੂੰ ਲੈਣਾ ਸ਼ੁਰੂ ਕੀਤਾ ਨਾ, ਤੁਸੀਂ ਆਪ ਉਸ ਗਲਵਕੜੀ 'ਚੋਂ ਬਾਹਰ ਹੋ ਜਾਓਗੇ, ਤੇ ਉਹਨੇ ਗਲਵਕੜੀ 'ਚ ਉਹਨਾਂ ਨੂੰ ਲੈਣਾ ਜਿਹਨਾਂ ਨੇ ਹਾਜ਼ਰੀਆਂ ਭਰੀਆਂ ਹੋਣਗੀਆਂ। ਤੁਸੀਂ ਕੁਝ ਬੋਲਣਾ ਇਹਨੂੰ? ਹਾਂ, ਆ ਜਾਓ, ਇੱਧਰ ਆ ਜਾਓ। ਹਾਂਜੀ, ਤੁਸੀਂ ਬੋਲੋ ਪਹਿਲਾਂ। ਹਾਂਜੀ, ਮੈਂ ਜੀ ਸਾਰੇ ਆਪਣੇ ਵੀਰਾਂ ਭੈਣਾਂ ਨੂੰ, ਵੱਡੇ ਬਜ਼ੁਰਗਾਂ ਨੂੰ ਕਹਿਣਾ ਚਾਹੁੰਦਾ ਕਿ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਇੱਥੇ ਸਾਰਿਆਂ ਨੂੰ ਆਉਣਾ ਚਾਹੀਦਾ। ਆਪਾਂ ਸ਼ੁਰੂ ਤੋਂ ਜਿਵੇਂ ਸਟੋਰੀਆਂ ਸੁਣਦੇ ਹਾਂ ਵੀ ਸਾਡੇ ਸਿੱਖਾਂ ਨੇ ਇੱਦਾਂ ਲੜਾਈਆਂ ਕੀਤੀਆਂ, ਇੱਦਾਂ ਜੰਗਾਂ ਜਿੱਤੀਆਂ, ਅਸੀਂ 17 ਵਾਰ ਦਿੱਲੀ ਜਿੱਤੀ, ਤਾਂ 18 ਵਾਰ ਦਿੱਲੀ ਜਿੱਤੀ। ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਇੱਕ ਵਾਰ ਆਪਣੇ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਓ ਜੀ, ਕਿਉਂਕਿ 19 ਵਾਰ ਜਿੱਤ ਚੁੱਕਿਆ। ਕਿਉਂਕਿ ਹਾਂਜੀ, ਤੇ ਮਤਲਬ ਇੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਆਏ ਹੋਏ ਆ, ਹੈ ਨਾ, ਸਾਰੇ ਇਤਿਹਾਸ ਦੇਖਣੇ ਨੂੰ ਮਿਲ ਰਹੇ ਨੇ ਇੱਥੇ। ਤੇ ਬਜ਼ੁਰਗ ਜਿਹੜੇ ਇੱਥੇ ਖਾਸ ਕਰ ਇੱਥੇ ਆਏ ਹੋਏ ਜੀ, ਉਹਨਾਂ ਦਾ ਜੋਸ਼ ਦੇਖ ਕੇ ਅਲੱਗ ਹੀ ਜਜ਼ਬਾ ਚੜ੍ਹਦਾ ਜੀ ਸਾਡੇ 'ਚ, ਕਿਉਂਕਿ ਉਹ 5 ਵਜੇ ਉੱਠ ਕੇ ਜੀ ਠੰਡੇ ਪਾਣੀ ਨਾਲ ਨਹਾਉਂਦੇ ਹੁੰਦੇ ਨੇ, ਕਈਆਂ ਦੇ ਗੋਡੇ ਦੁਖ ਰਹੇ ਆ ਜੀ, ਫਿਰ ਵੀ ਉਹ ਇੱਥੇ ਡਟੇ ਹੋਏ ਨੇ। ਤੇ ਅਸੀਂ ਮਤਲਬ ਜਿਹੜੇ ਸਾਡੇ ਮਾਂ-ਬਾਪ ਨੇ ਸਾਨੂੰ ਕਹਾਣੀਆਂ ਸੁਣਾਈਆਂ ਸੀ, ਉਹ ਸਾਨੂੰ ਐਂ ਦਿਖਦੀਆਂ, ਇੱਥੇ ਸੱਚੀਆਂ ਹੁੰਦੀਆਂ ਦਿਖਦੀਆਂ ਵੀ ਹਾਂ ਇੱਦਾਂ ਅਸੀਂ ਲੜੇ ਸੀ। ਤੇ ਹੁਣ ਮੈਨੂੰ ਇਹ ਚੀਜ਼ ਦੱਸੋ ਵੀ ਉਮਰ ਕਿੰਨੀ ਹੈ ਤੁਹਾਡੀ? ਮੇਰੀ ਉਮਰ ਹੋ ਗਈ ਜੀ 32 ਸਾਲ। 32 ਸਾਲ ਦੀ ਉਮਰ ਦੇ ਵਿੱਚ ਜੋ ਜੋਸ਼, ਜੋ ਅਹਿਸਾਸ ਇਸ ਮੋਰਚੇ ਤੇ ਪਹੁੰਚ ਕੇ ਹੁਣ ਤੁਹਾਨੂੰ ਹੋਣਾ ਸ਼ੁਰੂ ਹੋਇਆ ਹੈ, ਅੱਜ ਤੋਂ ਪਹਿਲਾਂ ਇਹਨਾਂ 32 ਸਾਲਾਂ ਦੇ ਵਿੱਚ ਕਦੀ ਉਹ ਉਬਾਲ ਅੰਦਰ ਆਇਆ ਸੀ, ਉਹ ਕਦੀ ਜੋਸ਼ ਆਇਆ ਸੀ, ਜਾਂ ਕਦੀ ਉਸ ਇਤਿਹਾਸ ਨੇ ਝਾਤ ਤੁਹਾਡੇ ਜ਼ਿਹਨ ਦੇ ਉੱਤੇ ਮਾਰੀ ਸੀ? ਹਾਂਜੀ, ਮੈਂ ਤੁਹਾਨੂੰ ਕਹਿ ਰਿਹਾ ਜੀ ਕਿ ਅੱਜ ਤੱਕ ਮੈਂ ਆਪਣੀ ਲਾਈਫ 'ਚ ਇੱਦਾਂ ਦੀ ਕੋਈ ਵੀ ਚੀਜ਼ ਨਹੀਂ ਦੇਖੀ। ਤੇ ਉਰੇ ਆ ਕੇ ਮਤਲਬ ਹੁਣ ਜਿਵੇਂ ਸਾਨੂੰ ਆਪਾਂ ਸਟੋਰੀਆਂ ਸੁਣਦੇ ਹਾਂ, ਹੈ ਨਾ, ਆਪਣੇ ਮਾਂ-ਬਾਪ ਨੇ ਵੀ ਦੱਸਿਆ ਵੀ ਸਾਡੇ ਬਜ਼ੁਰਗ ਇੱਦਾਂ ਲੜੇ, ਤਾਂ ਉਹ ਹੁਣ ਤੁਹਾਨੂੰ ਫੀਲ ਹੋਣ ਲੱਗ ਪਿਆ ਵੀ ਹੋ ਰਿਹਾ ਤੁਸੀਂ ਵਾਰਸ ਹੋਣਾ ਜੀ। ਹਾਂਜੀ, ਹੁਣ ਉਹ ਜੋਸ਼ ਆਉਣ ਲੱਗ ਪਿਆ। ਤੇ ਤਾਂ ਹੀ ਮੈਂ ਕਹਿੰਦਾ ਕਿ ਆਪਣੇ ਬੱਚਿਆਂ ਨੂੰ ਦਿਖਾਓ, ਤੇ ਮੈਨੂੰ ਲੱਗਦਾ ਵੀ ਨਹੀਂ ਕਿ ਅੱਗੇ ਹੁਣ ਇੱਦਾਂ ਦਾ ਕਦੇ ਦੁਬਾਰੇ ਛੇਤੀ ਹੋਊਗਾ। ਇਸ ਕਰਕੇ ਜੀ ਇੱਕ ਵਾਰ ਜ਼ਰੂਰ ਇੱਥੇ ਆਉਣਾ ਚਾਹੀਦਾ, ਹੈ ਨਾ, ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਆਪਣਾ ਇਤਿਹਾਸ। ਮਤਲਬ ਸਾਰਾ ਇੱਕ ਤਰ੍ਹਾਂ ਦਾ ਜਿਉਂਦਾ ਹੁੰਦਾ ਦਿਖ ਰਿਹਾ ਜੀ, ਜਿਉਂਦਾ ਹੁੰਦਾ ਹੋਇਆ ਇਤਿਹਾਸ ਦਿਖ ਰਿਹਾ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਇੱਕ ਕਲਾ ਵਰਤ ਰਹੀ ਹੈ, ਤੇ ਕਿਤੇ ਨਾ ਕਿਤੇ ਸਿੰਘ ਸ਼ਹੀਦ ਆਪ ਅੰਗ ਸੰਗ ਹੋ ਕੇ ਇਹ ਸੇਵਾ ਨਿਭਾ ਰਹੇ ਨੇ। ਤਾਂ ਹੀ ਆਹ ਨੌਜਵਾਨ ਪੀੜ੍ਹੀ ਨੂੰ ਅਹਿਸਾਸ ਹੋ ਰਿਹਾ ਹੈ ਕਿ ਅਸੀਂ ਕਿਹਨਾਂ ਦੇ ਵੰਸ਼ਜ ਹਾਂ, ਵਾਰਸ ਕਿਹਨਾਂ ਦੇ ਹਾਂ। ਅਸੀਂ ਇਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਸਾਡੇ ਅੰਦਰ ਕਿਹਨਾਂ ਦਾ ਖੂਨ ਹੈ। ਅਸੀਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਸਰਬੱਤ ਦੇ ਭਲੇ ਵਾਸਤੇ, ਇਹ ਨਹੀਂ ਸੀ ਮੰਨੀ। ਅਸੀਂ ਉਹ ਆ ਜਿਨ੍ਹਾਂ ਨੇ ਔਰੰਗਜ਼ੇਬ ਦੇ ਗੋਡੇ ਲਵਾਤੇ ਸੀ। ਅਸੀਂ ਸਰਬੱਤ ਦਾ ਭਲਾ ਮੰਗਦੇ ਮੰਗਦੇ ਹੱਸਦੇ ਹੱਸਦੇ ਸ਼ੀਸ਼ ਦੇ ਸਕਦੇ ਹਾਂ, ਤੇ ਆਕੜ ਨਾਲ ਜਿਹੜਾ ਦੇਖਦਾ ਹੈ ਉਹਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਘਮਾਣਾ ਵੀ ਜਾਣਦੇ ਹਾਂ। ਉਹ ਕੌਮ ਦੇ ਵਾਰਸ ਹਾਂ ਅਸੀਂ। ਅੱਜ ਇਹਨਾਂ ਬੱਚਿਆਂ ਨੂੰ ਉਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਇੱਕ ਹੋਰ ਵੀਰ ਇੱਥੇ ਖੜਿਆ ਹੈ, ਤੁਸੀਂ ਕਹਿਣਾ ਚਾਹੁੰਦੇ? ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ, ਮੈਂ ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ। ਮੈਂ ਬਸ ਇੰਨੀ ਕੁ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦਾ ਯੂਥ ਆ ਚੁੱਕੇ ਆ, ਜੋ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਹੋਏ ਆ, ਉਹਨਾਂ ਨੂੰ ਵੀ ਇੱਥੇ ਆਉਣਾ ਚਾਹੀਦਾ, ਕਿਉਂਕਿ ਇਹ ਸੰਘਰਸ਼ ਬਹੁਤ ਵੀ ਮਤਲਬ ਇਤਿਹਾਸ ਬਣਨਾ ਹੈ। ਅਤੇ ਇਸ ਇਤਿਹਾਸ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾਓ ਪਲੀਜ਼। ਜੋ ਵੀ ਘਰਾਂ ਦੇ ਵਿੱਚ ਬੈਠੇ ਆ ਉਹ ਇੱਥੇ ਆਓ, ਸੇਵਾ ਕਰੋ, ਸਾਰਾ ਕੁਝ
ਲੰਗਰ ਲੱਗੇ ਹੋਏ ਹੋਏ ਆ ਐਂਡ ਸਾਰੇ ਸਿੰਘ ਚੜ੍ਹਦੀ ਕਲਾ ਦੇ ਵਿੱਚ ਆ ਤੇ ਬਾਕੀ ਸਰਬੱਤ ਦਾ ਭਲਾ ਤੇ ਬਾਈ ਹੁਣੀ ਇਹਨਾਂ ਪਾਲ ਹੁੰਦੇ ਤੇ ਇਹਨਾਂ ਮਤਲਬ 15-20 ਦਿਨ ਤੋਂ ਜਿੱਦਾਂ ਸੇਵਾ ਕਰ ਰਹੇ ਆ ਵੀ ਵਧੀਆ ਗੱਲ ਆ ਉਹ। ਬਾਕੀ ਵਾਹਿਗੁਰੂ ਜੀ ਕਾ ਖਾਲਸਾ। ਹੁਣ ਥੋੜਾ ਜਿਹਾ ਕੌਨਫੀਡੈਂਸ ਵੀ ਲੈ ਕੇ ਆਣਾ। ਬਹੁਤ ਵਧੀਆ ਬੋਲਿਆ, ਮੈਨੂੰ ਲੱਗਦਾ ਪਹਿਲੀ ਵਾਰ ਕਦੀ ਮੈਂ ਮਾਈਕ ਦੇ ਉੱਤੇ ਆਏ ਹੋ ਬੋਲਣ ਵਾਸਤੇ, ਠੀਕ ਹੈ। ਹੁਣ ਅਗਰ ਅਸੀਂ ਦਰਦ ਰੱਖਦੇ ਹਾਂ ਨਾ, ਸਾਨੂੰ ਲੱਗਦਾ ਕਿ ਇਹ ਚੀਜ਼ ਅੱਛੀ ਹੋ ਰਹੀ ਹੈ, ਸਾਨੂੰ ਹਿੱਸਾ ਪਾਉਣਾ ਚਾਹੀਦਾ ਤੇ ਸਾਨੂੰ ਹਿੱਕ ਠੋਕ ਕੇ ਬੋਲਣਾ ਵੀ ਆਉਣਾ ਚਾਹੀਦਾ, ਠੀਕ ਹੈ ਨਾ। ਲੀਡਰਸ਼ਿਪ ਕੁਆਲਿਟੀ ਤਾਂ ਹੀ ਸਾਡੇ ਵਿੱਚ ਆਣੀ ਹੈ, ਨਹੀਂ ਤਾਂ ਇਹ ਨਾ ਬੁੱਢਿਆਂ ਨੇ ਫਿਰ ਤੋਂ ਕੱਲ ਨੂੰ 2022 ਚ ਕੁਰਸੀਆਂ 'ਚ ਬਹਿ ਜਾਣਾ, ਫਿਰ ਆਸਾ ਪਾਸਾ ਦੇਖੋਗੇ। ਸਾਨੂੰ ਪੜ੍ਹੇ ਲਿਖੇ ਨੌਜਵਾਨ ਚਾਹੀਦੇ ਨੇ। ਹਾਂ ਵੀਰ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਮੈਂ ਤਾਂ ਇੱਕ ਗੱਲ ਕਹਿਣੀ ਹੈ ਸੰਗਤ ਨੂੰ ਵੀ ਦੇਖੋ, ਜਿਨ੍ਹਾਂ ਦੇ ਤਾਂ ਹੋ ਗਏ ਵਿਆਹ, ਚਲੋ ਆਉਣਾ ਤਾਂ ਉਹਨਾਂ ਨੂੰ ਵੀ ਚਾਹੀਦਾ, ਪਰ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਉਹ ਛੜੇ ਹੀ ਰਹਿ ਜਾਣਗੇ। ਕਿਉਂਕਿ ਹੁਣ ਇਹ ਸੰਘਰਸ਼ ਤੋਂ ਬਾਅਦ ਜਦੋਂ ਵੀ ਅੱਜ ਤੋਂ 20 ਸਾਲ 15 ਸਾਲ ਮੈਨੂੰ ਇਹ ਲਾ ਲਓ, ਮੇਰੀ ਬੇਟੀ ਹੈ, ਜਿਵੇਂ ਮੈਂ ਆਪਣੀ ਬੇਟੀ ਦਾ ਕਾਰਜ ਕਰਨਾ ਹੋਇਆ ਤਾਂ ਮੈਂ ਇੱਕ ਗੱਲ ਜ਼ਰੂਰ ਪੁੱਛੂੰਗਾ ਵੀ ਭਾਈ ਤੁਸੀਂ ਮੋਰਚੇ 'ਚ ਗਏ ਤੇ ਜੇ ਤੁਸੀਂ ਮੋਰਚਿਆਂ 'ਚ ਨਹੀਂ ਗਏ, ਤੁਹਾਡੇ ਬਜ਼ੁਰਗ ਨਹੀਂ ਗਏ, ਵੀ ਉਹ ਘਰੇ ਫਿਰ ਰਿਸ਼ਤੇ ਨਹੀਂ ਹੋਣੇ ਹੈਗੇ। ਕਿਉਂਕਿ ਇਹ ਐਡੀ ਵੱਡੀ ਮਿਸਾਲ ਬਣਨੀ ਹੈ, ਇਹ ਐਡਾ ਵੱਡਾ ਸੰਘਰਸ਼ ਹੋਣਾ, ਇਹ ਕੋਈ ਛੋਟਾ ਮੋਟਾ ਸੰਘਰਸ਼ ਨਹੀਂ ਹੈਗਾ। ਜਿਵੇਂ ਬਾਪੂ ਜੀ ਨੇ ਕਿਹਾ ਸੀ ਕੁਛ ਨਾ ਕੁਛ ਲੈ ਕੇ ਜਾਵਾਂਗੇ, ਸਾਡੇ ਪੁਰਖੇ ਲੈ ਕੇ ਗਏ ਆ ਘੋੜਿਆਂ ਨਾਲ ਬੰਨ ਕੇ, ਹਾਲੇ ਵੀ ਦਰਬਾਰ ਸਾਹਿਬ ਪਿਆ ਤੇ ਅਸੀਂ ਵੀ ਕੁਛ ਨਾ ਕੁਛ ਲੈ ਕੇ ਜਾਵਾਂਗੇ, ਖਾਲੀ ਨਹੀਂ ਜਾਂਦੇ। ਖਾਲੀ ਨਹੀਂ ਜਾਂਦੇ। ਤੇ ਇਸੇ ਅਰਦਾਸ ਦੇ ਨਾਲ ਅਸੀਂ ਫਿਰ ਤੋਂ ਬੇਨਤੀ ਉਹੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਪਹੁੰਚਣਾ ਮੋਰਚਿਆਂ ਦੇ ਵਿੱਚ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਉਸ ਪਰਮਾਤਮਾ ਦੀ ਕਲਾ ਵਰਤਾਈ ਜਾ ਰਹੀ ਹੈ, ਉਸ ਕਲਾ ਦਾ ਹਿੱਸਾ ਅਗਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਤਾਂ ਇਹਨਾਂ ਮੋਰਚਿਆਂ ਵਿੱਚ ਆਓ, ਹਾਜ਼ਰੀ ਭਰੋ, ਉਸ ਪਰਮਾਤਮਾ ਵੱਲੋਂ ਵਰਤਾਈ ਜਾਂਦੀ ਕਲਾ ਵੇਖੋ, ਅਹਿਸਾਸ ਕਰੋ ਕਿ ਕਿੱਦਾਂ ਸਿੰਘਾਂ ਦਾ ਪਹਿਰਾ ਘੁੰਮਦਾ ਹੈ ਇਸ ਮੋਰਚੇ ਦੇ ਚਾਰੋਂ ਪਾਸੇ। ਦਿੱਲੀ ਦੀ ਹਿੱਕ ਤੇ ਜਿੰਨੇ ਵੀ ਬਾਰਡਰ ਨੇ, ਜਿੱਥੇ ਜਿੱਥੇ ਵੀ ਸੰਗਤ ਬੈਠੀ ਹੈ, ਚਾਹੇ ਉਹ ਕਿਸੇ ਵੀ ਧਰਮ ਕਿਸੇ ਵੀ ਵਰਗ ਦੀ ਕਿਉਂ ਨਾ, ਹਰ ਮੋਰਚੇ ਦੇ ਉੱਤੇ ਉਹਨਾਂ ਸਿੰਘਾਂ ਦਾ ਪੈਰਾ ਹੈ ਜਿਨ੍ਹਾਂ ਨੇ ਦਿੱਲੀ ਪਤਾ ਨਹੀਂ ਕਿੰਨੀ ਵਾਰ ਪਹਿਲਾਂ ਫਤਿਹ ਕੀਤੀ ਹੈ ਤੇ 19 ਵਾਰ ਹੁਣ ਫਿਰ ਤੋਂ ਉਹਨਾਂ ਦੀਆਂ ਔਲਾਦਾਂ ਫਤਿਹ ਕਰ ਚੁੱਕੀਆਂ ਨੇ। ਪ੍ਰਾਪਤੀਆਂ ਰਹਿ ਗਈਆਂ ਨੇ, ਉਹ ਦੇਖਣੀਆਂ ਬਾਕੀ ਹੋਣਗੀਆਂ। ਆਉਣ ਵਾਲਾ ਟਾਈਮ ਦੱਸਿਓ, ਕਿਉਂਕਿ ਸਾਡੇ ਵਾਸਤੇ ਤਾਂ ਇਹ ਮਖੌਲ ਹੀ ਚੱਲਦਾ ਪਿਆ ਹੈ। ਮੋਦੀ ਅੱਜ ਨਹੀਂ ਤਾਂ ਕੱਲ੍ਹ ਝੁਕਣਾ ਤਾਂ ਉਹਨੂੰ ਪੈਣਾ ਹੀ ਹੈ, ਜਿੱਦਾਂ ਮਰਜ਼ੀ ਝੁਕ ਜੇ ਨਹੀਂ ਝੁਕੂਗਾ ਤਾਂ ਨਿਹੰਗ ਸਿੰਘ ਜਿੱਦਾਂ ਕਹਿੰਦੇ ਸੀ ਵੀ ਉਹ ਵੀ ਦਿਨ ਦੂਰ ਨਹੀਂ ਹੋਊਗਾ ਜਦੋਂ ਲਾਲ ਕਿਲ੍ਹੇ ਦੇ ਉੱਤੇ ਜਾ ਕੇ ਅਸੀਂ ਫਿਰ ਕੇਸਰੀ ਝੰਡਾ ਟੰਗ ਦਾਂਗੇ। ਅਸੀਂ ਆਪਣਾ ਇੱਕ ਵਿਰਸਾ, ਅਸੀਂ ਇੱਕ ਆਪਣਾ ਘਰ ਤਾਂ ਜੋੜ ਲਿਆ। ਜਿਵੇਂ ਦੋ ਭਾਈ ਅੱਡੋ ਅੱਡ ਹੋ ਜੰਨੇ, ਚਲੋ ਸਾਨੂੰ ਤਾਂ ਕਿਸੇ ਨੇ ਸੀਂਖ ਲਾ ਕੇ ਪਾੜਿਆ ਨਾ, ਹਰਿਆਣਾ ਪੰਜਾਬ ਰਾਜਸਥਾਨ ਅੱਧਾ, ਤੇ ਪਰ ਹੁਣ ਜਿਵੇਂ ਮੰਨ ਲਓ ਵੀ ਭਾਰਤੀ ਸਰਕਾਰ ਦੇ ਕਾਨੂੰਨ ਦੇ ਤਹਿਤ ਤਾਂ ਬਾਰਡਰ ਹੋਣਗੇ ਹੁਣ, ਪਰ ਹੁਣ ਪੰਜਾਬ ਔਰ ਹਰਿਆਣਾ ਨਹੀਂ ਰਿਹਾ, ਹੁਣ ਹਰਿਆਣਾ ਪੰਜਾਬ ਹੀ ਬਣ ਗਿਆ, ਠੀਕ ਹੈ। ਮਹਾਂ ਪੰਜਾਬ ਜਿਹੜਾ 1966 ਤੋਂ ਪਹਿਲਾਂ ਵਾਲਾ ਸੀ, ਮਹਾਂ ਪੰਜਾਬ ਹੋ ਗਿਆ। ਪਹਿਲਾਂ ਵੀ ਕਿਹਾ ਸੀ ਤਾਰਾਂ ਵੱਢਾਂਗੇ ਹੌਲੀ ਹੌਲੀ, ਪਰਮਾਤਮਾ ਕਿਰਪਾ ਕਰਨਗੇ। ਖਾਲਸਾ ਰਾਜ ਦੀਆਂ ਜੜ੍ਹਾਂ ਹੁਣ ਬੰਨੀਆਂ ਗਈਆਂ। ਬਿਲਕੁਲ ਜੀ, ਬਿਲਕੁਲ। ਕਹਿੰਦੇ ਨੇ ਕਿ ਖਾਲਸਾ ਰਾਜ ਦੀ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਨਾ, ਮੂੰਹ ਦੇ ਵਿੱਚੋਂ ਖਾਲਿਸਤਾਨ ਅਗਰ ਨਿਕਲ ਜਾਂਦਾ ਤਾਂ ਜਾਨ ਨਿਕਲ ਜਾਂਦੀ ਹੈ ਲੋਕਾਂ ਦੀ। ਡਰ ਆ ਹੁਣ ਆਉਂਦੇ ਹੋਏ ਵੀ ਕਬੀਰ ਮੇਰੇ ਨਾਲ ਗੱਡੀ 'ਚ ਸੀਗਾ ਪਟਿਆਲੇ ਤੋਂ, ਕਹਿੰਦਾ ਖਾਲਿਸਤਾਨ ਦਾ ਅਸੀਂ ਨਾਅਰਾ ਨਹੀਂ ਲਾ ਸਕਦੇ। ਮੈਂ ਇੱਕੋ ਹੀ ਗੱਲ ਉਹਨੂੰ ਕਹੀ ਸੀ ਕਿ ਅਸੀਂ ਆਪਣੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਹਰ ਚੀਜ਼ ਕਰ ਸਕਦੇ ਹਾਂ, ਸਾਨੂੰ ਹਰ ਚੀਜ਼ ਦੀ ਆਜ਼ਾਦੀ ਹੈ। ਪਰ ਹਾਂ, ਗਲਤ ਅਨਸਰਾਂ ਦੇ ਹੱਥੇ ਚੜ੍ਹ ਕੇ ਅਗਰ ਅਸੀਂ ਕੋਈ ਗਲਤ ਨਾਅਰਾ ਮਾਰਦੇ ਹਾਂ, ਗਲਤ ਉਸ ਚੀਜ਼ ਨੂੰ ਪ੍ਰੋਜੈਕਟ ਕਰਦੇ ਹਾਂ, ਉਹ ਸਾਡੀ ਆਪਣੀ ਬੇਵਕੂਫੀ ਹੈ। ਇਹਨਾਂ ਵੱਲ ਸਾਨੂੰ ਬਹੁਤ ਧਿਆਨ ਦੇਣਾ ਬਣਦਾ ਆ, ਧਿਆਨ ਰੱਖਣਾ ਬਣਦਾ ਹੈ। ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅੰਤਤಃ ਫਿਰ ਤੋਂ ਇਹੀ ਬੇਨਤੀ ਕਰਾਂਗੇ ਕਿ ਅਸੀਂ ਮੋਰਚਾ ਜਿੱਤ ਚੁੱਕੇ ਹਾਂ, ਫਤਿਹ ਕਰ ਚੁੱਕੇ ਹਾਂ। ਤੁਹਾਡੇ ਉੱਤੇ ਹੁਣ ਡਿਪੈਂਡ ਹੈ ਕਿ ਤੁਸੀਂ ਹੋਰ ਇਸ ਮੋਰਚੇ ਦੇ ਵਿੱਚੋਂ ਪ੍ਰਾਪਤੀਆਂ ਕੀ ਕੱਢ ਕੇ ਲੈ ਕੇ ਜਾਂਦੇ ਹੋ। ਤੇ ਇੱਕ ਮੈਂ ਬੇਨਤੀ ਪਹਿਲਾਂ ਬਥੇਰੀ ਵਾਰ ਕੀਤੀ ਹੈ, ਇੱਕ ਵਾਰ ਫਿਰ ਤੋਂ ਕਰਾਂਗਾ ਕਿ ਹੁਣ ਤੋਂ ਹੀ 2022 ਦੀ ਸਿਆਸਤ ਵਾਸਤੇ ਨੌਜਵਾਨ ਪੀੜ੍ਹੀ ਦੀ ਨਿਸ਼ਾਨਦੇਹੀ ਕਰਨੀ ਤੁਸੀਂ ਸ਼ੁਰੂ ਕਰ ਦਿਓ ਕਿ ਕਿਹੜੇ ਬੱਚੇ ਨੇ ਜਿਨ੍ਹਾਂ ਨੂੰ ਤੁਸੀਂ 2022 ਦੀਆਂ ਚੋਣਾਂ ਲੜਾ ਸਕਦੇ ਹੋ। ਪਰ ਨੌਜਵਾਨ ਹੁਣ ਚਿੱਟੇ ਦਾੜਿਆਂ ਵਾਲੇ ਬੁੱਢੜੀ ਸਿਆਸਤ ਨਾ ਹੋਵੇ, ਤਾਂ ਜੋ ਅਕਾਲੀ ਭਾਜਪਾ ਕਾਂਗਰਸ ਤੇ ਝਾੜੂ ਅਸੀਂ ਖੂੰਜੇ ਲਾ ਕੇ ਇੱਕ ਨਵੀਂ ਪਨੀਰੀ ਨੂੰ ਬਹੁਮਤ ਦੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ ਸੰਭਾਲ ਸਕੀਏ, ਪੰਜਾਬ ਨੂੰ ਨਵੀਂ ਨੁਹਾਰ ਦੇ ਸਕੀਏ, ਚੜ੍ਹਦੀ ਕਲਾ ਵਿੱਚ ਲੈ ਕੇ ਜਾ ਸਕੀਏ। ਹੋਰ ਅਪਡੇਟਸ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤਿੱਕਰੀ ਬਾਰਡਰ ਤੋਂ ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦੇ ਨਾਲ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।